ਤੋਂ एयरपोर्ट ਉਸ ਤੋਂ ਬਾਅਦ ਸਰ ਤੁਹਾਡੀ ਸਿਸਟਰ ਰੀਅਲ ਸਿਸਟਰ ਨੇ ਇੱਥੇ? ਹਾਂਜੀ ਮੇਰੀ ਰੀਅਲ ਸਿਸਟਰ ਆਈ 2018 ਤੋਂ ਇੱਥੇ। ਕਿਹੜੇ ਸ਼ਹਿਰ ਚ ਰਹਿੰਦੇ ਨੇ? ਉਹ ਬ੍ਰੈਂਪਟਨ ਹੀ ਹੈ ਜੀ। ਇਹ ਬ੍ਰੈਂਪਟਨ 에ਅਰਪੋਰਟ ਤੇ ਆਏ ਤਾਂ ਕਿਹੜਾ ਕਾਲਜ ਸੀ ਇਹਨਾਂ ਦਾ? ਮੇਰੀ ਸਿਸਟਰ ਦਾ ਜੀ। ਸਿਸਟਰ ਦਾ ਨਹੀਂ ਪੁੱਛ ਰਿਹਾ, ਤੁਹਾਡੀ ਵਾਈਫ ਦਾ। ਤੁਹਾਡੀ ਵਾਈਫ ਪੜ੍ਹਨ ਆਈ ਨਾ? ਲੈਂਪਟਨ ਕਾਲਜ ਤੇ ਜੀ। ਹਾਂਜੀ ਲੈਂਪਟਨ ਕਾਲਜ ਜੀ ਟੋਰਾਂਟੋ ਵਾਲਾ। ਕਿੰਨੀ ਫੀਸ ਤਾਰੀ ਤੁਸੀਂ? ਫੀਸ ਸਰ ਇਹਨਾਂ ਦੀ ਮੈਂ ਪਹਿਲਾਂ 9 ਲੱਖ ਉਹ ਤਾਰੀ ਸੀਗੀ। ਟੋਟਲ ਕਿੰਨੀ ਤਾਰੀ ਹੈ? ਟੋਟਲ ਸਰ ਮੇਰਾ 24,87,000 ਲੱਗਾ ਜੀ। 24,87,000 ਤੁਸੀਂ ਫੀਸ ਤੇ ਹੋਰ ਕੀ ਕਾਊਂਟ ਕਰ ਰਹੇ ਹੋ? ਸਰ ਵਿੱਚ ਇਹਦੀ ਜਿਹੜੀ ਦੋ ਤਿੰਨ ਦੀ ਟਿਕਟ ਕਰਵਾਈ ਆ, ਬਾਕੀ ਜੋ ਕੁਝ ਵੀ ਸਾਰਾ ਕੁਝ ਵਿੱਚ ਕਾਊਂਟ ਕਰ ਰਹੇ ਹਾਂ ਜੀ ਅਸੀਂ। ਵਿਆਹ ਦਾ ਵੀ ਔਰ ਸੋਨੇ ਦਾ ਵੀ? ਹਾਂਜੀ ਜੋ ਕੁਝ। ਹਾਂਜੀ ਸਰ। ਇਹ 24 ਲੱਖ ਤੁਸੀਂ ਕਿੱਥੋਂ ਲਿਆ ਸੀ? ਇਹ ਸਰ ਅਸੀਂ ਕੁਛ ਤਾਂ ਜ਼ਮੀਨ ਤੇ ਲੋਨ ਲਿਆ, ਕੁਛ ਤੇ ਜ਼ਮੀਨ ਗਹਿਣੇ ਕੀਤੀ ਹੈ ਜੀ। ਬਾਕੀ ਲਿਮਟ ਚੱਕੀ ਵੀ ਹੈ ਸਰ। ਮੇਰੇ ਡੈਡੀ ਵੀ ਜੌਬ ਕਰਦੇ ਆ ਤੇ ਉਹਨਾਂ ਨੇ ਆਪਦੇ ਵੀ ਸੈਲਰੀ ਸਰਟੀਫਿਕੇਟ ਤੇ ਲੋਨ ਕਰਾਏ ਹੋਏ ਆ ਜੀ। ਤੁਹਾਡੇ ਡੈਡੀ ਜੌਬ ਕੀ ਕਰਦੇ ਆ? ਉਹ ਪੰਜਾਬ ਹੋਮ ਗਾਰਡ 'ਚ ਜੌਬ ਕਰਦੇ ਜੀ। ਹੋਮ ਗਾਰਡ ਵਿੱਚ? ਹਾਂਜੀ। ਕਿੱਥੇ ਡਿਊਟੀ ਹੈ? ਆਪਣਾ ਫਰੀਦਕੋਟ ਏਰੀਆ ਵਿਜੀਲੈਂਸ ਦਫ਼ਤਰ। ਹਾਂਜੀ ਉਹ ਸਾਨੂੰ ਕਹਿੰਦਾ ਤੁਸੀਂ ਕੀ ਕਰ ਲਓਗੇ, ਕਹਿੰਦਾ ਸਾਡੀ ਕੁੜੀ ਜਿੱਥੇ ਮਰਜ਼ੀ ਪੂਰੀ ਕਰੇ, ਕਹਿੰਦਾ ਤੁਹਾਨੂੰ ਤਕਲੀਫ ਕੀ ਆ? ਆਈ ਨੋ ਮੈਨੂੰ ਕਾਲ ਤੇ ਅੱਗੇ ਜੀ ਹੋਣੀ ਗੱਲ ਦਿਸ ਇਜ਼ ਡਿਫਰੈਂਟ। ਇਹ ਵਰਬਲੀ ਗੱਲਾਂ ਹੋਣੀਆਂ, ਇਹ ਠੀਕ ਹੈ, ਮੰਨਦਾ ਆਪਸ ਵਿੱਚ ਇਹ ਪ੍ਰੋਬਲਮ ਆ, ਪਰ ਆਈ ਡੋਂਟ ਐਗਰੀ ਵਿਦ ਦੈਟ ਕਿ ਤੁਸੀਂ ਇੱਕ 72 ਸਾਲ ਦੇ ਬਜ਼ੁਰਗ ਨਾਨੇ ਨੂੰ ਇਸ ਕੇਸ ਵਿੱਚ ਘੜੀਸੋ। ਠੀਕ ਹੈ, ਮਾਂ ਪਿਓ ਬ੍ਰਦਰ ਇਜ਼ ਓਕੇ ਫਾਈਨ, ਤੁਹਾਡੀ ਵਾਈਫ ਤੇ ਪਰਚਾ ਹੋਣਾ ਬਹੁਤ ਜ਼ਰੂਰੀ ਹੈ, ਪਰ ਨਾਨੇ ਨੂੰ ਵਿੱਚ ਲਿਆਉਣਾ ਆਈ ਐਮ ਨੋਟ ਐਗਰੀ। ਇਸ ਗੱਲ ਤੇ ਮੈਂ ਐਗਰੀ ਨਹੀਂ ਕਰਦਾ ਤੁਹਾਡੇ ਨਾਲ। ਸਰ ਨਾਨੇ ਨੇ ਵੀ ਪਹਿਲਾਂ ਜ਼ਿੰਮੇਵਾਰੀ ਲਈ ਨਹੀਂ ਹੈ ਜੀ, ਫਿਰ ਉਸ ਤੋਂ ਬਾਅਦ ਸਾਰੀ ਗੱਲ ਤੋਂ ਮੁੱਕਰ ਗਿਆ ਜੀ। ਇਹ ਮੈਟਰ ਨਹੀਂ, ਜੋ ਤੁਸੀਂ ਕਹੋਗੇ ਅਸੀਂ ਉਹੀ ਗੱਲ ਤੁਹਾਡੀ ਸੁਣਨੀ। ਕਿਸੇ ਦੀ ਹੱਦ ਹੈ। कृपया जी कम टू माइक 1 सेकंड, क्योंकि फ्रॉड ਜਿਹੜਾ ਆ ਉਹ ਤੁਹਾਡੀ ਵਾਈਫ ਨੇ ਕੀਤਾ ਆ ਅਤੇ ਇਨਵੋਲਵ ਜਿਹੜੇ ਮਾਂ-ਬਾਪ ਹੈ ਮੈਂ ਮੰਨਦਾ ਆ, ਬਟ ਤੁਸੀਂ ਗਾਂ ਜਿਹੜੀ ਤੁਹਾਡੀ ਸੈਕੰਡ ਫੈਮਿਲੀ ਆ ਉਹਨੂੰ ਇਨਵੋਲਵ ਕਰ ਰਹੇ ਹੋ। ਆਈ ਡੋਂਟ ਨੋ ਕਿ ਤੁਸੀਂ ਕਿਸ ਪ੍ਰੈਸ਼ਰ ਹੇਠ ਆਣ ਕੇ ਪੁਲਿਸ ਵਾਲਿਆਂ ਨੇ ਚਾਰਜ ਕੀਤਾ ਵਿਅਕਤੀ। ਨਹੀਂ ਸਰ, ਸਾਰਾ ਇਹ ਉੱਥੇ ਪਹਿਲਾਂ ਰਹਿੰਦਾ ਵੀ ਰਿਹਾ ਜੀ। ਇਹ ਸਾਰੀ ਇਹਨਾਂ ਦੀ ਪਰਿਵਾਰ ਦੀ ਇੱਕ ਹੀ ਗੱਲ ਆ ਜੀ। ਨੋ ਆਈ ਡੋਂਟ ਐਗਰੀ ਵਿਦ ਦੈਟ। ਮੇਰਾ ਨਾਨਾ ਐਨੀਵੇ ਨੋ ਪਤਾ ਨਹੀਂ ਇਹਨਾਂ ਦਾ ਮਾਰ ਕਟਾਈ ਬਹੁਤ ਚੱਲਦੀ ਰਹੀ। ਅੱਜ ਥੱਪੜ ਮਾਰਦਾ, ਕੱਲ ਨੂੰ ਮਾਰਦਾ, ਬਸ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਜਿਹਨੇ ਹੁਣ ਚਿੱਟਾ ਖਾਧੇ ਆ ਫਿਰ ਉਹਨੂੰ ਤਕਲੀਫ ਤਾਂ ਆਉਣੀ ਆ। ਸੋ ਲੜਕੀ ਨੂੰ ਕੁੱਟਦੇ ਸੀਗੇ? ਹਾਂਜੀ ਹਾਂਜੀ, ਇਹ ਤਾਂ ਪੰਚਾਇਤ ਦੇ ਵਿੱਚ ਵੀ ਮੰਨਿਆ ਮੁੰਡਾ, ਇਹ ਆਪ ਵੀ ਮੰਨਿਆ ਪੰਚਾਇਤ ਦੇ ਵਿੱਚ। ਸਾਡੇ ਗੱਲ ਵੀ ਪਏ ਆ ਕਿ ਮੈਂ ਤਾਂ ਬਿਮਾਰ ਆ। ਹੁਣ ਇਹ ਕੀ ਜਾਂਦਾ ਨਾ, ਮੁੰਡਾ ਬੋਲਿਆ ਸੀਗਾ ਇਹ ਪਖੰਡ ਕਰਦੇ ਆ। ਮੇਰੇ ਕੋਲ 2 ਸਾਲ ਦਾ ਪੂਰਾ ਗੁਰਦਿਆਂ ਦਾ ਇੱਕਦਮ ਰਿਪੋਰਟਾਂ ਪਈਆਂ 2 ਸਾਲ ਦੀਆਂ ਹੁਣ ਤੱਕ। ਹੁਣ ਵੀ ਅੱਜ ਦੀ ਰਿਪੋਰਟ ਵੀ ਹੈਗੀ ਆ ਤੇ 20% ਮੇਰੇ ਗੁਰਦੇ ਕੰਮ ਖਾਲੀ ਕਰਦੇ ਸੀਗੇ ਤੇ ਥੋੜੇ ਬਾਹੂ ਹੁਣ ਉਸੇ ਤੇ ਮੈਂ ਬੈਠਾ ਮਾੜਾ ਮੋਟਾ ਜਿਹੜਾ ਤੁਰਿਆ ਕਰਦਾ ਤੇ ਇਹ ਐਂ ਕਹਿੰਦੇ ਵੀ ਇਹ ਪਖੰਡ ਹੀ ਕਰਦੇ ਆ, ਇਹਨੂੰ ਗੁਰਦੇ ਨਹੀਂ ਖਰਾਬ, ਇਹ 200 ਦੀ 200 ਦੀ ਸਪੀਡ ਤੇ ਗੱਡੀ ਭਜਾਉਂਦਾ, ਵਿਸਾਖਾ ਜਾਂਗੇ ਐਂ ਕਰਦਾ ਹੈ। ਬਸ ਆਹ ਗੱਲਾਂ ਬਾਤਾਂ ਬਣਾਈ ਜਾਂਦੇ ਆਪਦੇ ਕੋਲੋਂ ਛੱਡੀ ਜਾਂਦੇ ਆ। ਬਾਕੀ 5-6 ਪੰਚਾਇਤਾਂ ਹੋਈਆਂ ਸਰ ਸਾਡੀਆਂ, ਉਹਨਾਂ ਪੰਚਾਇਤਾਂ ਨੇ ਇਹ ਕਿਹਾ ਸੀਗਾ ਵੀ ਭਾਈ ਅਸੀਂ ਕਿਹਾ ਵੀ ਪੈਸੇ ਸਾਡੇ ਕੋਲ ਹੈ ਨਹੀਂ, ਨਾ ਅਸੀਂ ਪੈਸੇ ਲਏ ਆ, ਤੁਸੀਂ ਮੁੰਡਾ ਭੇਜੋ। ਹੁਣ ਆਏ ਵਾਰ-ਵਾਰ ਇਹੀ ਪੰਚਾਇਤਾਂ 'ਚ ਕਹਿੰਦੇ ਸਾਡੇ ਮੁੰਡੇ ਨੂੰ ਕੁੜੀ ਮਰਵਾ ਦਿਓ, ਮੁੰਡੇ ਨੂੰ ਕੁੜੀ ਮਰਵਾ ਦਿਓ। ਤੁਸੀਂ ਦੱਸੋ ਵੀ ਜੇ ਕੋਈ ਬੱਚਾ ਪੜ੍ਹਨ ਜਾਂਦਾ ਉਹ ਉੱਥੇ ਗੁੰਡੇ ਲੈ ਕੇ, ਅਦਰਵਾਈਜ਼ ਨਹੀਂ, ਜਾਂ ਫਿਰ ਮੈਂ ਕਿਤੇ ਆਪਣੇ ਮੰਮੀ ਡੈਡੀ ਨੂੰ ਮਿਲਣ ਜਾਣਾ ਤਾਂ ਫਿਰ ਰਾਤ ਕਿਤੇ ਘੁੰਮ ਲੈਣਾ, ਬਸ ਹੋਰ ਕੁਛ ਨਹੀਂ। ਤੇ ਤੁਸੀਂ ਫ੍ਰੀडम ਕਿਹੋ ਜਿਹੀ ਚਾਹੁੰਦੇ ਸੀ ਜਿਹੜੀ ਕਿ ਨਹੀਂ ਸੀ ਤੁਹਾਨੂੰ? ਮੈਨੂੰ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਸੀ। ਮੈਨੂੰ ਆ ਸੀਗਾ ਕਿ ਗੁਰਦੁਆਰੇ ਜਾਣ ਤੋਂ ਤਾਂ ਰੋਕ ਟੋਕ ਨਾ ਹੋਵੇ। ਪਹਿਲਾਂ ਵੀ ਮੈਂ ਜ਼ਿਆਦਾ ਘੁੰਮੀ ਫਿਰੀ ਨਹੀਂ ਕਿ ਬਾਅਦ ਮੈਨੂੰ ਇੰਨਾ ਸ਼ੌਕ ਹੀ ਨਹੀਂਗਾ ਘੁੰਮਣ ਫਿਰਨ ਦਾ। ਤਾਂ ਨਹੀਂ ਤੁਸੀਂ ਕਹਿ ਰਹੇ ਕਿ ਨਾਲ ਤਾਂ ਪਹਿਰਾਵੇ ਤੇ ਰੋਕ ਟੋਕ ਸੀਗੀ? ਪਹਿਰਾਵਾ ਕਿਉਂਕਿ ਹਾਂਜੀ ਪਹਿਰਾਵੇ ਵਿੱਚ ਤੁਸੀਂ ਪਹਿਰਾਵਾ ਕਿਹੋ ਜਿਹਾ ਚਾਹੁੰਦੇ ਸੀ ਪਾਉਣਾ? ਮੈਂ ਤਾਂ ਜਿਵੇਂ ਸੂਟ ਵਗੈਰਾ 'ਚ ਤਾਂ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ, ਜਿਵੇਂ ਪਲਾਜ਼ੋ ਵਗੈਰਾ ਨਹੀਂ ਪਾਉਣੇ। ਆ ਨਹੀਂ ਚਲੋ ਕੋਈ ਨਹੀਂ, ਪਿੰਡ ਵਿੱਚ ਕਹਿੰਦੇ ਆ ਤਾਂ ਇਟਸ ਓਕੇ, ਉਹ ਨਹੀਂ ਪਾਉਣੇ, ਆਪਾਂ ਨਹੀਂ ਪਾਏ। ਜੀਨਸ ਵਗੈਰਾ ਦਾ ਤਾਂ ਸ਼ੌਕ ਮੈਨੂੰ ਪਹਿਲਾਂ ਵੀ ਨਹੀਂ ਸੀਗਾ। ਨਹੀਂ ਤੁਸੀਂ ਪਹਿਰਾਵੇ ਦੀ ਗੱਲ ਕੀਤੀ ਹੈ, ਮਤਲਬ ਉਹ ਸੂਟ ਕਹਿੰਦੇ ਹੋਣੇ, ਤੁਸੀਂ ਚਾਹੁੰਦੇ ਹੋਣੇ ਟੌਪ ਵਗੈਰਾ। ਜਸਪ੍ਰੀਤ ਤੁਹਾਡੀ ਸ਼ਾਦੀ ਜਿਸ ਲੜਕੀ ਦੀ ਹੁੰਦੀ, ਨਾਮ ਕੀ ਹੈ ਉਹਦਾ? ਗੁਰਵੀਨ ਕੌਰ। ਗੁਰਵੀਨ ਕੌਰ ਰੰਧਾਵਾ ਸਰ। ਇਹਨਾਂ ਡਿਸਟ੍ਰਿਕਟ ਕਿਹੜਾ ਗੁਰਵੀਨ ਕੌਰ ਦਾ? ਸਰ ਇਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਇਹ ਪਹਿਲਾਂ ਮੰਡ ਵਾਲਾ ਹੀ ਸੀਗਾ ਜੀ, ਸਾਡੇ ਤੋਂ 3 ਕਿਲੋਮੀਟਰ ਹੀ। ਇਹਨਾਂ ਦਾ ਵੀ ਡਿਸਟ੍ਰਿਕਟ ਫਰੀਦਕੋਟ ਹੀ ਹੈ ਜੀ। ਓਕੇ।
ਤੇ ਉਸ ਤੋਂ ਬਾਅਦ ਸਰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਉਹ ਟਰੱਕ ਡਰਾਈਵਰ ਸੀ ਜੀ। ਇਹ ਵੱਖ-ਵੱਖ ਥਾਵਾਂ ਤੇ ਰਹੇ ਆ ਜੀ, ਮੰਨ ਕੇ ਚਲੋ ਪਹਿਲਾਂ ਗੁਜਰਾਤ, ਫਿਰ ਕਲਕੱਤਾ, ਉੜੀਸਾ ਜੀ, ਫਿਰ ਇਹ ਛੱਤੀਸਗੜ੍ਹ ਰਹਿਣ ਲੱਗ ਪਏ ਜਾ ਕੇ। ਓਕੇ। ਤੇ ਇਹਨਾਂ ਦੇ ਜਿਹੜੇ ਵੀ ਮੇਰੇ ਸਹੁਰਾ ਸਾਹਿਬ ਦੇ ਵੀ ਦੂਜੇ ਭਰਾ ਸੀਗੇ, ਸਾਰੇ ਫੈਮਿਲੀ ਉਹ ਇੱਧਰ ਹੀ ਸੀਗੀ ਜੀ। ਹੁਣ ਤੁਹਾਡੇ ਸਹੁਰਾ ਪਰਿਵਾਰ ਕਿੱਥੇ ਰਹਿ ਰਿਹਾ? ਤੁਹਾਡੀ ਸ਼ਾਦੀ ਜਦੋਂ ਹੋਈ ਆ ਉਦੋਂ ਕਿੱਥੇ ਰਹਿ ਰਿਹਾ ਸੀ? ਉਦੋਂ ਤੋਂ ਅੰਮ੍ਰਿਤਸਰ ਉਹਨਾਂ ਨੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਆ ਜੀ। ਹੁਣ ਕਿਰਾਏ ਤੇ ਅੰਮ੍ਰਿਤਸਰ ਰਹਿ ਰਹੇ ਨੇ ਇਹ? ਹਾਂਜੀ ਸਰ। ਤੁਹਾਡੇ ਸਹੁਰਾ ਸਾਹਿਬ ਦਾ ਨਾਮ ਕੀ ਹੈ? ਵਿਸਾਖਾ ਸਿੰਘ ਰੰਧਾਵਾ ਜੀ। ਵਿਸਾਖਾ ਸਿੰਘ ਰੰਧਾਵਾ। ਤੁਹਾਡੀ ਮਿਸਿਸ ਦੀ ਮਦਰ ਦਾ ਨਾਮ ਕੀ ਹੈ? ਕਰਮਜੀਤ ਕੌਰ ਰੰਧਾਵਾ ਜੀ। ਤੁਹਾਡੇ ਸਹੁਰਾ ਸਾਹਿਬ ਦਾ ਨਾਮ? ਹਾਂਜੀ। ਤੁਹਾਡੇ ਬ੍ਰਦਰ ਇਨ ਲਾ ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਹੈਗਾ ਜੀ ਸਤਵਿੰਦਰ ਸਿੰਘ ਉਰਫ ਗੋਲਡੀ ਜੀ। ਕਿੰਨੀ ਉਮਰ ਹੈ ਇਹਦੀ? ਇਹਦੀ ਸਰ ਉਮਰ ਹੈਗੀ ਕੋਈ 24-25 ਸਾਲ ਜੀ। ਓਕੇ। ਸੋ ਤੁਸੀਂ ਇਹ ਰਿਸ਼ਤਾ ਤੁਹਾਡਾ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ? ਸਰ ਅਰੇਂਜ ਮੈਰਿਜ ਸੀ ਸਾਡੀ। ਅਰੇਂਜ ਮੈਰਿਜ। ਕੌਣ ਵਿਚੋਲਾ ਸੀ? ਗੋਲੇਵਾਲੇ ਤੋਂ ਸੀ ਜੀ। ਗੋਲੇਵਾਲਾ ਪਿੰਡ ਤੋਂ ਬਲਵੰਤ ਸਿੰਘ ਜੀ। ਗੋਲੇਵਾਲਾ ਤੋਂ ਬਲਵੰਤ ਸਿੰਘ ਜੀ, ਬੰਤਾ ਸਿੰਘ ਕਹਿੰਦੇ ਆ ਜੀ ਉਹਨਾਂ ਨੂੰ। ਤੁਸੀਂ ਕਿਵੇਂ ਜਾਣਦੇ ਹੋ ਉਹਨੂੰ? ਉਹਨਾਂ ਕੋਲੇ ਜੀ ਮੇਰੇ ਫਾਦਰ ਸਾਹਿਬ ਦੇ ਲਿਹਾਜੀ ਜਾਂਦੇ ਸੀ ਜੀ ਪਹਿਲਾਂ। ਹਾਂ। ਇਹਨਾਂ ਦੀ ਵੀ ਉਹਨਾਂ ਨਾਲ ਲਿਹਾਜ ਸੀਗੀ ਜੀ। ਓਕੇ। ਮੇਰੇ ਸਹੁਰੇ ਪਰਿਵਾਰ ਦੀ ਵੀ ਜੀ, ਇਹ ਵੀ ਜਾਂਦੇ ਸੀ। ਸੋ ਬਲਵੰਤ ਸਿੰਘ ਹਾਂਜੀ ਤੁਹਾਡੇ ਵਿਚੋਲੇ ਨੇ? ਹਾਂਜੀ। ਤੇ ਤੁਸੀਂ ਇਹ ਰਿਸ਼ਤਾ, ਇਹ ਲੜਕੀ ਦੀ ਉਮਰ ਕਿੰਨੀ, ਤੁਹਾਡੀ ਉਮਰ ਕਿੰਨੀ ਆ? ਮੇਰੀ ਉਮਰ ਸਰ ਮੇਰੇ ਤੋਂ ਲੜਕੀ 2 ਸਾਲ ਵੱਡੀ ਹੈ ਜੀ, 1.5-2 ਸਾਲ। ਕਿੰਨੀ ਉਮਰ ਹੈ ਲੜਕੀ ਦੀ? ਸਰ ਮੇਰੀ 27-28 ਸਾਲ ਹੈ ਜੀ, ਇਹਦੀ 29-30 ਸਾਲ ਦੇ ਕਰੀਬ ਹੈ ਜੀ ਉਮਰ। ਤੁਹਾਨੂੰ ਪਤਾ ਨਹੀਂ ਪੂਰੀ ਕਿੰਨੀ ਡੇਟ ਆਫ ਬਰਥ ਹੈ? ਸਭ ਕੁਝ ਪਤਾ ਆਪ ਸਰ ਨੂੰ? ਮੇਰਾ 29-5-95 ਜੀ। ਫਾਈਨ। ਮਤਲਬ ਤੁਸੀਂ 2 ਸਾਲ ਛੋਟੇ ਹੋ। ਹਾਂਜੀ, ਉਹਨਾਂ ਦਾ 19-1-93। ਠੀਕ ਹੈ। ਓਕੇ ਓਕੇ। ਜੋ ਮੈਂ ਤੁਹਾਨੂੰ ਸਵਾਲ ਪੁੱਛਾਂਗਾ ਉਹ ਜਵਾਬ ਦਿਓ, ਔਰ ਤੁਸੀਂ ਬਿਨਾ ਪੁੱਛਣ ਤੋਂ ਕੋਈ ਵੀ ਇਨਫੋਰਮੇਸ਼ਨ ਪ੍ਰੋਵਾਈਡ ਨਾ ਕਰੋ, ਕਿਉਂਕਿ ਟੈਲੀਕਾਸਟ ਹੋ ਰਹੀ ਹਰ ਚੀਜ਼। ਠੀਕ ਹੈ ਜੀ। ਕੁਝ ਅਸੀਂ ਆਈਡੀਸ ਜਿਹੜੀਆਂ ਨੇ ਉਹ ਡਿਮਾਂਡ ਨਹੀਂ ਕਰ ਸਕਦੇ, ਜਿਹੜੀ ਤੁਸੀਂ ਆਪਣੇ ਪ੍ਰੋਵਾਈਡ ਕਰ ਰਹੇ। ਆਮ ਸੌਰੀ। ਓਕੇ ਸਰ। ਉਹਨਾਂ ਮੇਰੇ ਸਾਥ ਦਿਓ। ਸੋ ਤੁਹਾਡੀ ਸ਼ਾਦੀ ਜਿਹੜੀ ਤੁਸੀਂ ਕਰਾਈ ਹੈ, ਤੁਹਾਡਾ ਸ਼ਾਦੀ ਕਰਾਉਣ ਦਾ ਮਕਸਦ ਆਪਸ ਵਿੱਚ ਹੀ ਕੈਨੇਡਾ ਆਉਣਾ ਸੀ ਨਾ? ਹਾਂਜੀ ਸਰ। ਕੈਨੇਡਾ ਕਰਕੇ ਤੁਸੀਂ ਸ਼ਾਦੀ ਕਰਾਈ ਲੜਕੀ ਨਾਲ, ਹੋ ਸਕਦਾ ਤੁਸੀਂ ਕਿਸੇ ਹੋਰ ਲੜਕੀ ਨਾਲ ਕਰਾਉਂਦੇ? ਨਹੀਂ ਸਰ, ਕੈਨੇਡਾ ਕਰਕੇ ਵੀ ਆਪਾਂ ਕਹਿ ਸਕਦੇ ਹਾਂ। ਬਾਕੀ ਸਰ ਅਸੀਂ ਅੰਮ੍ਰਿਤਧਾਰੀ ਕੁੜੀ ਲੱਭਦੇ ਸੀ ਵੀ, ਸਾਨੂੰ ਉਹ ਅੰਮ੍ਰਿਤਧਾਰੀ ਕੁੜੀ ਨਹੀਂ ਲੱਭ ਰਹੀ ਸੀ, ਕਿਉਂਕਿ ਮੇਰੀ ਸਾਰੀ ਫੈਮਿਲੀ ਅੰਮ੍ਰਿਤਧਾਰੀ ਹੈ ਜੀ। ਤੁਹਾਡੀ ਵਾਈਫ ਨੇ ਆਈਲੈਟ ਪਹਿਲਾਂ ਕੀਤੀ ਹੋਈ ਸੀ ਵਿਆਹ ਤੋਂ ਪਹਿਲਾਂ? ਹਾਂਜੀ, ਇਹਨਾਂ ਦੀ ਪਹਿਲਾਂ ਕੀਤੀ ਹੋਈ ਸੀ ਜੀ। ਤੇ ਇਹ ਲੱਭ ਰਹੇ ਸੀ ਕੋਈ ਮੁੰਡਾ ਹੋਵੇ ਐਸਾ ਜਿਹੜਾ ਕਿ ਮੇਰੀ ਫੀਸ ਧਾਰ ਦੇਵੇ ਸਾਡੀ ਲੜਕੀ ਦੀ, ਹਾਂਜੀ, ਔਰ ਉਹ ਫਿਰ ਬਾਅਦ ਵਿੱਚ ਸਾਡੀ ਲੜਕੀ ਉਹਨੂੰ ਕੈਨੇਡਾ ਲੈ ਜਾਊਗੀ। ਇਹੀ ਸੀ ਨਾ ਤੁਹਾਡਾ? ਹਾਂਜੀ ਸਰ, ਇਹੀ ਸੀ ਜੀ, ਇਹੀ ਸੀ ਜੀ। ਸੋ ਇਹਦਾ ਕਹਿਣ ਦਾ ਭਾਵ ਹੈ ਕਿ ਗੁਰਵੀਨ ਕੌਰ ਨੂੰ ਸੀ ਕਿ ਮੈਂ ਕੈਨੇਡਾ ਚਲ ਜਾਊਂਗੀ ਤਾਂ ਫੀਸ ਤੇ ਤੁਲਵਾ ਲੂੰਗੀ। ਵਿਆਹ ਤੁਹਾਡਾ 24/7/2020 ਹੁੰਦਾ ਹੈ। ਤੇ ਕਿੰਨੇ ਦਿਨ ਵਿਆਹ ਦੇ ਵਿੱਚ, ਕਿੰਨਾ ਸਮਾਂ ਤੁਹਾਡੇ ਘਰ ਵਿੱਚ ਰਹੀ ਹੈ ਵਿਆਹ ਤੋਂ ਬਾਅਦ? ਸਰ ਇਹਨੇ ਜੀ 2 ਸਮੈਸਟਰ ਮੇਰੇ ਘਰ ਆਨਲਾਈਨ ਕੀਤੇ ਆ ਜੀ ਇੱਥੇ। ਮੈਂ ਪੁੱਛ ਰਿਹਾ ਕਿ ਤੁਹਾਨੂੰ ਕਿੰਨੇ ਦਿਨ ਤੁਹਾਡੇ ਨਾਲ ਰਹੀ ਹੈ? 1 ਸਾਲ ਤੋਂ ਉੱਪਰ ਹੀ ਰਹੀ ਹੈ ਜੀ, 2 ਸਮੈਸਟਰ ਇੱਥੇ ਆਨਲਾਈਨ ਹੋਏ ਆ। ਮੈਂ ਸਰ ਜਿਹੜਾ ਪੁੱਛਦਾ ਮੈਂ ਉਹ ਜਵਾਬ ਦਿਓ। ਮੈਂ ਪੁੱਛਦਾ ਕਿ ਤੁਹਾਡੇ ਕੋਲ ਕਿੰਨਾ ਸਮਾਂ ਰਹੀ ਹੈ? ਡੋਂਟ ਟੈਲ ਮੀ ਅਬਾਊਟ ਸਮੈਸਟਰ। 1 ਸਾਲ ਜੀ, 1 ਸਾਲ ਤੋਂ ਉੱਪਰ ਰਹੀ ਹੈ ਲਗਾਤਾਰ? ਹਾਂਜੀ, ਲਗਾਤਾਰ ਜੀ। ਤੁਹਾਡੇ ਰਿਲੇਸ਼ਨ ਠੀਕ ਸੀ? ਹਾਂਜੀ ਸਰ, ਜਮਾ ਸਹੀ ਸੀ। ਕੁੜੀ ਨੇ ਤੁਹਾਨੂੰ ਵਿਆਹ ਤੋਂ ਪਹਿਲਾਂ ਵੇਖਿਆ ਸੀ? ਹਾਂਜੀ ਸਰ, ਸਾਡਾ ਕੱਚਾ ਸਗਨ ਜਨਵਰੀ ਦੇ ਵਿੱਚ ਪਿਆ ਸੀ ਜੀ, ਜਨਵਰੀ ਦੇ ਲਾਸਟ ਤੇ। ਮੈਂ ਪੁੱਛਿਆ ਤੁਹਾਨੂੰ, ਕੁੜੀ ਨੇ ਤੁਹਾਨੂੰ ਵਿਆਹ ਤੋਂ ਪਹਿਲਾਂ ਪਰਸਨਲੀ ਦੇਖਿਆ ਸੀ? ਹਾਂਜੀ, ਵੇਖਿਆ ਸੀ ਜੀ ਮੈਨੂੰ। ਵੀ ਜਦੋਂ ਸਾਡੀ ਦੋਵੇਂ ਫੈਮਿਲੀ ਇਕੱਠੀ ਹੋਈ ਸੀ ਉਦੋਂ ਉਹਨੇ ਮੈਨੂੰ ਵੇਖਿਆ ਸੀ ਜੀ। ਉਹਨੇ ਵੇਖਿਆ ਸੀ? ਹਾਂਜੀ। ਓਕੇ। ਸੋ ਉਸ ਕੁੜੀ ਨੇ ਤੁਹਾਨੂੰ ਵੇਖਿਆ ਸੀ? ਹਾਂਜੀ, ਵੀ ਜਦੋਂ ਸਾਡੀ ਦੋਵੇਂ ਫੈਮਿਲੀ ਉੱਥੇ ਇਕੱਠੀ ਹੋਈ, ਗੱਲਬਾਤ ਚੱਲੀ, ਉਦੋਂ ਹੀ ਵੇਖਿਆ ਸੀ ਜੀ, ਉਦੋਂ ਪਹਿਲਾਂ ਨਹੀਂ। ਸੋ ਤੁਸੀਂ ਕਿੰਨਾ ਸਮਾਂ 1 ਸਾਲ ਦੇ ਵਿੱਚ ਸਰੀਰਕ ਸੰਬੰਧ ਬਣਾਉਣ ਵਿੱਚ ਕਾਮਯਾਬ ਰਹੇ ਆ? ਸਰ ਵੀ ਤਕਰੀਬਨ ਤੱਕ ਵੀ ਬਣੇ ਆ ਜੀ। ਵੀ ਜਦੋਂ ਮੰਨ ਕੇ ਚੱਲੋ ਵੀ ਇਹ ਕਈ ਵਾਰ ਹੁਣ ਮੈਂ ਆਪਦੇ ਵੀ ਪੇਕੇ ਜਾਂਦੀ ਰਹੀ ਆ ਜੀ। ਤੇ ਨਹੀਂ ਤਾਂ ਜਿੰਨਾ ਚਿਰ ਇੱਥੇ ਸੀ ਉਦੋਂ ਬਣੇ ਹੀ ਆ ਜੀ ਸੰਬੰਧ। ਸੋ ਤੁਸੀਂ ਕਿਸੇ ਬੱਚੇ ਨੂੰ ਜਨਮ ਦਿੱਤਾ? ਨਹੀਂ ਸਰ। ਕੋਸ਼ਿਸ਼ ਕੀਤੀ? ਸਰ ਹੋਈ ਸੀ ਜੀ ਕੋਸ਼ਿਸ਼। ਫੇਰ ਕੀ ਕੀਤਾ ਤੁਸੀਂ? ਸਰ ਇਹਨਾਂ ਦੀ ਮਦਰ ਇਨ ਲਾ ਨੇ ਉਹ ਕੇਸ ਖਰਾਬ ਕਰਵਾਤਾ ਜੀ। ਜਿਹੜੀ ਇਹਨਾਂ ਦੀ ਮੰਨ ਕੇ ਚੱਲੋ ਮਦਰ ਆ ਨਾ, ਉਹ ਮੇਰੀ ਮਦਰ ਇਨ ਲਾ,
ਉਹਨੇ ਕੰਮ ਖਰਾਬ ਕਰਵਾਤਾ ਜੀ ਸਾਡਾ। ਉਹ ਕਹਿਣ ਲੱਗ ਗਈ ਵੀ ਜੇ ਇਹਦੇ ਜਵਾਕ ਹੋ ਗਿਆ ਕੱਲ ਨੂੰ ਬਾਹਰ ਨਹੀਂ ਜਾਇਆ ਜਾਣਾ ਜੀ। ਤੇ ਬੱਚਾ ਮਤਲਬ ਲੈ ਗਏ ਸੀ ਜੀ। ਪ੍ਰੈਗਨੈਂਸੀ ਦੀ ਹਾਲਤ ਵਿੱਚ ਤੁਹਾਡੀ ਵਾਈਫ ਹੋ ਚੁੱਕੀ ਸੀ? ਸਾਨੂੰ ਸ਼ੱਕ ਵੀ ਸੀਗਾ ਜੀ ਵੀ ਪ੍ਰੈਗਨੈਂਟ ਆ, ਪਰ ਇਹਨੂੰ ਲੈ ਗਏ ਸੀ ਜੀ ਇੱਥੋਂ। ਸ਼ੱਕ ਸੀ ਜਾਂ ਸੀ? ਹਾਂਜੀ ਸੀਗਾ ਹੀ ਹੈ ਜੀ। ਸੋ 1 ਸਾਲ ਦਾ ਸਫ਼ਰ ਜਿਹੜਾ ਹੈ ਜ਼ਿੰਦਗੀ ਦਾ ਤੁਸੀਂ ਇਕੱਠੇ ਤੈਅ ਕੀਤਾ। ਉਸ ਤੋਂ ਬਾਅਦ ਆਇਲਟ ਕਰਾ ਕੇ ਤਾਂ ਇਹਨਾਂ ਨੂੰ ਕਿੰਨੀ ਫੀਸ ਤੁਸੀਂ ਤਾਰੀ ਹੈ ਕੈਨੇਡਾ ਭੇਜਣ ਲਈ? ਸਰ ਅਸੀਂ ਸਾਰਿਆਂ ਤੋਂ ਪਹਿਲਾਂ ਜਦੋਂ ਵੀ ਮੇਰੀ ਰਿੰਗ ਸੈਰਮਨੀ ਹੋਈ ਹੈ ਜੀ 15/3/20 ਦੇ ਵਿੱਚ। ਹੈਲੋ, ਮੈਂ ਜੋ ਪੁੱਛ ਰਿਹਾ ਤੁਸੀਂ ਉਸ ਦਾ ਜਵਾਬ ਦਿਓ। ਤੁਹਾਡੀ ਵਾਈਫ ਕਦੋਂ ਕੈਨੇਡਾ ਗਈ ਹੈ ਵਿਆਹ ਤੋਂ ਬਾਅਦ? ਵਿਆਹ ਤੋਂ ਬਾਅਦ ਸਰ ਇਹ ਗਈ ਆ 2/8/21 ਨੂੰ ਜੀ। 2/8/21 ਨੂੰ ਤੁਸੀਂ 에ਅਰਪੋਰਟ ਤੇ ਡ੍ਰੌਪ ਕਰਨ ਗਏ ਹੋ? ਹਾਂਜੀ ਮੈਂ ਗਿਆ ਜੀ। ਕਿਹੜੀ 에ਅਰਪੋਰਟ ਤੇ ਛੱਡਣ ਗਏ ਸੀ? ਕੌਣ ਕੌਣ ਗਏ ਸੀ? ਦਿੱਲੀ ਮੈਂ ਗਿਆ ਸੀ ਜੀ, ਮੇਰਾ ਸਾਲਾ ਸਤਵਿੰਦਰ ਸਿੰਘ ਗਿਆ ਸੀ ਜੀ, ਇੱਕ ਵੀ ਮੇਰੇ ਜੀਜਾ ਜੀ ਗਏ ਸੀ ਜੀ ਮਨਦੀਪ ਸਿੰਘ। ਇਹਨਾਂ ਦੀ ਮਦਰ, ਤੁਹਾਡੀ ਮਦਰ ਕੋਈ ਨਹੀਂ ਗਿਆ? ਇਹਨਾਂ ਦੀ ਮਦਰ ਵੀ ਉਹ ਸਾਰੇ ਇੱਥੇ ਚੜਾਉਣ ਆਏ ਸੀ। ਇਹਨਾਂ ਦੀ ਮਦਰ ਆਈ ਸੀਗੀ, ਮੇਰੇ ਸਹੁਰਾ ਸਾਹਿਬ ਆਏ ਸੀ ਤੇ ਇਹਨਾਂ ਦੇ ਨਾਨਾ ਜੀ ਵੀ ਆਏ ਸੀ। ਨਾਨਾ ਜੀ ਦਾ ਕੀ ਨਾਮ ਹੈ? ਕਿੱਥੋਂ ਨੇ ਉਹ ਜੋਗਿੰਦਰ ਸਿੰਘ ਨਾਂ ਜੀ, ਉਹ ਫੇਰੋਕੇ ਪਿੰਡ ਤੋਂ ਆ। ਫੇਰੋਕੇ? ਇਹ ਕਿੱਥੇ ਹੈ ਫੇਰੋਕੇ? ਫੇਰੋਕੇ ਇੱਥੇ ਜੀਰੇ 'ਚ ਹੀ ਰਹਿ ਜਾਂਦੇ ਆਪਣਾ। ਨਾਮ ਕੀ ਉਹਨਾਂ ਦਾ? ਜੋਗਿੰਦਰ ਸਿੰਘ। ਕਿੰਨੀ ਉਮਰ ਹੈ ਉਹਨਾਂ ਦੀ? ਜੋਗਿੰਦਰ ਸਿੰਘ। ਹਾਂਜੀ ਕਿੰਨੀ ਉਮਰ ਹੈ ਉਹਨਾਂ ਦੀ? ਉਹਨਾਂ ਦੀ ਹੈਗੀ ਜੀ 70-72 ਸਾਲ ਦੇ ਕਰੀਬ ਜੀ। 72 ਸਾਲ ਦੇ? ਹਾਂਜੀ। ਓਕੇ ਫਾਈਨ। ਸੋ ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਹਾਂਜੀ ਕਿ 21 ਨੂੰ ਤੁਹਾਡੀ ਵਾਈਫ ਕੈਨੇਡਾ ਵਿੱਚ ਆ ਜਾਂਦੇ ਆ, ਕਿੰਨਾ ਸਮਾਂ ਤੁਹਾਡੇ ਨਾਲ ਗੱਲ ਕਰਦੇ ਆ? ਸਰ ਇਹ ਗੱਲ ਮੰਨ ਕੇ ਚੱਲੋ ਵੀ ਜਦੋਂ 13 ਅਗਸਤ ਤੋਂ ਬਾਅਦ ਥੋੜਾ ਜਿਹਾ ਮੈਨੂੰ ਕਰਨ ਲੱਗ ਗਈ ਖਰਾਬ, ਇਹ ਵੀ ਮੇਰਾ ਭਰਾ ਐ ਕਹਿੰਦਾ, ਮੇਰਾ ਭਰਾ ਜਾਓ ਕਹਿੰਦਾ। ਕਿੰਨਾ ਸਮਾਂ ਗੱਲ? ਕੈਨੇਡਾ ਆਣ ਕੇ ਕਿੰਨੇ ਮਹੀਨੇ ਗੱਲ ਕੀਤੀ ਇਹਨੇ? ਸਰ 10 ਅਕਤੂਬਰ ਨੂੰ ਮੈਨੂੰ ਬਲੌਕ ਕਰਤਾ ਜੀ। 10 ਅਕਤੂਬਰ ਨੂੰ? ਕਿੰਨੀ ਡੇਟ ਸੀ ਯਾਦ ਹੈ? 10 ਅਕਤੂਬਰ ਹੀ ਸੀ ਜੀ। 10ਵੇਂ ਮਹੀਨੇ ਦੀ 10 ਤਰੀਕ 2021। ਇਨ ਬਲੌਕ ਕਿੰਨੇ ਮਹੀਨੇ ਗੱਲ ਕੀਤੀ ਟੋਟਲ? 2 ਮਹੀਨੇ? ਹਾਂਜੀ ਬਸ ਇਹੀ 1.5-2 ਮਹੀਨੇ ਗੱਲ ਹੋਈ ਹੈ ਜੀ। ਬਲੌਕ ਕੀਤਾ ਕਾਰਨ ਕੀ ਸੀ? ਬਲੌਕ ਕਰਨ ਦਾ ਸਰ ਜਦੋਂ ਇਹ ਸਾਰਿਆਂ ਤੋਂ ਪਹਿਲਾਂ ਇੱਥੋਂ ਗਈ ਹੈ, ਮੇਰੀ ਸਿਸਟਰ ਨੂੰ ਲੈ ਕੇ ਗਈ ਸੀ ਇੱਥੋਂ 에ਅਰਪੋਰਟ ਤੋਂ। 에ਅਰਪੋਰਟ ਉਸ ਤੋਂ ਬਾਅਦ ਸਰ ਤੁਹਾਡੀ ਸਿਸਟਰ ਰੀਅਲ ਸਿਸਟਰ ਨੇ ਇੱਥੇ? ਹਾਂਜੀ ਮੇਰੀ ਰੀਅਲ ਸਿਸਟਰ ਆਈ 2018 ਤੋਂ ਇੱਥੇ। ਕਿਹੜੇ ਸ਼ਹਿਰ ਚ ਰਹਿੰਦੇ ਨੇ? ਉਹ ਬ੍ਰੈਂਪਟਨ ਹੀ ਹੈ ਜੀ। ਇਹ ਬ੍ਰੈਂਪਟਨ 에ਅਰਪੋਰਟ ਤੇ ਆਏ ਤਾਂ ਕਿਹੜਾ ਕਾਲਜ ਸੀ ਇਹਨਾਂ ਦਾ? ਮੇਰੀ ਸਿਸਟਰ ਦਾ ਜੀ। ਸਿਸਟਰ ਦਾ ਨਹੀਂ ਪੁੱਛ ਰਿਹਾ, ਤੁਹਾਡੀ ਵਾਈਫ ਦਾ। ਤੁਹਾਡੀ ਵਾਈਫ ਪੜ੍ਹਨ ਆਈ ਨਾ? ਲੈਂਪਟਨ ਕਾਲਜ ਸੀ ਜੀ। ਹਾਂਜੀ ਲੈਂਪਟਨ ਕਾਲਜ ਜੀ, ਟੋਰਾਂਟੋ ਵਾਲਾ। ਕਿੰਨੀ ਫੀਸ ਤਾਰੀ ਤੁਸੀਂ? ਫੀਸ ਸਰ ਇਹਨਾਂ ਦੀ ਮੈਂ ਪਹਿਲਾਂ 9 ਲੱਖ ਉਹ ਤਾਰੀ ਸੀਗੀ। ਟੋਟਲ ਕਿੰਨੀ ਤਾਰੀ ਹੈ? ਟੋਟਲ ਸਰ ਮੇਰਾ 24,87,000 ਲੱਗਾ ਜੀ। 24,87,000 ਤੁਸੀਂ ਫੀਸ ਤੇ ਹੋਰ ਕੀ ਕਾਊਂਟ ਕਰ ਰਹੇ ਹੋ? ਸਰ ਵਿੱਚ ਇਹਦੀ ਜਿਹੜੀ ਦੋ ਤਿੰਨ ਦੀ ਟਿਕਟ ਕਰਵਾਈ ਆ, ਬਾਕੀ ਜੋ ਕੁਝ ਵੀ ਸਾਰਾ ਕੁਝ ਵਿੱਚ ਕਾਊਂਟ ਕਰ ਰਹੇ ਹਾਂ ਜੀ ਅਸੀਂ। ਵਿਆਹ ਦਾ ਵੀ ਔਰ ਸੋਨੇ ਦਾ ਵੀ? ਹਾਂਜੀ ਜੋ ਕੁਝ। ਹਾਂਜੀ ਸਰ। ਇਹ 24 ਲੱਖ ਤੁਸੀਂ ਕਿੱਥੋਂ ਲਿਆ ਸੀ? ਇਹ ਸਰ ਅਸੀਂ ਕੁਛ ਤਾਂ ਜ਼ਮੀਨ ਤੇ ਲੋਨ ਲਿਆ, ਕੁਛ ਜ਼ਮੀਨ ਗਹਿਣੇ ਕੀਤੀ ਹੈ ਜੀ। ਬਾਕੀ ਲਿਮਟ ਚੱਕੀ ਵੀ ਆ ਸਰ। ਮੇਰੇ ਡੈਡੀ ਵੀ ਜੌਬ ਕਰਦੇ ਆ ਤੇ ਉਹਨਾਂ ਨੇ ਆਪਦੇ ਵੀ ਸੈਲਰੀ ਸਰਟੀਫਿਕੇਟ ਤੇ ਲੋਨ ਕਰਾਏ ਹੋਏ ਆ ਜੀ। ਤੁਹਾਡੇ ਡੈਡੀ ਜੌਬ ਕੀ ਕਰਦੇ ਆ? ਉਹ ਪੰਜਾਬ ਹੋਮਗਾਰਡ ਚ ਜੌਬ ਕਰਦੇ ਜੀ। ਹੋਮਗਾਰਡ ਵਿੱਚ ਨੇ? ਹਾਂਜੀ। ਕਿੱਥੇ ਡਿਊਟੀ ਹੈ? ਆਪਣਾ ਫਰੀਦਕੋਟ ਏਰੀਆ ਵਿਜੀਲੈਂਸ ਦਫ਼ਤਰ। ਕਿੰਨੀ ਤਨਖਾਹ ਉਹਨਾਂ ਦੀ ਅੱਜ ਕੱਲ? ਉਹਨਾਂ ਦੀ ਹੈਗੀ ਸਰ 31-32 ਹਜ਼ਾਰ ਜੀ। ਕਿੰਨੇ ਸਮੇਂ ਤੋਂ ਆ ਉਹ? ਸਰ ਪਹਿਲਾਂ ਤੋਂ ਹੀ ਆ ਜੀ। ਨਹੀਂ ਪਹਿਲਾਂ ਤੋਂ ਕੀ ਮਤਲਬ? ਕਿੰਨੇ ਸਮੇਂ ਤੋਂ ਜੌਬ ਕਰ ਰਹੇ? ਸਰ ਵੀ ਪੁਰਾਣੇ ਲੱਗੇ ਹੋਏ ਆ ਜੀ। ਪੁਰਾਣੇ ਕਿੰਨੇ ਸਾਲਾਂ ਤੋਂ? ਸਰ ਉਹ ਤਾਂ ਮੰਨ ਕੇ ਚੱਲੋ ਹੁਣ ਮੇਰੇ ਜਨਮ ਤੋਂ ਵੀ ਪਹਿਲਾਂ ਦੇ ਭਰਤੀ ਹੋਏ ਵੇ ਆ ਜੀ ਸਿੱਧੇ। ਸੋ ਤੁਹਾਡਾ ਇਨਕਮ ਸੋਰਸ ਕਿਹੜੇ ਸਾਲ ਚ ਭਰਤੀ ਤੁਹਾਡੀ ਹੋਇਆ? ਕਾਸਟ ਕਿਹੜੀ ਹੈ? ਅਸੀਂ ਜੱਟ ਸਿੱਖ ਹਾਂ ਜੀ। ਤੁਹਾਡੀ ਵਾਈਫ? ਇਹ ਵੀ ਜੱਟ ਸਿੱਖ ਹੈ ਜੀ। ਗੁਰਪ੍ਰੀਤ ਜੀ ਇਹਨਾਂ ਦੀ ਵਾਈਫ ਦੀ ਤਸਵੀਰ ਲਾਓ, ਜਿਹੜੀ ਮੈਰਿਜ ਦੀ ਫੋਟੋ ਆ ਉਹ ਲਗਾਓ, ਕਿ ਕੁੜੀ ਦੀ ਸਾਫ਼ ਤਸਵੀਰ ਨਹੀਂ ਦੱਸ ਰਹੀ। ਓਕੇ, ਤੁਹਾਡਾ ਫਿਰ ਡਿਸਪਿਊਟ ਕਿਹੜੀ ਗੱਲ ਤੋਂ ਪੈਦਾ ਹੋਇਆ? ਡਿਸਪਿਊਟ ਤਾਂ
ਸਰ ਵੀ ਸਾਡਾ ਮੰਨ ਕੇ ਚੱਲੋ ਜਦੋਂ ਨਾ ਮੇਰੇ ਸਹੁਰਾ ਪਰਿਵਾਰ ਆਪਦੀ ਇੰਟਰਫੇਰੈਂਸ ਸਭ ਤੋਂ ਵੱਧ ਕਰਨ ਲੱਗ ਪਿਆ ਵੀ ਗੁਰਵੀਨ ਕੌਰ ਵੀ ਉੱਥੇ ਜਾ ਕੇ ਵੀ ਜਿਹੜੀ ਗੱਲ ਮੰਨ ਕੇ ਚੱਲੋ ਵੀ ਹੁਣ ਇੱਥੇ ਕ੍ਰੈਡਿਟ ਕਾਰਡ ਬਣਾਉਣ ਤੋਂ ਸਾਰਿਆਂ ਤੋਂ ਪਹਿਲਾਂ ਇਹਨੇ ਕਹਿਣ ਲੱਗ ਵੀ ਮੈਂ ਨਹੀਂ ਬਣਾਉਣਾ। ਫਿਰ ਇਹਨੇ ਮੇਰੀ ਸਿਸਟਰ ਨੇ ਜੀ ਆਪਦੇ ਕ੍ਰੈਡਿਟ ਕਾਰਡ ਤੇ ਇਹਨੂੰ ਸਿਮ ਲੈਤਾ। ਇਹਨਾਂ ਨੇ ਜੀ ਮੇਰੀ ਸਿਸਟਰ ਵਾਲੇ ਫੋਨ ਦੇ ਵਿੱਚ ਆਪਦੀ ਮੇਲ ਆਈਡੀ ਪਾਤੀ ਵੀ ਆਪਦੇ ਬ੍ਰਦਰ ਵਾਲੀ ਜੀ, ਜੋ ਮੇਰੀ ਸਿਸਟਰ ਦਾ ਮੰਨ ਕੇ ਚਲੋ ਅਕਾਊਂਟ ਅਟੈਚ ਸੀਗਾ, ਸਾਰਾ ਕੁਝ ਸੀਗਾ, ਉਹ ਮੇਰਾ ਜਿਹੜਾ ਸਾਲਾ ਬਾਹਰ ਰੁਪਿੰਦਰ ਸਿੰਘ ਅਮਰੀਕਾ ਦੇ ਵਿੱਚ ਉਹ ਵੇਖਣ ਲੱਗ ਗਿਆ ਜੀ। ਜਦ ਫਿਰ ਸਾਰਾ ਇਹ ਨਿੱਕੀ ਨਿੱਕੀ ਗੱਲ ਦੇ ਵਿੱਚ ਮੈਨੂੰ ਸਬਜ਼ੀ ਦੇ ਵਿੱਚ ਮਿਰਚਾਂ ਮੈਨੂੰ ਆਇਆ ਜਿਉਂ ਆ, ਬਸ ਇਹ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਕਰਨ ਲੱਗ ਗਈ, ਜਿਵੇਂ ਇਹਦੀ ਮਾਤਾ ਕਹੀਗੀ ਉਵੇਂ ਕਰੀ ਗਈ ਜੀ ਇਹ। ਓਕੇ, ਹਾਂਜੀ। ਸੋ ਉਸ ਤੋਂ ਬਾਅਦ ਉਹ ਤਾਂ ਠੀਕ ਹੈ, ਪਰ ਡਿਸਪਿਊਟ ਕਿਸ ਗੱਲੋਂ ਤੁਹਾਨੂੰ ਇਹਨੇ ਬਲੌਕ ਕਰ ਦਿੱਤਾ? ਡਿਸਪਿਊਟ ਸਰ ਜਦੋਂ ਇਹ ਮੈਨੂੰ ਇੱਥੋਂ ਤੱਕ ਕੰਮ ਹੋ ਗਿਆ ਜੀ ਵੀ ਮੈਂ 8-9 ਦਿਨ ਘਰ ਵੀ ਨਹੀਂ ਦੱਸਿਆ ਵੀ ਮੇਰੇ ਨਾਲ ਵੀ ਉਹ ਲੜੀ ਜਾਂਦੀ ਹੈ। ਕਿਹੜੀ ਗੱਲ ਤੋਂ ਲੜਾਈ ਹੋਈ ਤੁਹਾਡੀ? ਇਹਨੇ ਲੜਾਈ ਸਭ ਤੋਂ ਪਹਿਲਾਂ ਇਹ ਹੋਈ, ਇਹਨੇ ਜਦੋਂ ਇੱਥੋਂ ਗਈ ਥੋੜੇ ਜਿਹੇ ਦਿਨਾਂ ਬਾਅਦ ਉੱਥੇ ਸਬਜ਼ੀ ਅੱਡ ਕਰ ਲਈ, ਕਹਿੰਦੀ ਮੈਂ ਸਬਜ਼ੀ ਨਹੀਂ ਬਣਾਉਣੀ ਵੀ ਮੈਂ ਤੁਸੀਂ ਮਿਰਚਾਂ ਵੱਧ ਪਾਉਣੇ 5-6 ਕੁੜੀਆਂ ਨੂੰ ਕਹਿੰਦੀ। ਮੈਂ ਵੀ ਕਹਤਾ ਵੀ ਚੱਲ ਤੂੰ ਕੋਈ ਚੱਕਰ ਨਹੀਂ, ਜਿਵੇਂ ਤੈਨੂੰ ਸੂਤ ਆਉਂਦਾ ਤੂੰ ਉਵੇਂ ਕਰ ਲਾ। ਉਸ ਤੋਂ ਬਾਅਦ ਸਾਰਾ ਇਹ ਜਿਹੜੀ ਹੁਣ ਮੰਨ ਕੇ ਚੱਲੋ ਵੀ ਇਹ ਕਹਿੰਦੀ ਵੀ ਮੈਨੂੰ ਆਪਦੀ ਸਿਸਟਰ ਵਾਲੀ ਮੇਲ ਤੇ ਆਈਡੀ ਤੇ ਉਹਦਾ ਪਾਸਵਰਡ ਦੇ, ਪਰਸਨਲ ਆਈਡੀ ਦਾ ਮੇਰੇ ਕੋਲ ਸਰ ਉਹਦੇ ਵਿਦ ਪ੍ਰੂਫ ਪਏ ਆ ਵੀ ਜਿਹੜੇ ਇਹਨੇ ਮੰਗੇ ਆ। ਸਰ ਹੁਣ ਪਰਸਨਲ ਆਈਡੀ ਕੌਣ ਦੇ ਸਕਦਾ ਕਿਉਂਕਿ ਉਹਦੇ ਅਕਾਊਂਟ ਦਾ ਸਾਰਾ ਕੁਝ। ਮਿਸਟਰ ਜੋ ਮੈਂ ਇਹਨਾਂ ਦੀ ਤਸਵੀਰ ਲਾਓ ਜਿਹੜੀ ਗੁਰਪੇਸ਼, ਇਹਨਾਂ ਦੀ ਮੈਰਿਜ ਦੀ ਫੋਟੋ ਲਾਓ ਜਿਹੜੀ ਕਿ ਇਹਨਾਂ ਦੀ ਮੈਰਿਜ ਤਸਵੀਰ ਹੈ ਉਹ ਲਾਓ, ਕਿਉਂਕਿ ਕੁੜੀ ਦੀ ਸਾਫ਼ ਤਸਵੀਰ ਦੱਸੇ। ਐਨੀਵੇ ਕੁੱਲ ਮਿਲਾ ਕੇ ਤੁਸੀਂ ਪੁਲਿਸ ਨੂੰ ਕੌਣ ਕੇਸ ਕਿਹੜੇ ਥਾਣੇ ਦਿੱਤਾ ਤੇ ਚਾਰਜ ਕੀ ਲੱਗੇ ਨੇ? ਅਸੀਂ ਜੀ ਇੱਥੇ ਫਰੀਦਕੋਟ ਦਿੱਤਾ ਹੋਇਆ ਜੀ, ਇਹਨਾਂ ਤੇ 1-420। ਫਰੀਦਕੋਟ ਕਿੱਥੇ? ਐਸਐਸਪੀ ਕੋ ਕੇਸ ਜਾਂ ਡਿਪਟੀ ਕੋਲ ਹੈ ਜਾਂ ਤੁਹਾਡੇ ਥਾਣੇ ਚ ਕੇਸ ਹੈ ਇਹ? ਸਰ ਪਹਿਲਾਂ ਅਸੀਂ ਡਿਪਟੀ ਸਾਹਿਬ ਕੋਲੇ ਦਿੱਤਾ ਸੀਗਾ, ਉੱਥੋਂ ਹੀ ਪਰਚਾ ਹੋਇਆ ਜੀ ਇਹਨਾਂ ਤੇ। ਹੁਣ ਹਾਂਜੀ ਐਸਐਸਪੀ ਸਾਹਿਬ ਤੋਂ ਮਾਰਕ ਹੋ ਕੇ ਗਿਆ ਸੀ ਡਿਪਟੀ ਸਾਹਿਬ ਕੋਲੇ। ਆਈ ਨੋ। ਤੁਹਾਡਾ ਥਾਣਾ ਕਿਹੜਾ ਹੈ? ਥਾਣਾ ਹੀ ਆਪਣਾ ਇੱਥੇ ਸਾਨੂੰ ਪੈਂਦਾ ਦਾ ਵੈਸੇ ਸਦਰ ਆ, ਤੇ ਹੁਣ ਸਿਟੀ ਦੇ ਵਿੱਚ ਕੱਟਿਆ ਗਿਆ ਜੀ ਪਰਚਾ। ਓਕੇ, ਡਿਪਟੀ ਸਾਹਿਬ ਕੌਣ ਸੀ? ਦਵਿੰਦਰ ਸਿੰਘ ਸੀ। ਹੁਣ ਉਹ ਉੱਥੇ ਮੌਜੂਦਾ ਐਸਐਸਪੀ ਨੇ ਡੀਐਸਪੀ ਨੇ? ਨਹੀਂ ਸਰ ਹੁਣ ਦਾ ਮੈਨੂੰ ਪਤਾ ਨਹੀਂ ਜੀ ਉਹਨਾਂ ਦਾ। ਕਦੋਂ ਪਰਚਾ ਕੱਟਿਆ ਗਿਆ ਹੈ ਇਹ? ਸਰ 9/4 ਨੂੰ ਕੱਟਿਆ ਗਿਆ ਜੀ। 9/4 ਕੀ 22? ਹਾਂਜੀ 9/4/22 ਨੂੰ ਜੀ। ਕਿਹੜੇ ਚਾਰजेस ਕੀ ਲਾਏ ਨੇ? ਇੱਕ ਤਾਂ ਸਰ ਇਹਨਾਂ ਤੇ 420 ਜੀ, ਤੇ ਇੱਕ 506 ਤੇ 120 ਡੀ। 120 ਡੀ? ਹਾਂਜੀ। ਤੇ ਇਹਨਾਂ ਦੀ ਜ਼ਮਾਨਤਾਂ ਹੋ ਚੁੱਕੀਆਂ? ਨਹੀਂ ਸਰ ਇਹਨਾਂ ਨੇ ਪਹਿਲਾਂ ਤਾਂ ਫਰੀਦਕੋਟ ਜ਼ਮਾਨਤਾਂ ਲਾਈਆਂ ਸੀਗੀਆਂ, ਜ਼ਮਾਨਤਾਂ ਇੱਥੋਂ ਖਾਰਜ ਹੋ ਗਈਆਂ ਜੀ। ਕਿਹਦੇ ਉੱਪਰ ਪਰਚਾ ਦਰਜ ਹੋਇਆ? ਪਰਚਾ ਜੀ ਇਹਨਾਂ ਤੇ ਹੋਇਆ ਮੇਰੇ ਸਹੁਰਾ ਸਾਹਿਬ ਵਿਸਾਖਾ ਸਿੰਘ ਜੀ, ਮੇਰੀ ਸੱਸ ਕਰਮਜੀਤ ਕੌਰ ਤੇ ਸਾਲਾ ਸਤਵਿੰਦਰ ਸਿੰਘ ਜੀ, ਤੇ ਨਾਨਾ ਸਹੁਰਾ ਜੋਗਿੰਦਰ ਸਿੰਘ ਜੀ, ਤੇ ਮੇਰੀ ਵਾਈਫ ਗੁਰਵੀਨ ਕੌਰ ਜੀ। ਨਹੀਂ, ਵਿਸਾਖਾ ਸਿੰਘ ਤੇ ਹੋਣਾ, ਕਰਮਜੀਤ ਤੇ ਹੋਣਾ, ਸਾਲੇ ਤੇ ਵੀ ਕੀਤਾ? ਹਾਂਜੀ ਇਹਨਾਂ ਤੇ ਵੀ ਸਾਰਿਆਂ ਤੇ ਹੀ ਹੈ ਜੀ। ਨਹੀਂ, ਪਰ ਤੁਹਾਡੇ ਨਾਨਾ ਤੇ ਕਿਉਂ ਕਰਾਇਆ? ਨਾਨਾ ਜੀ ਕੋਲੇ ਸਰ ਜਦੋਂ ਅਸੀਂ ਇੱਥੇ ਨਾ 2 ਮਹੀਨੇ ਇਹਨਾਂ ਦੀਆਂ ਬਹੁਤ ਮਿਹਨਤਾਂ ਕੱਢੀਆਂ ਜੀ ਅਸੀਂ। ਨਹੀਂ, ਨਾਨੇ ਦਾ ਕੀ ਕਸੂਰ ਹੈ? ਹੋਲਡ ਔਨ 1 ਸੈਕਿੰਡ। ਹਾਂਜੀ, ਨਾਨੇ ਦਾ ਕੀ ਕਸੂਰ ਹੈ ਇਸ ਮੈਰਿਜ ਵਿੱਚ? ਨਾਨੇ ਦਾ ਕਸੂਰ ਸਰ ਤੁਹਾਨੂੰ ਮੈਂ ਦੱਸਦਾ। ਨਾਨਾ ਜੀ ਕੋਲੇ ਜਦੋਂ ਅਸੀਂ ਹੋਲਡ ਔਨ 1 ਸੈਕਿੰਡ। ਸੋ ਸਭ ਨੇ ਤਸਵੀਰ ਲਾਓ ਵਿਸਾਖਾ ਸਿੰਘ ਦੀ ਔਰ ਕਰਮਜੀਤ ਕੌਰ ਦੀ, ਔਰ ਮੈਂ ਕਿਹਾ ਕਿ ਕੋਈ ਨਾ ਕੋਈ ਤਸਵੀਰ ਸਾਂਝੀ ਹੋਊਗੀ। कृपया कम टू माइक प्लीज। जी बस आप हाँ जी, इन्होंने तस्वीरें भेजियां, एक परिवार दी एक फोटो है, सारे दी परिवार दी? हाँ जी हैगी जी, वो लाउने जी। पर नाने ने तुसी क्यों घड़ीसिया मतलब इस अवस्था दे विच, इस उम्र दे विच उन्हां दा की कसूर है? सर इसे गल दा तां सारा फर्क है जी। ਅਸੀਂ ਨਾਨਾ ਜੀ ਕੋਲੇ ਗਏ ਸੀ, ਅਸੀਂ ਆਖਿਆ ਨਾਨਾ ਜੀ ਵੀ ਤੁਹਾਡੇ ਉਹ ਧੀ ਜਵਾਈ ਆ, ਤੁਸੀਂ ਸਮਝਾਓਗੇ ਉਹ ਸਮਝ ਜਾਣਗੇ, ਸਾਡਾ ਘਰ ਵਸਿਆ ਰਹਿ ਜੂਗਾ ਜੀ। ਅਸੀਂ ਇੱਥੋਂ ਮੈਂ ਤੇ ਮੇਰੇ ਫਾਦਰ ਸਾਹਿਬ ਸ਼ਾਮ ਨੂੰ ਇੱਕ ਦਿਨ ਗਏ, ਅਸੀਂ ਮੈਂ ਕਾਲ ਕਰਕੇ ਗਏ, ਮੈਂ ਕਿਹਾ ਨਾਨਾ ਜੀ ਅਸੀਂ ਤੁਹਾਡੇ ਕੋਲੇ ਆਉਣੇ ਆ, ਤੁਸੀਂ ਉਹਨਾਂ ਨੂੰ ਸਮਝਾਓ। ਸਾਨੂੰ ਕਹਿੰਦੇ ਆ ਜਾਓ। ਜਦੋਂ ਸਾਰਾ ਅਸੀਂ ਫੇਰ ਹੋ ਕੇ ਜਾ ਵੜੇ ਜੀ, ਉਹ ਜਿੰਦਰਾ ਵਾਲਾ ਕੇ ਘਰੋਂ ਨਿਕਲ ਗਏ ਜੀ ਪਹਿਲੇ ਦਿਨ। ਜਦੋਂ ਸਾਰਾ ਅਸੀਂ ਫੇਰ ਇੱਕ ਦਿਨ ਚਾਣ ਚੱਕ ਜਾ ਵੜੇ, ਅਸੀਂ ਸਰ ਉੱਥੇ ਸਾਨੂੰ ਉਹਨੇ 10 ਮਿੰਟ ਨਹੀਂ ਬਹਿਣ ਦਿੱਤਾ ਜੀ। ਸਾਨੂੰ ਕਹਿੰਦਾ ਵੀ ਸਾਡੀ ਕੁੜੀ ਨੇ ਬਾਹਰ ਜਾਣਾ ਸੀ, ਜਾ ਵੜੀਏ, ਤੁਸੀਂ ਕੀ ਪੱਟ ਲਓਗੇ? ਕਹਿੰਦਾ। ਕੌਣ ਕਹਿੰਦਾ?
ਇਹਦਾ ਨਾਨਾ ਜੀ ਜੋਗਿੰਦਰ ਸਿੰਘ, ਉਹ ਸਰ ਕੋਈ 72 ਸਾਲ ਦਾ, ਆਪਾਂ ਮੈਂ ਜ਼ਰੂਰ ਮੰਨਦਾ ਵੀ 72 ਸਾਲ ਦਾ ਜੀ ਉਹ, ਪਰ ਉਹ ਪਹਿਲਾਂ ਕਈਆਂ ਕੰਟਰੀਆਂ 'ਚ ਬਾਹਰ ਅੰਦਰ ਜਾ ਕੇ ਆਇਆ ਜੀ। ਨਹੀਂ, ਪਰ ਮੈਨੂੰ ਦੱਸੋ, ਆਈ ਐਮ ਨੋਟ ਐਗਰੀ ਵਿਦ ਦੈਟ ਕਿ ਤੁਸੀਂ ਕਿਸੇ ਹੱਦ ਤੱਕ ਇਸ ਮੈਟਰ ਨੂੰ ਲਿਜਾ ਸਕਦੇ ਹੋ ਕੋਰਟ ਦੇ ਵਿੱਚ। ਮੈਂ ਇਸ ਗੱਲ ਨਾਲ ਬਿਲਕੁਲ ਐਗਰੀ ਨਹੀਂ ਹੈ ਕਿ ਤੁਸੀਂ ਇੱਕ 72 ਸਾਲ ਦੀ ਉਮਰ ਦੇ ਨਾਨੇ ਨੂੰ ਇਨਵੋਲਵ ਕਰ ਰਹੇ ਹੋ। ਫॉर व्हाट? ਹਾਂਜੀ, ਸਾਰਾ ਉਹਦਾ ਮੰਨ ਕੇ ਚੱਲੋ ਵੀ ਜਦੋਂ ਇੱਥੇ ਆਇਆ ਉਦੋਂ ਵੀ ਦੋਸ਼ੀ ਪਾਇਆ ਗਿਆ ਜੀ। ਉਹ ਦੋਸ਼ੀ ਕੱਚ ਪਾਇਆ ਗਿਆ? ਉਹ ਕਿਉਂਕਿ ਸਾਰਿਆਂ ਤੋਂ ਜਦੋਂ ਉਹ ਚੜਾਉਣ ਆਇਆ ਜੀ ਉਦੋਂ ਵੀ ਵਿੱਚ ਸੀਗਾ ਜੀ, ਜੋ ਗੱਲਬਾਤ ਹੁੰਦੀ ਸੀ ਸਾਰੀ ਉਹਨੂੰ ਅਸੀਂ ਦੱਸੀ ਸੀ। ਉਹ ਸਾਨੂੰ ਬਹੁਤ ਮੰਦਾ ਚੰਗਾ ਬੋਲੇ। ਹੋਲਡ ਔਨ ਤੁਹਾਨੂੰ ਥ੍ਰੈਟ ਕੀਤਾ? ਹਾਂਜੀ, ਉਹ ਸਾਨੂੰ ਕਹਿੰਦਾ ਤੁਸੀਂ ਕੀ ਕਰ ਲਓਗੇ, ਕਹਿੰਦਾ ਸਾਡੀ ਕੁੜੀ ਜਿੱਥੇ ਮਰਜ਼ੀ ਤੁਰੀ ਫਿਰੇ, ਕਹਿੰਦਾ ਤੁਹਾਨੂੰ ਤਕਲੀਫ ਕੀ ਆ? ਆਈ ਨੋ ਮੈਨੂੰ ਕਾਲ ਤੇ ਆਖੀ ਜੀ ਉਹਨੇ ਗੱਲ ਦਿਸ ਇਜ਼ ਡਿਫਰੈਂਟ। ਇਹ ਵਰਬਲੀ ਗੱਲਾਂ ਹੋਣੀਆਂ, ਇਹ ਠੀਕ ਹੈ, ਮੈਂ ਮੰਨਦਾ ਆਪਸ ਵਿੱਚ ਇਹ ਪ੍ਰੋਬਲਮ ਆ, ਪਰ ਆਈ ਡੋਂਟ ਐਗਰੀ ਵਿਦ ਦੈਟ ਕਿ ਤੁਸੀਂ ਇੱਕ 72 ਸਾਲ ਦੇ ਬਜ਼ੁਰਗ ਨਾਨੇ ਨੂੰ ਇਸ ਕੇਸ ਵਿੱਚ ਘੜੀਸੋ। ਠੀਕ ਹੈ, ਮਾਂ ਪਿਓ ਬ੍ਰਦਰ ਇਜ਼ ਓਕੇ ਫਾਈਨ, ਤੁਹਾਡੀ ਵਾਈਫ ਤੇ ਪਰਚਾ ਹੋਣਾ ਬਹੁਤ ਜ਼ਰੂਰੀ ਹੈ, ਪਰ ਨਾਨੇ ਨੂੰ ਵਿੱਚ ਲਿਆਉਣਾ ਆਈ ਐਮ ਨੋਟ ਐਗਰੀ। ਇਸ ਗੱਲ ਤੇ ਮੈਂ ਐਗਰੀ ਨਹੀਂ ਕਰਦਾ ਤੁਹਾਡੇ ਨਾਲ। ਸਰ ਨਾਨੇ ਨੇ ਵੀ ਪਹਿਲਾਂ ਜ਼ਿੰਮੇਵਾਰੀ ਲਈ ਸੀ ਜੀ, ਫਿਰ ਉਸ ਤੋਂ ਬਾਅਦ ਸਾਰੀ ਗੱਲ ਤੋਂ ਮੁੱਕਰ ਗਿਆ ਜੀ। ਇਹ ਮੈਟਰ ਨਹੀਂ, ਜੋ ਤੁਸੀਂ ਕਹੋਗੇ ਅਸੀਂ ਉਹੀ ਗੱਲ ਤੁਹਾਡੀ ਸੁਣਨੀ ਹੈ। ਕਿਸੇ ਦੀ ਹੱਦ ਹੈ। ਗੁਰਪ੍ਰੀਤ ਜੀ, ਕਮ ਟੂ ਮਾਈਕ 1 ਸੈਕਿੰਡ, ਕਿਉਂਕਿ ਫਰਾਡ ਜਿਹੜਾ ਆ ਉਹ ਤੁਹਾਡੀ ਵਾਈਫ ਨੇ ਕੀਤਾ ਆ ਅਤੇ ਇਨਵੋਲਵ ਜਿਹੜੇ ਮਾਂ-ਬਾਪ ਹੈ, ਮੈਂ ਮੰਨਦਾ ਆ, ਬਟ ਤੁਸੀਂ ਗਾਂ ਜਿਹੜੀ ਤੁਹਾਡੀ ਸੈਕੰਡ ਫੈਮਿਲੀ ਆ ਉਹਨੂੰ ਇਨਵੋਲਵ ਕਰ ਰਹੇ ਹੋ। ਆਈ ਡੋਂਟ ਨੋ ਕਿ ਤੁਸੀਂ ਕਿਸ ਪ੍ਰੈਸ਼ਰ ਹੇਠ ਆਣ ਕੇ ਪੁਲਿਸ ਵਾਲਿਆਂ ਨੇ ਚਾਰਜ ਕੀਤਾ ਵਿਅਕਤੀ। ਨਹੀਂ ਸਰ ਇਹ ਉੱਥੇ ਪਹਿਲਾਂ ਰਹਿੰਦਾ ਵੀ ਰਿਹਾ ਜੀ। ਇਹ ਸਾਰੀ ਇਹਨਾਂ ਦੀ ਪਰਿਵਾਰ ਦੀ ਇੱਕ ਹੀ ਗੱਲ ਆ ਜੀ। ਨੋ, ਆਈ ਡੋਂਟ ਐਗਰੀ ਵਿਦ ਦੈਟ। ਮੇਰਾ ਨਾਨਾ ਐਨੀਵੇ, ਨੋ, ਦੈਟਸ ਨਾਟ ਰਾਈਟ। ਇਹ ਕਾਰਨ ਹੈ ਕਿ ਸਾਡੇ ਤੁਸੀਂ ਕਿਸੇ ਪ੍ਰੈਸ਼ਰ ਹੇਠ ਆਣ ਕੇ ਪ੍ਰੈਸ਼ਰ ਪਵਾ ਕੇ ਇਹ ਚਾਰਜਸ ਲਵਾਏ ਨੇ ਅਤੇ ਚਾਰਜਸ ਜਿਹੜੇ ਨੇ ਡਿਸਮਿਸ ਹੋਣਗੇ ਕੋਰਟ ਦੇ ਵਿੱਚ। ਜੱਜ ਸਾਹਿਬ ਵੀ ਮੇਰੇ ਖਿਆਲ ਕਿ 72 ਸਾਲ ਦੀ ਉਮਰ ਵਿੱਚ ਨਾਨੀ ਨੂੰ ਕਿਉਂ ਇਸ ਦੀ ਲਪੇਟ ਵਿੱਚ ਲਿਆ ਰਿਹਾ ਪੁਲਿਸ ਵਾਲੇ, ਆਈ ਡੋਂਟ ਨੋ ਵਾਈ। ਸਰ ਪ੍ਰੋਬਲਮ ਤੁਹਾਡੀ ਵਾਈਫ ਦੀ ਤੁਹਾਡੇ ਨਾਲ ਆ, ਤੁਹਾਡੇ ਸੱਸ ਸਹੁਰੇ ਇੰਟਰਵੀਨ ਹੈ, ਬਟ ਨਥਿੰਗ ਟੂ ਡੂ ਵਿਦ ਯੂਰ ਨਾਨਾ। ਆਈ ਐਮ ਨੋਟ ਐਗਰੀ ਵਿਦ ਦੈਟ। ਮੈਂ ਲੋਕਾਂ ਨੂੰ ਪੁੱਛ ਲੈਂਦਾ ਬਹੁਤ ਜਲਦੀ ਕੀ ਖਿਆਲ ਤੁਹਾਡਾ। ਮਿਸਟਰ ਸਿੱਧੂ, ਜੇ ਆਪਾਂ ਗੱਲ ਕਰੀਏ ਲੀਗਲ ਤੌਰ ਤੇ ਕੀ ਇਹ ਜਾਇਜ਼ ਹੈ? ਜੇ ਕਾਨੂੰਨ ਨੇ ਕੋਈ ਪਰਚਾ ਕੀਤਾ ਜੀ, ਇਹਨਾਂ ਨੇ ਕੋਈ ਦਿੱਤਾ ਹੋਊਗੀ ਵਜ੍ਹਾ ਖਾਸ ਕਿ ਉਹਨਾਂ ਤੇ ਪਰਚਾ ਉਹਨਾਂ ਨੇ ਕੀਤਾ, ਕਾਨੂੰਨ ਸਹੀ ਕਰਦਾ ਜੀ ਆਲਵੇਜ਼ ਇੰਡੀਆ ਦੇ ਵਿੱਚ। I don't understand. Mr. What's cooking? ਕੁੱਕ ਤਾਂ ਇਹਨਾਂ ਨੂੰ ਪਤਾ ਹੋਣਾ ਜੀ ਕਿ ਕਾਹਦਾ ਇਹੋ ਜਿਹਾ ਤੜਕਾ ਲਾਤਾ ਕਿ ਵਿੱਚੇ ਨਾਨਾ ਰਗੜ ਲਿਆ। ਪਰ ਨਾਨੇ ਨੇ ਜੇ ਕੋਈ ਪੱਟਣ ਪਟਾਉਣ ਵਾਲੀ ਗੱਲ ਕੀਤੀ ਆ ਉਹਨੂੰ ਇੰਨਾ ਸੀਰੀਅਸ ਨਾ ਲਓ, ਗੁੱਡੀ ਤੱਕ ਰੱਖੋ। ਇਹ ਤੁਹਾਡਾ ਕੇਸ ਉਹੀ ਹੈ ਜੀ ਜਿਹਦੇ ਤੁਹਾਡੇ ਡੈਡੀ ਕਹਿੰਦੇ ਸੀ ਕੁੜੀ ਨੇ ਬਾਹ ਖੜੀ ਕਰਕੇ ਕਿਹਾ, ਕਹਿੰਦੀ ਵੀ ਪਟ ਲਊਗੀ, ਪਟਨਾ ਮੈਂ ਪਹੁੰਚ ਗਈ। ਹਾਂਜੀ ਸਰ, ਉਹੀ ਹੈ ਜੀ। ਇਹ ਸਾਰੇ ਗਲਤ ਜਿਹਾ ਤੁਰੇ ਫਿਰਦੇ, ਇਹ ਸੋ ਚੰਗਾ ਨਹੀਂ ਲੱਗਦਾ। ਇਸ ਲੜਕੀ ਦੀ ਕੋਈ ਹੋਰ ਤਸਵੀਰ ਹੈ ਮਿਸਟਰ ਸਿੱਧੂ? ਇਹਨਾਂ ਨੇ ਆਹੀ ਭੇਜੀਆਂ ਜੀ, 2-3 ਉਹ ਸਾਰੀਆਂ ਲਾ ਚੁੱਕੇ ਆ ਬਸ। ਤੇ ਇੱਕ ਬਰਫ਼ 'ਚ ਖੇਡਦੀ ਕੁੜੀ ਦੀ ਲੱਗੀ ਹੈ ਜੀ, ਇਹ ਨਿਕਤਾਂ ਨੇ ਲਾਤੀ। ਅਸੀਂ ਸਾਡੇ ਕੋਲ ਹੋਰ ਕਲੀਅਰ ਪਿਕਚਰ ਹੈ ਕੋਈ ਲੜਕੀ ਦੀ? ਨਹੀਂ ਸਰ ਇਹ ਵੀ ਜੇ ਵੀ ਹੋਰ ਮੇਰੇ ਕੋਲ ਹੋਣਗੀਆਂ, ਮੈਂ ਹੁਣ ਕਾਲ ਤੇ ਇਸੇ ਮੋਬਾਈਲ ਦੇ ਵਿੱਚ ਹੀ ਹੈ ਜੀ, ਮੈਂ ਬਾਅਦ ਚ ਭੇਜ ਸਕਦਾ ਜੀ। ਸੋ ਹੁਣ ਤੁਹਾਡਾ ਕੀ ਇਹਨਾਂ ਨੇ ਜ਼ਮਾਨਤਾਂ ਕਰਾ ਲਈਆਂ ਤੇ ਤੁਹਾਡੀ ਡਿਮਾਂਡ ਕੀ ਹੈ? ਲੜਕੀ ਨੂੰ ਜਵਾਬ ਦਿੱਤਾ? ਨਹੀਂ ਸਰ, ਇਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਈਆਂ ਜੀ ਹਜੇ। ਓਕੇ, ਜ਼ਮਾਨਤ ਦੀ ਮੰਨ ਕੇ ਚਲੋ ਵੀ ਐਕਸੈਪਟ ਹੋਊਗਾ ਵੀ ਹਾਂ ਕਰਾਉਣੀਆਂ, ਹਜੇ ਜਿਹੜਾ ਚਲਾਨ ਨਹੀਂ ਪੇਸ਼ ਹੋਇਆ ਜੀ ਹਜੇ। ਠੀਕ ਹੈ, ਜਿੰਨਾ ਤੁਸੀਂ ਇਸ ਕੇਸ ਨੂੰ ਬਹੁਤ ਵਧਾਓਗੇ, ਐਕਸਪੈਂਡ ਕਰੋਗੇ, ਹਰ ਇੱਕ ਬੰਦੇ ਨੂੰ ਇਨਵੋਲਵ ਕਰੋਗੇ, ਕੇਸ ਤੁਹਾਡਾ ਵੀਕ ਹੋ ਜਾਊਗਾ। ਹਾਂਜੀ ਸਰ। ਤੁਸੀਂ ਸੁਣੋ ਗੱਲ, ਜਿਹੜੇ ਵਕੀਲ ਨੇ ਨਾ ਉਹ ਤਾਂ ਚਾਹੁੰਦੇ ਆ ਕਿ ਸਾਰਾ ਪਿੰਡ ਹੀ ਕਹਿੰਦੇ ਹਾਂਜੀ ਉਹਨੂੰ ਪਾ ਦਿਓ, ਉਹਨੂੰ ਪਾ ਦਿਓ, ਤੁਹਾਨੂੰ ਲਿਖਣਾ ਹੀ ਹੈ। ਉਹਨਾਂ ਨੇ ਪੈਸੇ ਬਣਾਉਣੇ ਆਪਣੇ, ਤੁਹਾਨੂੰ ਸਹੀ ਐਡਵਾਈਸ ਨਹੀਂ ਦਿੰਦੇ। ਸਹੀ ਐਡਵਾਈਸ ਦੇ ਵਿੱਚ ਅਸੀਂ ਇਸ ਸ਼ੋਅ ਦੇ ਵਿੱਚ ਬਿਨਾਂ ਕਿਸੇ ਮਤਲਬ ਤੋਂ ਕਿਸੇ ਵਿਅਕਤੀ ਦੀ ਫੋਟੋ ਟੈਲੀਕਾਸਟ ਕਰਨਾ ਜਾਂ ਕਿਸੇ ਤੇ ਚਿੱਕੜ ਸਿੱਟਣਾ ਜਾਂ ਤੁਸੀਂ ਸਾਨੂੰ ਅਪਰੋਚ ਕੀਤਾ ਅਸੀਂ ਤੁਹਾਡੀ ਹਾਮੀ ਵਿੱਚ ਤੁਹਾਡੀ ਹਾਂ ਵਿੱਚ ਹਾਂ ਭਰਨੀ, ਉਹ ਨਹੀਂ ਸੀ ਭਰਾਂਗੇ। ਜੇ ਤੁਸੀਂ ਗਲਤ ਹੈ ਉੱਥੇ ਗਲਤ ਕਹਾਂਗੇ। ਔਰ ਮੈਂ ਬਿਲਕੁਲ ਵੀ ਇਹ ਜਾਇਜ਼ ਨਹੀਂ ਸਮਝਦਾ ਕਿ ਤੁਸੀਂ 72 ਸਾਲ ਦੇ ਨਾਨੇ ਨੂੰ ਇਸ ਕੰਮ ਦੇ ਵਿੱਚ ਲੈ ਕੇ ਆਏ ਹੋ। ਠੀਕ ਹੈ, ਉਹਦਾ ਪਰਿਵਾਰ ਹੈ, ਉਹਨੇ ਕਿਹਾ ਗੁੱਸੇ ਵਿੱਚ ਤੁਹਾਡੇ ਵੱਲੋਂ ਵੀ ਕੋਈ ਨਾ, ਤੁਹਾਡੇ ਕੋਲ ਕਿਹੜੀ ਐਸੀ ਗਲਤੀ ਹੋਈ ਹੈ ਜਿਹੜੀ ਕਿ ਉਹਨਾਂ ਨੂੰ ਇਹ ਪ੍ਰੋਬਲਮ ਆਈ ਹੈ? ਇਹਨੂੰ ਨਾਨਾ ਜੀ ਨੂੰ ਜੀ ਤੁਹਾਡੇ ਵੱਲੋਂ ਕੋਈ ਐਸੀ ਗਲਤੀ ਹੋਈ ਹੋਵੇ ਕੁੜੀ ਪ੍ਰਤੀ? ਨਹੀਂ ਸਰ, ਸਾਡੇ ਵੱਲੋਂ ਕੋਈ ਨਹੀਂ ਜੀ ਸਰ। ਜਿੰਨਾ ਚਿਰ ਵੀਜ਼ਾ ਕੁੜੀ ਦਾ ਨਹੀਂ ਆਇਆ ਜੀ ਉਹਨਾਂ ਚਿਰ ਸਾਰਾ ਕੰਮ ਸਹੀ ਰਿਹਾ ਜੀ। ਜਦੋਂ ਸਰ ਫਰਵਰੀ ਦੇ ਲਾਸਟ ਤੇ ਵੀਜ਼ਾ ਆ ਗਿਆ ਉਦੋਂ ਬਾਅਦ ਹੀ ਸਾਰਾ ਹੋਣ ਲੱਗ ਗਿਆ ਜੀ। ਹੁਣ ਤੁਸੀਂ ਕਿੰਨੇ ਮਤਲਬ ਤੁਹਾਨੂੰ ਕੁਝ ਅਮਾਉਂਟ ਮਿਲਿਆ ਵੀ ਆ?
ਸਰ ਸਾਨੂੰ ਜੀ ਜੋ ਹਾਈ ਕੋਰਟ ਦੀ ਅਦਾਲਤ ਨੇ ਜੱਜ ਸਾਹਿਬ ਨੇ ਇਹਨਾਂ ਨੂੰ ਜੁਰਮਾਨਾ ਪਾਇਆ ਜੀ ਉਹੀ ਮਿਲਿਆ ਜੀ 1.5 ਲੱਖ ਰੁਪਇਆ ਜੀ। 1.5 ਲੱਖ ਜੁਰਮਾਨਾ ਕਾਹਦਾ ਪਾਇਆ? ਉਹ ਸਰ ਜਦੋਂ ਇਹ ਜ਼ਮਾਨਤਾਂ ਕਰਾਉਣਗੇ ਇਹਨਾਂ ਨੇ ਵੱਖੋ ਵੱਖਰੀਆਂ ਜ਼ਮਾਨਤਾਂ ਲਾਈਆਂ ਸੀ ਜੀ 3 ਦਿਨ। ਪਹਿਲੇ 2 ਦਿਨ ਉਹਨਾਂ ਨੇ ਇਹਨਾਂ ਨੂੰ ਤਰੀਕਾਂ ਦੇ ਦਿੱਤੀਆਂ, ਜਦੋਂ ਤੀਸਰੇ ਦਿਨ ਕੀਤਾ ਫਿਰ ਜੱਜ ਸਾਹਿਬ ਨੇ ਇਹਨਾਂ ਨੂੰ ਆਖਿਆ, ਕਹਿੰਦੇ ਪਹਿਲਾਂ ਵੀ ਅਸੀਂ ਤਾਂ ਸੋਚੀ ਕਿ ਵੀ ਕਿਤੇ ਮੁੰਡੇ ਵਾਲੇ ਤੁਹਾਨੂੰ ਖਰਾਬ ਕਰਦੇ ਆ, ਫਿਰ ਉਹ ਕਹਿੰਦੇ ਵੀ ਨਹੀਂ, ਕਹਿੰਦੇ ਵਾਕਈ ਤੁਸੀਂ ਠੱਗੀ ਮਾਰੀ ਆ ਸਾਰਿਆਂ ਨੇ ਰਲ ਕੇ ਜੀ। ਫਿਰ ਇਹਨਾਂ ਨੂੰ 1.5 ਲੱਖ ਰੁਪਇਆ ਜੁਰਮਾਨਾ ਪਾਇਆ ਜੀ, ਕਹਿੰਦੇ ਵੀ ਤੁਸੀਂ ਮੁੰਡੇ ਦੇ ਨਾਂ ਤੇ ਡੀਡੀ ਡਰਾਫਟ ਬਣਾ ਕੇ ਦਿਓਗੇ ਫਿਰ ਤੁਹਾਡੀਆਂ ਜ਼ਮਾਨਤਾਂ ਹੋਣਗੀਆਂ ਜੀ। ਓਕੇ, ਸੋ ਜੱਜ ਸਾਹਿਬ ਦੀ ਇਹ ਜਜਮੈਂਟ ਹੈ ਤਾਂ ਹਲੇ ਜਿਹੜਾ ਕੇਸ ਆ ਉਹ ਚੱਲਦਾ ਆ? ਹਾਂਜੀ ਸਰ, ਉਹ ਕੇਸ ਹੁਣ ਇੱਥੇ ਚਲਾਨ ਪੇਚੂਗਾ ਫਿਰ ਫਰੀਦਕੋਟ ਚੱਲੂਗਾ ਜੀ। ਇਹ ਹੁਣ ਭਗੌੜਾ ਕਰਾਰ ਨੇ ਸਾਰੇ? ਨਹੀਂ ਸਰ। ਅਸੀਂ ਸਰ ਜਦੋਂ ਮੰਨ ਕੇ ਚਲੋ ਪਰਚਾ ਹੋਇਆ ਉਦੋਂ ਇਹਨਾਂ ਨੇ ਮੇਰੇ ਤੇ ਤੁਹਾਡੀ ਆਵਾਜ਼ ਨਹੀਂ ਆ ਰਹੀ, ਮਾਈਕ ਤੁਹਾਡਾ ਬੰਦ ਹੈ, ਆਵਾਜ਼ ਨਹੀਂ ਸੀ ਆ ਰਹੀ ਮਾਈਕ। ਬਸ ਮਾਈਕ ਇਟਸ ਓਕੇ ਜੀ। ਗੁਰਵੀਨ ਦੀ ਮਦਰ ਲਾਈਨ ਤੇ ਹੈ ਜੀ, ਕਰਮਜੀਤ ਜੀ। ਕਰਮਜੀਤ ਸਤਿ ਸ਼੍ਰੀ ਅਕਾਲ ਜੀ। ਕਰਮਜੀਤ ਅਸੀਂ ਵੈਲਕਮ ਟੂ ਸ਼ੋ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਕੌਣ ਬੋਲ ਰਹੇ ਆਪ ਜੀ? ਵਿਸਾਖਾ ਸਿੰਘ। ਗੁਰਪ੍ਰੀਤ ਜੀ ਥੋੜੇ ਹੈਂਡਲ ਕਰੋ ਪ੍ਰੋਪਰ ਕੇਸ ਨੂੰ, ਕਿਉਂਕਿ ਤੁਸੀਂ ਕਰਮਜੀਤ ਕਹਿ ਰਹੇ ਹੋ, ਕੋਈ ਹੋਰ ਲਾਈਨ ਤੇ ਪੁੱਛੋ ਜਰਾ। ਬਸ ਉਹ ਮੈਨੂੰ ਔਰਤ ਨਾਲ ਹੀ ਗੱਲ ਹੋਈ, ਮੈਂ ਇਸੇ ਲਈ ਕਰਮਜੀਤ ਕੌਰ ਕਿਹਾ ਸੀਗਾ। ਹੁਣ ਵਿਸਾਖਾ ਸਿੰਘ ਗੁੱਡੀ ਦੇ ਡੈਡੀ ਨੇ ਇਹ ਪੁਸ਼ਟੀ ਮੁੰਡਾ ਕਰੂਗਾ। ਮੁੰਡੇ ਦੱਸ ਵੀ ਕੌਣ ਕੀ ਲੱਗਦੇ ਨੇ ਤੇਰੇ ਇਹ ਅੰਕਲ? ਕੌਣ ਜੀ? ਵਿਸਾਖਾ ਸਿੰਘ ਜੀ। ਜੀ ਹਾਂਜੀ, ਇਹ ਮੇਰੇ ਸਹੁਰਾ ਸਾਹਿਬ ਹੈ ਜੀ। ਨਹੀਂ ਇਹ ਆਵਾਜ਼ ਵਿਸਾਖਾ ਸਿੰਘ ਜੀ ਸਤਿ ਸ਼੍ਰੀ ਅਕਾਲ। ਮੇਰੇ ਕੋਲ ਸਰ ਪੂਰੀ ਕਲੀਅਰ ਆਵਾਜ਼ ਹੈ, ਮੈਂ ਨਾਂ ਤੋਂ ਦੱਸਿਆ ਜੀ। ਹੋਲਡ ਔਨ ਇੱਕ ਸੈਕਿੰਡ। ਵਿਸਾਖਾ ਸਿੰਘ ਜੀ ਤੁਸੀਂ ਲਾਈਨ 'ਚ? ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ, ਥੋੜੀ ਉੱਚੀ ਬੋਲੋਗੇ ਆਪ ਜੀ? ਥੋੜੀ ਉੱਚੀ ਬੋਲੋ ਆਪ ਜੀ। ਤੁਹਾਡੀ ਅਸੀਂ ਵਾਈਫ ਨਾਲ ਗੱਲ ਕਰ ਸਕਦੇ ਹਾਂ? ਵਾਈਫ ਨਾਲ ਗੱਲ ਕਰਾਓ। ਵਿਸਾਖਾ ਸਿੰਘ ਦੀ ਸਿਹਤ ਠੀਕ ਨਹੀਂ ਤੁਹਾਡੇ ਸਹੁਰਾ ਸਾਹਿਬ ਦੀ? ਜਦੋਂ ਤਾਂ ਸਰ ਇਹੋ ਜਿਹੀ ਗੱਲ ਹੁੰਦੀ ਹੈ ਉਦੋਂ ਤਾਂ ਨਹੀਂ ਇਹ ਠੀਕ ਹੁੰਦੇ ਜੀ। ਜਦੋਂ ਮੰਨ ਕੇ ਚੱਲੋ ਵੀ ਘਰੇ ਆ ਇਹ ਵਧਗਾ ਹੁੰਦੇ ਆ, ਫਿਰ ਖਾਪੀਆਂ ਪੂਰੀਆਂ ਵੱਜਦੀਆਂ ਜੀ। ਹਾਂਜੀ ਵਿਸਾਖਾ ਸਿੰਘ ਜੀ। ਸਤਵਿੰਦਰ ਸਿੰਘ ਬੋਲਦਾ ਜੀ, ਉਹਨਾਂ ਦਾ ਮੁੰਡਾ ਬੋਲਦਾ ਜੀ ਮੈਂ। ਸਤਵਿੰਦਰ ਗੋਲਡੀ ਤੁਹਾਡਾ ਲਾਸਟ ਨੇਮ ਹੈ? ਹਾਂਜੀ ਜੀ, ਸਤਵਿੰਦਰ ਸਿੰਘ ਗੋਲਡੀ। ਹਾਂਜੀ ਗੋਲਡੀ ਜੀ, ਸਾਨੂੰ ਅਸੀਂ ਬਾਸੀ ਹੈਡਕੁਆਟਰ ਤੋਂ ਕਾਲ ਕਰ ਰਹੇ ਹਾਂ, ਟੋਰਾਂਟੋ ਕੈਨੇਡਾ ਤੋਂ, ਔਰ ਇਸ ਸਟੋਰੀ ਨੂੰ ਕਵਰ ਕਰ ਰਹੇ ਹਾਂ। ਇਹ ਲੜਕਾ ਜੋ ਕੁਝ ਵੀ ਕਹਿ ਰਿਹਾ, ਪਹਿਲਾਂ ਤਾਂ ਅਸੀਂ ਇਹ ਲਾਈਕ ਨਹੀਂ ਕੀਤਾ, ਮੁੰਡੇ ਨੂੰ ਮੈਂ ਖਾਸ ਕਰਕੇ ਕਹਿਤਾ ਕਿ ਪ੍ਰੋਬਲਮ ਤੇਰੀ ਤੇ ਤੇਰੀ ਵਾਈਫ ਦੀ ਅਤੇ ਤੇਰੇ ਸੱਸ ਸਹੁਰੇ ਹੋ ਸਕਦੀ ਹੈ ਕਿ ਤੇਰੇ ਨਾਨੇ ਨੂੰ ਤੂੰ ਕਿਉਂ ਕੋਰਟ ਵਿੱਚ ਲੈ ਕੇ ਗਿਆ, ਜਿਹੜਾ ਕਿ ਅਸੀਂ ਇਸ ਨੂੰ ਜਾਇਜ਼ ਨਹੀਂ ਸਮਝਦੇ। ਅਸੀਂ ਇਹਨੂੰ ਮੈਂ ਕਹਿਤਾ ਕਿ ਆਈ ਐਮ ਨਾਟ ਐਗਰੀ ਵਿਦ ਦੈਟ ਕਿ ਨਾਨੇ ਦੀ ਕੀ ਇਨਵੋਲਵਮੈਂਟ ਹੈ 72 ਸਾਲ ਦੀ ਉਮਰ ਦੇ ਵਿੱਚ, ਤੁਸੀਂ ਉਸ ਤੇ ਪਰਚਾ ਪਵਾ ਰਹੇ ਹੋ, ਇਹ ਠੀਕ ਨਹੀਂ ਤੁਹਾਡੇ ਲਈ। ਮੈਂ ਆਲਰੇਡੀ ਇਹਨੂੰ ਕਹਿਤਾ ਹੈ। ਗੋਲਡੀ ਤੁਸੀਂ ਸ਼ਾਦੀ ਕਰਦੇ ਹੋ ਆਪਣੀ ਭੈਣ ਦੀ, ਭੈਣ ਨੂੰ ਘਰ ਤੋਰਿਆ, ਉਸ ਤੋਂ ਬਾਅਦ ਕੁਝ ਮਹੀਨੇ ਕੈਨੇਡਾ ਜਾ ਕੇ ਉਸਨੇ ਜਵਾਬ ਦਿੱਤਾ, ਬਲੌਕ ਕਰ ਦਿੱਤਾ, ਕਾਰਨ ਕੀ ਹੈ? ਸਤਵਿੰਦਰ ਜੀ ਤੁਹਾਡਾ ਇਲਾਕੇ ਵਿੱਚ ਬੜਾ ਸਤਿਕਾਰ ਹੈ, ਰੰਧਾਵਾ ਪਰਿਵਾਰ ਹੈ ਤੁਹਾਡਾ, ਸਰਦਾਰ ਵਿਸਾਖਾ ਸਿੰਘ ਜੀ ਵੈਰੀ ਵੈਲ ਨੋਨ ਨੇ। ਨਹੀਂ ਸਰ, ਆਪਾਂ ਇਹ ਨਾ ਮੈਂ ਤੁਹਾਨੂੰ ਜਿਵੇਂ ਜਾਂ ਤਾਂ ਸਵੇਰੇ ਡੈਡੀ ਨਾਲ ਗੱਲ ਕਰਾ ਦੂੰਗਾ ਸਰ, ਸੋਨਾ ਬੋਤਲ ਲਵਾ ਕੇ ਆਏ ਆ, ਟੀਕਾ ਟੂਕਾ ਲਵਾ ਕੇ ਆਏ ਤਾਂ ਉਹਨਾਂ ਦੇ ਸਵਾਰ ਕੇ ਬੋਲਿਆ ਨਹੀਂ ਜਾਂਦਾ। ਮੈਨੂੰ ਇਹ ਚੀਜ਼ ਦੀ ਨਾ ਸਰ ਨੌਲੇਜ ਨਹੀਂ ਹੈਗੀ ਨਹੀਂ ਸਵਾਰ ਕੇ। ਨਹੀਂ ਤੁਸੀਂ ਤੁਹਾਡੀ ਕਿੰਨੀ ਉਮਰ ਹੈ ਗੋਲਡੀ ਆਪ ਜੀ ਦੀ? ਸਰ ਹੁਣੇ ਅਜੇ ਕਰਾ ਕੇ ਆਏ ਤੇ ਮੰਮੀ ਨੂੰ ਪਤਾ ਨਹੀਂ ਲੱਗਣਾਗਾ ਤੇ ਡੈਡੀ ਨੇ ਗੱਲ ਕਰਾਉਂਗਾ, ਸਵੇਰੇ ਕਰ ਲਿਓ ਗੱਲ। ਤੁਸੀਂ ਆਪਣਾ ਕਿੱਥੋਂ ਬੋਲਦੇ ਜੀ? ਅਸੀਂ ਕੈਨੇਡਾ ਤੋਂ ਕਾਲ ਕਰ ਰਹੇ ਹਾਂ ਔਰ ਸਾਡਾ ਈਮੇਲ ਹੈ basi@bbctoronto.com ਸਾਡੀ ਈਮੇਲ ਤੇ। ਬਸ ਸਰ ਮੈਂ 1 ਮਿੰਟ ਲੈਣਾ ਗੋਲਡੀ ਜੀ ਆਪ ਜੀ ਦਾ। ਕਾਰਨ ਕੀ ਕਿ ਤੁਹਾਡੀ ਕੈਨੇਡਾ ਤੋਂ ਹਾਂਜੀ ਸਤਵਿੰਦਰ ਜੀ ਤੁਹਾਡੀ ਸਿਸਟਰ ਨੇ ਬਲੌਕ ਕਰ ਦਿੱਤਾ ਲੜਕੇ ਨੂੰ ਔਰ ਤੁਸੀਂ ਹੁਣ ਜਵਾਬ ਦੇ ਦਿੱਤਾ, ਤੁਹਾਡੇ ਤੇ ਇਹਨਾਂ ਨੇ ਪਰਚਾ ਰਜਿਸਟਰ ਕਰਾ ਦਿੱਤਾ, ਕਾਰਨ ਕੀ ਹੈ? ਗੋਲਡੀ ਜੀ ਲਾਈਨ ਤੇ ਹੋ? ਹਾਂਜੀ ਸਰ, ਆ ਨਾ ਕਰੋ ਡੈਡੀ ਨਾਲ ਗੱਲ ਕਰੋ। ਅੱਛਾ ਜੀ ਕਰਾਓ ਜੀ ਗੱਲ। ਅੱਛਾ ਕਰਦੇ ਹਾਂ, ਕਰੋ ਡੈਡੀ ਗੱਲ, ਉਹ ਬਾਹਰੋਂ ਆਉਣਾ ਦਾ ਬੀਬੀ। ਹੈਲੋ ਹਾਂਜੀ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਔਰ ਤੁਹਾਡਾ ਸਵਾਗਤ ਹੈ। ਸਾਨੂੰ ਬੜਾ ਦੁੱਖ ਹੈ ਇਸ ਚੀਜ਼ ਦਾ ਕਿ ਤੁਹਾਡੀ ਸਿਹਤ ਠੀਕ ਨਹੀਂ ਹੈ, ਕਿਉਂਕਿ ਧੀਆਂ ਦਾ ਬੜਾ ਦੁੱਖ ਹੁੰਦਾ, ਤੁਹਾਡਾ ਸਤਿਕਾਰ ਹੈ ਇਲਾਕੇ ਦੇ ਵਿੱਚ। ਮੈਂ ਇਸ ਜਿੱਥੇ ਤੁਸੀਂ ਧੀ ਤੋਰੀ ਇਸ ਪਰਿਵਾਰ ਨੂੰ ਕਿਹਾ ਹੈ ਤੁਹਾਡੇ ਜਵਾਈ ਨੂੰ ਕਿ ਆਪਣੇ ਜਸਕੀਰਤ ਕਿ ਸੱਸ ਸਹੁਰੇ ਦਾ ਰੌਲਾ ਜਾਂ ਤੁਹਾਡੀ ਵਾਈਫ ਨਾਲ ਹੋ ਸਕਦਾ, ਪਰ ਜਿਹੜਾ ਬਜ਼ੁਰਗ ਆ ਨਾਨਾ ਲੜਕੀ ਦਾ ਉਹਨੂੰ ਤੁਸੀਂ ਕਿਉਂ ਘੜੀਸਿਆ ਕੋਰਟ ਦੇ ਵਿੱਚ? ਇਹ ਜਾਇਜ਼ ਨਹੀਂ ਹੈ। 72 ਸਾਲ ਦੀ ਉਮਰ ਦੇ ਵਿੱਚ ਉੱਥੇ ਪਰਚਾ ਪਾਉਣਾ ਠੀਕ ਨਹੀਂ ਹੈ। ਉਹਨਾਂ ਦਾ ਕੀ ਕਸੂਰ ਹੈ ਨਾਨੇ ਦਾ?
ਔਰ ਜੋਗਿੰਦਰ ਸਿੰਘ ਦਾ ਕੋਈ ਕਸੂਰ ਨਹੀਂ ਹੈ। ਵਿਸਾਖਾ ਸਿੰਘ, ਹੋਇਆ ਕਿ ਬੱਚੇ ਨੂੰ ਪ੍ਰੋਬਲਮ ਕੀ ਆਈ ਹੈ ਥੋੜੇ ਮਹੀਨਿਆਂ ਵਿੱਚ ਕੈਨੇਡਾ ਆਣ ਕੇ? ਲੜਕੀ ਜਿਹੜੀ ਜਵਾਬ ਦੇਗੀ ਤੁਹਾਡੀ ਲੜਕੀ ਨੇ ਕਿਉਂ ਜਵਾਬ ਦਿੱਤਾ ਲੜਕੇ ਨੂੰ? ਉਹਨਾਂ ਨੇ ਫੀਸ ਲਵਾ ਕੇ ਕਾਰਨ ਕੀ ਹੈ? ਉਹ ਕਾਰਨ ਅਸਲ ਵਿੱਚ ਤਾਂ ਇਹ ਹੈ ਜੀ, ਇਹਨਾਂ ਦੇ ਘਰੇ ਜਦੋਂ ਇੱਥੇ ਰਹੀ ਹੈ ਨਾ ਸਾਲ ਗੁੱਡੀ ਜੀ, ਉਦੋਂ ਹੀ ਇਹਨਾਂ ਦਾ ਲੜਾਈ ਝਗੜੇ ਇੱਥੇ ਹੁੰਦੇ ਰਹੇ ਆ। ਪਤਾ ਨਹੀਂ ਇਹਨਾਂ ਦਾ ਮਾਰ ਕਟਾਈ ਬਹੁਤ ਚੱਲਦੀ ਰਹੀ। ਅੱਜ ਥੱਪੜ ਮਾਰਤਾ, ਅੱਜ ਕੱਲ ਨੂੰ ਮਾਰਤਾ, ਬਸ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਤੇ ਜਿਹਨੇ ਹੁਣ ਚਿੱਟਾ ਖਾਧੇ ਆ ਫਿਰ ਉਹਨੂੰ ਤਕਲੀਫ ਤਾਂ ਆਉਣੀ ਆ। ਸੋ ਲੜਕੀ ਨੂੰ ਕੁੱਟਦੇ ਸੀਗੇ ਇਹ? ਹਾਂਜੀ ਹਾਂਜੀ, ਇਹ ਤਾਂ ਪੰਚਾਇਤ ਦੇ ਵਿੱਚ ਵੀ ਮੰਨਿਆ, ਮੁੰਡਾ ਆ ਵੀ ਮੰਨਿਆ ਪੰਚਾਇਤ ਦੇ ਵਿੱਚ। ਸਾਡੇ ਗੱਲ ਵੀ ਪਏ ਆ ਜੀ, ਮੈਂ ਤਾਂ ਬਿਮਾਰ ਆ। ਹੁਣ ਇਹ ਕੀ ਆਂਦਾ ਨਾ, ਮੁੰਡਾ ਬੋਲਿਆ ਸੀਗਾ ਇਹ ਪਖੰਡ ਕਰਦੇ ਆ। ਮੇਰੇ ਕੋਲ 2 ਸਾਲ ਦਾ ਪੂਰਾ ਗੁਰਦਿਆਂ ਦਾ ਇੱਕਦਮ ਰਿਪੋਰਟਾਂ ਪਈਆਂ 2 ਸਾਲ ਦੀਆਂ ਹੁਣ ਤੱਕ। ਹੁਣ ਵੀ ਅੱਜ ਦੀ ਰਿਪੋਰਟ ਵੀ ਹੈਗੀ ਆ। ਤੇ 20% ਮੇਰੇ ਗੁਰਦੇ ਕੰਮ ਖਾਲੀ ਕਰਦੇ ਸੀਗੇ ਤੇ ਥੋੜੇ ਬਾਅਦ ਹੁਣ ਉਸੇ ਤੇ ਮੈਂ ਬੈਠਾ ਮਾੜਾ ਮੋਟਾ ਜਿਹੜਾ ਤੁਰਿਆ ਫਿਰਦਾ। ਤੇ ਇਹ ਐਂ ਕਹਿੰਦੇ ਵੀ ਇਹ ਪਖੰਡ ਹੀ ਕਰਦੇ ਆ, ਇਹਨੂੰ ਗੁਰਦੇ ਨਹੀਂ ਖਰਾਬ, ਇਹ 200 ਦੀ 200 ਦੀ ਸਪੀਡ ਤੇ ਗੱਡੀ ਭਜਾਉਂਦਾ ਵਿਸਾਖਾ ਸਿੰਘ, ਐਂ ਕਰਦਾ ਬਸ ਆਹ ਗੱਲਾਂ ਬਾਤਾਂ ਬਣਾਈ ਜਾਂਦੇ ਆਪਦੇ ਕੋਲੋਂ ਛੱਡੀ ਜਾਂਦੇ ਆ। ਬਾਕੀ 5-6 ਪੰਚਾਇਤਾਂ ਹੋਈਆਂ ਸਰ ਸਾਡੀਆਂ, ਉਹਨਾਂ ਪੰਚਾਇਤਾਂ ਨੇ ਇਹ ਕਿਹਾ ਸੀਗਾ ਵੀ ਭਾਈ ਅਸੀਂ ਵੀ ਕਿਹਾ ਵੀ ਪੈਸੇ ਸਾਡੇ ਕੋਲ ਹੈ ਨਹੀਂ, ਨਾ ਅਸੀਂ ਪੈਸੇ ਲਏ ਆ, ਤੁਸੀਂ ਮੁੰਡਾ ਭੇਜੋ। ਹੁਣ ਆਏ ਵਾਰ-ਵਾਰ ਇਹੀ ਪੰਚਾਇਤਾਂ 'ਚ ਕਹਿੰਦੇ ਸਾਡੇ ਮੁੰਡੇ ਨੂੰ ਕੁੜੀ ਮਰਵਾ ਦਿਓ, ਮੁੰਡੇ ਨੂੰ ਕੁੜੀ ਮਰਵਾ ਦਿਓ। ਤੁਸੀਂ ਦੱਸੋ ਵੀ ਜੇ ਕੋਈ ਬੱਚਾ ਪੜ੍ਹਨ ਜਾਂਦਾ ਉਹ ਉੱਥੇ ਗੁੰਡੇ ਲੈ ਕੇ ਬੈਠਾ ਹੋਇਆ ਕਿਸੇ ਨੂੰ ਮਾਰਨ ਦੀ ਖਾਤਰ। ਫਿਰ ਪੰਚਾਇਤ ਨੇ ਇਹਨਾਂ ਨੂੰ ਇਹ ਵੀ ਕਿਹਾ ਵੀ ਭਾਈ ਤੁਸੀਂ ਜਦ ਤੇਰੀ ਭੈਣ ਰਹਿੰਦੀ ਉੱਥੇ ਤੂੰ ਭੈਣ ਕੋਲੇ ਜਾਂਦਾ ਰਹਿ, ਚੱਲ ਪੱਕਾ ਹੋ ਕੇ ਤਲਾਕ ਦੇ ਦੀ। ਨਹੀਂ, ਸਾਨੂੰ ਫੈਸਲਾ, ਸਾਨੂੰ 26 ਲੱਖ ਰੁਪਈਆ ਚਾਹੀਦਾ, ਅਸੀਂ ਤੁਹਾਡੀ ਬੋਨ ਚ ਬਾਂਹ ਦੇ ਕੇ ਪੈਸੇ ਲੈ ਲਾਂਗੇ। ਇਸ ਤਰ੍ਹਾਂ ਨਾ ਸਿਲਸਾ, ਪਲੀਜ਼ ਕਮ ਟੂ ਸਟੂਡੀਓ ਪਲੀਜ਼, ਕੁਇਕ ਐਕਸ਼ਨ ਲਓ। ਔਰ ਆਈ ਐਮ ਸੌਰੀ ਸਿਲਸਾ, ਪਲੀਜ਼ ਸਟੂਡੀਓ ਨੂੰ ਕਿ ਬਜ਼ੁਰਗ ਦੇ ਵੱਲੋਂ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਆਈ ਐਮ ਸੌਰੀ ਕਮਿਊਨਿਟੀ, ਤੁਸੀਂ ਕਿ ਹਮਾਰੀ ਜਾਂਚਣਾ ਚਾਹੁੰਦੇ ਆ। ਅੱਛਾ, ਵਿਸਾਖਾ ਸਿੰਘ, ਗਲਤ ਸ਼ਬਦਾਂ ਦਾ ਵਰਤੋਂ ਵਾਲਾ ਰੌਲਾ ਹੀ ਇਹਨਾਂ ਦਾ। ਬਾਸੀ ਸਾਹਿਬ, ਇਹ ਮੁੰਡੇ ਵਾਲਿਆਂ ਨੇ ਇਹ ਵੀ ਦੋਸ਼ ਲਾਏ ਸੀ, ਕਹਿੰਦੇ ਕੁੜੀ ਭਰੀ ਪੰਚਾਇਤ ਦੇ ਵਿੱਚ ਵੀ ਇਹਨਾਂ ਨੂੰ ਕਈ ਕੁਝ ਹੀ ਬੋਲ ਗਈ ਸੀਗੀ। ਬਟ ਰੇਡੀਓ ਮੁੰਡਾ ਬੜਾ ਕਰਨਾ ਆਪਣਾ ਫਰਜ਼ ਬਣਦਾ। ਨਹੀਂ, ਆਪਣਾ ਫਰਜ਼ ਤਾਂ ਬਣਦਾ। ਬਾਕੀ ਮਤਲਬ ਕਿ ਮੁੰਡਾ ਕੁੜੀ ਦਾ ਭਰਾ ਜਿਹੜਾ ਉਹ ਹਜੇ ਵੀ ਕਹਿ ਰਿਹਾ ਕਿ ਡੈਡੀ ਗੱਲ ਕਰਨਗੇ। ਕਈ ਵਾਰੀ ਨਿਆਣੇ ਆਈ ਹੱਥੋਂ ਬਾਹਰ ਨਿਕਲ ਜਾਂਦੇ ਆ ਜੀ, ਮਾਪਿਆਂ ਦੇ ਸਹੀ ਗਾਈਡੈਂਸ ਨਹੀਂ ਮਿਲਦੀ ਜਦੋਂ। ਵਿਸਾਖਾ ਸਿੰਘ ਜੀ, ਤੁਹਾਡੀ ਉਮਰ ਕਿੰਨੀ ਹੈ? ਮੇਰੀ ਤਾਂ ਉਮਰ 55 ਸਾਲ ਆ ਜੀ। 55 ਸਾਲ ਤੋਂ ਜਵਾਨ ਪਏ ਹੋ। ਤੁਹਾਡੀ ਘਰ ਵਾਲੀ ਦੀ ਕਿੰਨੀ ਉਮਰ ਆ? ਉਹਦੀ 50 ਸਾਲ ਆ ਜੀ। ਤੁਹਾਡੇ ਕਿੰਨੇ ਬੱਚੇ ਕਿੰਨੇ? ਇੱਕ ਸਤਵਿੰਦਰ ਗੋਲਡੀ ਲੜਕਾ ਹੈ ਤੇ ਇੱਕ ਲੜਕੀ ਹੈ ਤੁਹਾਡੀ ਗੁਰਵੀਨ। 3 ਲੜਕੇ ਆ ਜੀ, ਇੱਕ ਲੜਕੀ ਆ। ਲੜਕੀ ਛੋਟੀ ਹੈ ਇਹ, ਲੜਕੀ ਵੱਡੀ ਹੈ ਸਾਰਿਆਂ ਤੋਂ? ਨਹੀਂ, ਵੱਡੀ ਆ ਲੜਕੀ ਦੀ, 29 ਸਾਲ ਉਮਰ ਆਈ, ਵੱਡੀ ਆ ਸਭ ਤੋਂ ਲੜਕੀ। ਅੱਛਾ, ਬਾਕੀ ਦੇ ਲੜਕੇ ਜਿਹੜੇ ਛੋਟੇ ਆ? ਹਾਂਜੀ, ਛੋਟੇ ਆ ਜੀ। ਇਹ ਵਿਆਹੇ ਹੋਏ ਨੇ ਲੜਕੇ ਜਾਂ ਨਹੀਂ ਹਲੇ? ਨਹੀਂ ਜੀ, ਨਹੀਂ ਵਿਆਹੇ। ਉਹਨੇ ਇੱਥੇ ਅਮਰੀਕਾ ਦੇ ਵਿੱਚ ਮੁੰਡੇ ਨੇ ਕੀਤਾ ਸੀਗਾ ਪੱਕੇ ਪੁੱਕੇ ਹੋਣ ਨੂੰ, ਤੇ ਹੁਣ ਪੱਕਾ ਵਿਆਹ ਨਹੀਂ ਕੋਈ ਵੀ ਕੀਤਾ। ਮੁੰਡਾ ਤੁਹਾਡਾ ਇੱਕ ਅਮਰੀਕਾ ਵਿੱਚ ਹੈ? ਹਾਂਜੀ, ਉਹ ਅਮਰੀਕਾ ਦੇ ਵਿੱਚ ਹੈ, 2 ਇੰਡੀਆ ਵਿੱਚ ਹੈ ਤੁਹਾਡੇ। ਹਾਂਜੀ। ਹੁਣ ਤੁਹਾਡੇ ਤੇ ਕੇਸ ਚੱਲ ਰਿਹਾ 420 ਦਾ, ਤਾਂ ਤੁਸੀਂ ਭਗੌੜਾ ਕਰਾ ਰਹੇ ਹੋ ਔਰ ਤੁਹਾਨੂੰ ਜ਼ਮਾਨਤਾਂ ਤੁਹਾਡੀ ਹੋ ਗਈਆਂ? ਹਾਂਜੀ, ਜ਼ਮਾਨਤਾਂ ਹੋ ਗਈਆਂ ਜੀ। ਜੱਜ ਸਾਹਿਬ ਨੇ ਤੁਹਾਨੂੰ ਫਾਈਨ ਕੀਤਾ ਹੈ ਕਿ ਤੁਸੀਂ ਝੂਠ ਬੋਲਦੇ ਹੋ, ਪੇਸ਼ ਨਹੀਂ ਹੁੰਦੇ ਅਦਾਲਤ ਵਿੱਚ? 1,20,000 ਕਿੰਨਾ ਤੁਹਾਨੂੰ ਦੇਣਾ ਪਿਆ ਕੋਰਟ ਨੂੰ? ਉਹ 1.5 ਲੱਖ ਦੇਣਾ ਪਿਆ ਜੀ ਸਾਨੂੰ। ਉਹ ਕਾਹਦੇ ਵਾਸਤੇ ਦੇਣਾ ਪਿਆ ਆਪ ਜੀ ਨੂੰ? ਪਤਾ ਨਹੀਂ ਜੀ, ਉਹ ਤਾਂ ਹੁਣ ਸਾਡੀਆਂ ਜ਼ਮਾਨਤਾਂ ਹੋਈਆਂ, ਵਕੀਲਾਂ ਦਾ ਵੀ ਪੈਸੇ ਭਰਨੇ ਪੈਣੇ ਆ, ਬੌਂਡ ਭਰਨਾ ਪੈਣਾ 1.5 ਲੱਖ ਦਾ ਹੀ। ਠੀਕ ਆ, ਭਰ ਦਿਆਂਗੇ। ਇਸ 1.5 ਲੱਖ ਬੌਂਡ ਤੇ ਤੁਹਾਨੂੰ ਛੱਡਿਆ ਜਾਂ 1.5 ਲੱਖ ਰੁਪਈਆ ਤੁਹਾਨੂੰ ਆਪਣੇ ਜਵਾਈ ਨੂੰ ਦੇਣਾ ਪਿਆ ਆ? ਸਾਨੂੰ ਨਹੀਂ ਜੀ ਪਤਾ, ਸਾਡੇ ਤੋਂ ਤਾਂ ਉਹਨਾਂ ਨੇ ਡੀਡੀ ਲੈ ਲਈ ਸੀਗੀ 1.5 ਲੱਖ ਦੀ। ਸਾਨੂੰ ਤਾਂ ਹੀ ਉਹਨਾਂ ਨੇ ਕਿਹਾ ਪਹਿਲਾਂ 5 ਲੱਖ ਕਹਿੰਦੇ ਸਾਡੇ ਕੋਲ ਤਾਂ। ਮੈਂ ਕਿਹਾ ਮੇਰੇ ਕੋਲ ਤਾਂ ਪੈਸੇ ਹੈ ਨਹੀਂਗੇ, ਤੇ ਦਵਾਈ ਬੂਟੀ ਦੇ ਪੈਸੇ ਲੱਗਦੇ ਆ, ਮੈਂ ਤਾਂ ਡਰਾਈਵਰੀ ਟੂ ਵੀ ਕਰਦਾ ਹੀ, ਘਰ ਅਸੀਂ ਭਾੜੇ ਤੇ ਬੈਠੇ ਆ, 5-6 ਹਜ਼ਾਰ ਭਾੜੇ ਤੇ ਸਾਡਾ ਮਕਾਨ ਆ। ਤੇ ਬੱਚਾ ਮੇਰਾ ਸ਼੍ਰੋਮਣੀ ਕਮੇਟੀ ਸੀ, ਉਹ ਵੀ ਹਟਾਤਾ ਇਹਨਾਂ ਨੇ, ਤੇ ਉਹ ਵੀ ਇੱਥੇ ਘਰੇ ਹੀ ਆ। ਤੇ ਬਸ ਉਹ ਮੁੰਡਾ ਸਾਨੂੰ ਜਿਹੜੇ ਭੇਜਦਾ ਥੋੜੇ ਬਹੁਤੇ ਰੋਟੀ ਪਾਣੀ ਨੂੰ ਸਾਡਾ ਖਰਚਾ ਚੱਲਦਾ ਜੀ। ਸਾਡੇ ਉਹਨਾਂ ਨੂੰ ਕਿਹਾ ਵੀ ਪੈਸੇ ਹੈ ਨਹੀਂਗੇ, ਕੋਰਟ ਆਏ ਨੂੰ, ਫਿਰ ਕੋਰਟ ਆਏ ਨੇ ਸਾਨੂੰ 2 ਲੜਕੀ ਦਾ ਨੰਬਰ ਤੁਹਾਡੀ। ਚਲੋ ਜੀ, ਰਾਮ ਕਥਾ ਵਾਹਵਾ ਲੋਕਾਂ ਨੇ ਸੁਣੀ ਹੈ, ਕਈ ਕੁਝ ਜੇ ਚੱਲੀ ਜਾਂਦਾ। ਪਹਿਲਾਂ ਆਪਾਂ ਨੂੰ ਵੇਖ ਕੇ ਕਰਨਾ ਚਾਹੀਦਾ ਜੇ ਆਪਾਂ ਕਿਸੇ ਵੱਡੇ ਨਾਲ ਵੀ ਸੌਦਾ ਬੱਤਾ ਕਰਦੇ ਨਾ।
ਥੋੜੇ ਵੇਖਣੇ ਆ। ਗੁੱਡੀ ਦਾ ਨੰਬਰ ਹੈ ਜੀ ਤੁਹਾਡੀ? ਗੁੱਡੀ ਦਾ ਕੀ ਫੈਸਲਾ, ਮੁੰਡੇ ਨਾਲ ਰਹਿਣਾ ਕਿ ਨਹੀਂ ਰਹਿਣਾ? ਕਿਉਂਕਿ ਇਹ ਕਹਿੰਦੇ ਕੁੜੀ ਨੇ ਸਾਨੂੰ ਪੰਚਾਇਤ 'ਚ ਹੀ ਕਹਿਤਾ ਵੀ ਮੈਂ ਬਾਹਰ ਆਉਣਾ ਸੀ, ਮੈਂ ਬਾਹਰ ਆ ਗਈ, ਹੁਣ ਸਤਿ ਸ੍ਰੀ ਅਕਾਲ। ਗੁੱਡੀ ਤੁਹਾਡੀ ਹੁਣ ਵੀ ਇਹ ਸਟੇਟਮੈਂਟ ਤੇ ਖੜੀ ਕਿ ਤੁਸੀਂ ਸਰਦਾਰ ਸਾਹਿਬ ਚਾਹੁੰਦੇ ਹੋ ਵੀ ਧੀਏ ਘਰ ਵਸਾਲਾ? ਦੇਖੋ ਜੀ ਸਰ ਜੀ, ਅਸੀਂ ਗੁਰੂ ਰਾਮਦਾਸ ਦੀ ਨਗਰੀ 'ਚ ਬੈਠੇ ਹਾਂ, ਅਸੀਂ ਪੰਜਾਂ ਪਿਆਰਿਆਂ ਦੇ ਪੇਸ਼ ਹੋ ਜਾਾਂਗੇ। ਅੰਮ੍ਰਿਤਧਾਰੀ ਪਰਿਵਾਰਾਂ ਜੇ ਸਾਡੀ ਗੁੱਡੀ ਨੇ ਪੰਚਾਇਤ ਵਿੱਚ ਕਿਸੇ ਨੂੰ ਕਿਹਾ ਹੋਵੇ ਵੀ ਮੈਂ ਨਹੀਂ ਕੁੜੀ ਆਈ ਨਹੀਂ ਬਜ਼ੁਰਗੋ ਹੁਣ ਕਿਉਂਕਿ ਐਵੇਂ ਤੁਹਾਡੀ ਵੀ ਮਿੱਟੀ ਪੱਟੀ ਜਾ ਰਹੀ ਆ, 3-4 ਦਿਨ ਹੋ ਗਏ ਮੈਂ ਵੀ ਦੇਖਦਾ ਪਿਆ ਹਨਾ, ਤੇ ਇਹ ਤੁਸੀਂ ਹੁਣ ਕਿਹਾ ਗੁੱਡੀ ਨੂੰ ਵੀ ਗੁੱਡੀ ਕਾਹਦੇ ਪਿੱਛੇ ਐਂ ਕਰਦੀ, ਇਹਨੂੰ ਮੁੰਡੇ ਨੂੰ ਸੱਦ ਲਾ ਘਰ ਵਸਾ? ਨਹੀਂ ਜੀ, ਗੁੱਡੀ ਨੇ ਇਹਨਾਂ ਨੇ ਤਾਂ ਨੰਬਰ ਹੀ ਗੁੱਡੀ ਦੇ ਬਲੌਕ ਕਰਤੇ। ਇਹ ਕਹਿੰਦੇ ਗੁੱਡੀ ਨੇ ਸਾਡੇ ਨੰਬਰ ਬਲੌਕ ਕਰ ਦਿੱਤੇ ਆ ਜੀ, ਤੇ ਤੁਹਾਡੇ ਕੋਲ ਗੁੱਡੀ ਦਾ ਨੰਬਰ ਹੈ ਜੀ? ਹਾਂ ਗੁੱਡੀ ਦਾ ਨੰਬਰ ਹੈ ਜੀ। ਮੈਂ ਬਹੁਤ ਜਲਦੀ ਗੁੱਡੀ ਨੂੰ ਲੈ ਕੇ ਆਉਣਾ ਲਾਈਨ ਤੇ ਨਾਲ ਹੀ ਦੱਸ ਦੇ ਸਾਡੇ ਪ੍ਰੋਗਰਾਮ ਦੇ ਪਲੈਟੀਨਮ ਸਪਾਂਸਰ ਐਕਸਲੈਂਟ ਸਪੈਂਡ ਰੁਪਏ ਤੋਂ ਮਿਸਟਰ ਬਾਜਵਾ 905 616 8082 ਤੇ ਕਰੋ ਕਾਲ ਆਪਣੇ ਟਰੱਕ ਜਾਂ ਫਿਰ ਟ੍ਰੇਲਰ ਦਾ ਐਕਸਲ ਸਪੈਂਡਲ ਕਿੰਗਪੈਨ ਰਿਪੇਅਰ ਜਾਂ ਕਰਵਾਓ ਰਿਪਲੇਸ। ਕੈਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਅਮਰੀਕਾ ਦੇ ਵਿੱਚ 909 240 72 72 ਇੱਕ ਅਜਿਹੀ ਕੰਪਨੀ ਜਿਹੜੀ ਕਿ ਤੁਹਾਨੂੰ ਘੱਟ ਚੱਲੇ ਹੋਏ ਟਰੱਕ ਬਹੁਤ ਹੀ ਸਸਤੇ ਰੇਟਾਂ ਤੇ ਪ੍ਰੋਵਾਈਡ ਕਰਦੀ ਹੈ। ਤੁਸੀਂ ਬੈਸਟ ਡੀਲਸ ਲੈਣੀ ਹੈ ਤਾਂ ਕੈਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨੂੰ ਕਾਲ ਕਰੋ 909 240 72 72 ਤੇ ਰਿਸ਼ਤਾ ਡੀਪੂ ਆਪਣੇ ਬੱਚੀ ਦਾ ਰਿਸ਼ਤਾ ਜਿਹਦਾ ਰੌਲਾ ਨਾ ਪਵੇ ਪਰਫੈਕਟ ਮੈਚ ਕਰਵਾ ਕੇ ਦਿੰਦੇ ਨੇ ਰਿਸ਼ਤਾ ਡੀਪੂ ਵਾਲੇ ਜੀ। ਨੰਬਰ ਹੈ 905 481 1166 ਤੇ ਤੁਸੀਂ ਕਾਲ ਕਰਨੀ ਤੇ ਨਾਲ ਹੀ ਮਹਿੰਦਰਾ ਜੁਐਲਰ ਤੇ ਮੋਤੀ ਜੁਐਲਰ ਨੂੰ ਹਮੇਸ਼ਾ ਯਾਦ ਰੱਖੋ, ਸੋਨੇ ਦੀ ਕਰੋ ਖਰੀਦਦਾਰੀ ਮਹਿੰਦਰਾ ਜੁਐਲਰ ਜੀ। ਅਸੀਂ ਆਪਣੇ ਦਰਸ਼ਕ ਨੂੰ ਦੱਸੀਏ ਕਿ ਤੁਸੀਂ ਘਰ ਖਰੀਦਣਾ ਜੇ ਵੇਚਣਾ ਤਾਂ ਅਮਰਜੀਤ ਸ਼ਾਹੀ ਦਾ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ, ਜੋ ਕਿ ਇੰਟਰਸਿਟੀ ਰੀਅਲਟੀ ਦੇ ਨਾਲ ਕੰਮ ਕਰਦੇ ਨੇ। ਕਿਸੇ ਵੀ ਇਲਾਕੇ ਵਿੱਚ ਤੁਹਾਡੀ ਪ੍ਰਾਪਰਟੀ ਹੈ, ਤੁਸੀਂ ਮੂੰਹ ਪ੍ਰਾਈਸ ਤੇ ਲਿਸਟ ਹੀ ਨਹੀਂ ਕਰਾਉਣੀ ਸਗੋਂ ਕਿ ਵੇਚਣੀ ਹੈ ਤਾਂ ਅਮਰਜੀਤ ਸ਼ਾਹੀ ਤੁਹਾਡੇ ਨੈਕਸਟ ਰੀਅਲ ਦੇ ਏਜੰਟ ਨੇ। जो नंबर है 40672 72 72। ਵਿਸਾਖਾ ਸਿੰਘ ਸਾਡੀ ਲਾਈਨ 'ਚ ਨੇ ਦੂਜੇ ਪਾਸੇ। ਤੁਸੀਂ ਜਾਣਦੇ ਹੋ ਕਿ ਲੜਕਾ ਜਸਕੀਰਤ ਜਸ ਤੁਹਾਡੀ ਵਾਈਫ ਕੀ ਕਹਿੰਦੀ ਹੈ, ਤੁਹਾਨੂੰ ਸਪਾਂਸਰ ਕੀਤਾ ਉਹਨੇ ਇੱਕ ਵਾਰੀ ਕਿ ਨਹੀਂ ਕੀਤਾ? ਨਹੀਂ ਕੀਤਾ ਸਰ। ਉਹ ਕਹਿੰਦੀ ਸਰ ਮੇਰੇ ਕੋਲ ਚੈਟ ਪਈ ਹੈ ਜੋ ਮੈਨੂੰ ਲੱਗਦਾ ਕਹਿੰਦੀ ਮੇਰੀ ਜ਼ਿੰਦਗੀ ਆ, ਮੇਰੇ ਫੈਸਲੇ ਆ, ਕਹਿੰਦੀ ਤੂੰ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ ਇਹਦੇ ਵਿੱਚ। ਫਿਰ ਸਰ ਉਹਨੇ ਮੈਨੂੰ ਇੱਥੋਂ ਤੱਕ ਲੱਗਦਾ ਕਹਿੰਦੀ ਮੈਂ ਜਿਹੜੇ ਖਸਮ ਕੋਲੇ ਰਹਿੰਦੀ ਆ ਉਹਦੇ ਨਾਲ ਹੀ ਜ਼ਿੰਦਗੀ ਕੱਟਣੀ ਹੈ। ਕਿਹੜੇ ਖਸਮ ਕੋ ਰਹਿੰਦੀ ਆ ਉਹਨਾਂ ਕੱਟਣੀ? ਖਸਮ ਮਤਲਬ ਕੀ? ਹਾਂਜੀ ਸਰ, ਮੈਨੂੰ ਇਸੇ ਬਾਰੇ ਨਹੀਂ ਪਤਾ ਵੀ ਕਿੱਥੇ ਰਹਿੰਦੀ ਆ ਕਿੱਥੇ ਨਹੀਂ ਰਹਿੰਦੀ ਜੀ। ਅਸੀਂ ਸੋ ਇੱਥੇ 420 ਦਾ ਮੁਕੱਦਮਾ ਦਰਜ ਹੈ ਆਲਰੇਡੀ, ਅਸੀਂ ਕਨਫਰਮ ਕਰ ਚੁੱਕੇ ਹਾਂ ਔਰ ਇਹ ਹੁਣ ਭਗੌੜਾ ਕਰਾਰ ਹੋਵੇਗੀ ਜਦੋਂ ਆਵੇਗੀ ਤੇ ਅਰੈਸਟ ਹੋਵੇਗੀ ਔਰ ਇਨ ਪੀਸੀਸੀ ਜੀ। ਵਿਸਾਖਾ ਸਿੰਘ ਜੀ, ਤੁਹਾਡਾ ਬੜਾ ਇਲਾਕੇ ਵਿੱਚ ਸਤਿਕਾਰ ਹੈ, ਮਿਹਨਤ ਕਰਨ ਵਾਲੇ ਤੁਸੀਂ ਲੋਕ ਹੋ, ਤੁਹਾਡੀ ਜ਼ਮੀਨ ਕਿੰਨੀ ਆ? ਹੈ ਨਹੀਂ ਕਿ ਜੀ ਨਾ ਸਾਡੀ ਜ਼ਮੀਨ ਆ ਜੀ, ਨਾ ਸਾਡਾ ਘਰ ਆ ਜੀ, ਕੁਛ ਨਹੀਂ ਸਾਡੇ। ਇਹਨਾਂ ਨੂੰ ਸਾਰਾ ਕੁਛ ਪਹਿਲਾਂ ਦੱਸਿਆ ਵੀ ਸਾਡੇ ਕੋਲ ਖਾਲੀ ਕੁੜੀ ਆ। ਕੁੜੀ ਨੂੰ ਮੈਂ ਡਰਾਈਵਰੀ ਕਰਕੇ ਇੰਜੀਨੀਅਰ ਕਰਾਈ ਸੀ ਵੀ ਇਹ ਕਹਿੰਦੇ ਜੀ ਅਸੀਂ ਪੈਸੇ ਲਾ ਕੇ ਕੁੜੀ ਨੂੰ ਭੇਜ ਦਿਆਂਗੇ ਸਾਰਾ ਖਰਚਾ। ਹਾਂਜੀ ਵਿਸਾਖਾ ਸਿੰਘ ਜੀ ਹੋਲਡ ਔਨ। ਗੁਰਵੀਨ ਲਾਈਨ ਤੇ ਵਿਸਾਖਾ ਸਿੰਘ ਜੀ ਦੀ ਬੇਟੀ ਤੁਸੀਂ ਦੱਸ ਚੁੱਕੇ ਹੋ? ਦੱਸ ਚੁੱਕੇ ਹਾਂ ਬਸ। ਆਈ ਸੀ। ਗੁਰਵੀਨ ਵੈਲਕਮ ਟੂ ਸ਼ੋਅ 'ਚ ਤੁਹਾਡਾ ਸਵਾਗਤ ਹੈ ਬੇਟਾ। ਤੁਹਾਡੇ ਪਿਤਾ ਜੀ ਸਾਡੇ ਨਾਲ ਮੁਖਾਤਬ ਨੇ, ਤੁਹਾਡੇ ਕੋਲ ਐਲੀਗੇਸ਼ਨ ਲਾਏ ਜਾ ਰਹੇ ਨੇ ਤੇ ਤੁਹਾਡੇ ਪੰਜਾਬ ਪੁਲਿਸ ਨੇ ਤੁਹਾਡੇ ਤੇ ਕੇਸ ਰਜਿਸਟਰ ਕਰਤਾ 420 ਦਾ ਔਰ ਜਿਹਦੇ ਵਿੱਚ ਤੁਸੀਂ ਅਰੈਸਟ ਹੋ ਸਕਦੇ ਹੋ ਤਾਂ ਤੁਹਾਡਾ ਪਾਸਪੋਰਟ ਕੈਂਸਲ ਹੋ ਸਕਦਾ, ਤੁਹਾਨੂੰ ਪੀਸੀਸੀ ਕਲੀਅਰੈਂਸ ਨਹੀਂ ਮਿਲੇਗੀ ਔਰ ਇਮੀਗ੍ਰੇਸ਼ਨ ਮਿਲਣਾ ਤੇ ਦੂਰ ਦੀ ਗੱਲ ਹੈ। ਤੁਹਾਡੀ ਸ਼ਾਦੀ ਹੋਈ ਹੈ, ਤੁਹਾਡੇ ਹਸਬੰਡ ਦਾ ਨਾਮ ਕੀ ਹੈ ਆਪਣੇ ਗੁਰਵੀਨ? ਹਾਂਜੀ ਜਸਕੀਰਤ ਸਿੰਘ ਧਾਲੀਵਾਲ। ਜਸਕੀਰਤ ਬੇਟਾ ਤੁਸੀਂ ਬੜੇ ਚੰਗੇ ਹੋ ਔਰ ਬੜੇ ਅੱਛੇ ਪਰਿਵਾਰ ਨਾਲ ਸੰਬੰਧਿਤ ਹੋ ਔਰ ਅਸੀਂ ਪਤਾ ਕੀਤਾ ਬੜਾ ਸਤਿਕਾਰ ਹੈ ਆਪ ਜੀ ਦੇ ਪਿਤਾ ਜੀ ਦਾ। ਗੁਰਵੀਨ ਬੇਟਾ ਟਰਾਈ ਕਰੋਗੇ ਥੋੜਾ ਜਿਹਾ, ਬਸ ਮੈਂ ਤਾਂ ਇਹੀ ਕਹਿ ਰਿਹਾ ਕਿ ਉੱਚੀ ਬੋਲਿਆ ਜਾਵੇ ਜੀ। ਹਾਂਜੀ ਬੇਟਾ ਉੱਚੀ ਬੋਲੋ ਜਰਾ। ਕਾਲਜ ਵਿੱਚ ਸੀਗੀ, ਮੈਂ ਬਾਹਰ ਆ ਰਹੀ ਹਾਂ, ਮੈਂ ਕਰ ਰਹੀ ਹਾਂ ਗੱਲ। ਜਸਕੀਰਤ ਤੁਸੀਂ ਕਦੋਂ ਆਈ ਸੀ ਕੈਨੇਡਾ ਆਪ ਜੀ ਜਸਕੀਰਤ? ਹਾਂਜੀ ਮੈਂ ਲਾਸਟ ਈਅਰ ਆਈ ਸੀਗੀ 21 ਵਿੱਚ। ਲਾਸਟ ਈਅਰ 5 ਤਰੀਕ ਨੂੰ ਆਈ ਸੀਗੀ ਅਗਸਤ ਵਿੱਚ। ਤੁਹਾਡੀ ਸ਼ਾਦੀ ਕਦੋਂ ਹੋਈ ਸੀ ਬੇਟਾ? ਮੇਰੀ ਸ਼ਾਦੀ 2 ਸਾਲ ਪਹਿਲਾਂ ਹੋਈ ਸੀ। ਕਿਹੜੇ ਸਾਲ ਦੇ ਵਿੱਚ ਹੋਈ ਸੀ? 2020 ਨੋ 21 ਹੋਈ ਸੀ। ਤੁਹਾਨੂੰ ਯਾਦ ਹੈ ਡੇਟ ਤੁਹਾਡੀ ਸ਼ਾਦੀ ਦੀ? 24 ਜੁਲਾਈ। ਹਾਂਜੀ 24 ਜੁਲਾਈ 2020 ਜੀ। ਹਾਂਜੀ ਓਕੇ। ਵਿਸਾਖਾ ਸਿੰਘ ਜੀ ਮੈਨੂੰ ਆਪਣੀ ਬੱਚੀ ਨਾਲ ਗੱਲ ਕਰਨ ਦਿਓ। ਬੇਟਾ ਤੁਸੀਂ 1 ਸਾਲ ਦਾ ਸਮਾਂ ਆਪਣੇ ਸਹੁਰੇ ਪਰਿਵਾਰ ਵਿੱਚ ਰਹੇ ਹੋ, ਹਾਂਜੀ, ਉਸ ਤੋਂ ਬਾਅਦ ਆਇਲਟ ਕੀਤੀ ਆ, ਤੁਹਾਨੂੰ ਪ੍ਰੋਬਲਮ ਆਈ 1 ਸਾਲ ਦੇ ਵਿੱਚ ਸਹੁਰੇ ਪਰਿਵਾਰ ਵੱਲੋਂ? ਪ੍ਰੋਬਲਮ ਤਾਂ ਮੈਂ ਹੁਣ ਕਿਵੇਂ ਦੱਸ ਸਕਦੀ ਹਾਂ ਕਿ
ਜਿਵੇਂ ਮੈਂ ਉਹਨਾਂ ਦੇ ਨਾਲ ਰਹਿੰਦੀ ਸੀਗੀ ਕਿ ਉਹਨਾਂ ਦੀ ਤੇ ਮੇਰੀ ਥਿੰਕਿੰਗ ਬਹੁਤ ਡਿਫਰੈਂਟ ਸੀਗੀ। ਅਸੀਂ ਸ਼ਹਿਰਾਂ 'ਚ ਰਹਿਣ ਵਾਲੇ ਤੇ ਉਹ ਜਮਾਂ ਪਿੰਡਾਂ ਵਿੱਚ। ਮੈਨੂੰ ਪਤਾ ਨਹੀਂ ਸੀਗਾ ਕਿ ਪਿੰਡ ਵਿੱਚ ਇੰਨਾ ਕੁਛ ਹੁੰਦਾ ਵਾ, ਮਤਲਬ ਕਿ ਘਰ ਦੇ ਵਿੱਚ ਹੀ ਬੰਦ ਰਹਿਣਾ ਵਾ ਹਮੇਸ਼ਾ, ਜਿੱਥੇ ਵੀ ਜਾਣਾ ਤਾਲੇ ਲਾ ਕੇ ਜਾਣਾ, ਅੰਦਰ ਰਹਿਣਾ ਤਿਆਰ ਹੋ ਕੇ ਰਹਿਣਾ, ਜੇ ਕਿਸੇ ਨੇ ਆਉਣਾ ਤਾਂ ਫਿਰ ਉਹਨਾਂ ਨੂੰ ਮਿਲਣਾ ਵਾ, ਅਦਰਵਾਈਜ਼ ਬਾਹਰ ਕਿਤੇ ਜਾਣਾ ਹੀ ਨਹੀਂ। ਈਵਨ ਗੁਰਦੁਆਰੇ ਵੀ ਜਾਣ ਵਾਸਤੇ ਬਹੁਤ ਜ਼ਿਆਦਾ ਰੋਕ ਟੋਕ ਸੀਗੀ ਮੈਨੂੰ ਉੱਤੇ। ਬਟ ਫਿਰ ਵੀ ਮੈਂ ਇਹ ਸੋਚਦੀ ਰਹੀ ਕਿ ਮੇਰੀ ਸਿਸਟਰ ਇਨ ਲੋ ਬਹੁਤ ਚੰਗੀ ਹੋਊਗੀ, ਮੈਂ ਕੈਨੇਡਾ ਜਾ ਕੇ ਉੱਥੇ ਮੇਰਾ ਮਤਲਬ ਖੁੱਲ੍ਹ ਕੇ ਜੀ ਸਕਦੀ ਹਾਂ, ਮੈਂ ਜੋ ਚਾਹਵੇ ਉਹ ਪਾ ਸਕਦੀ ਹਾਂ। ਮੈਂ ਇਹਨਾਂ ਨੇ ਮੈਨੂੰ ਜਿਵੇਂ ਜਿਵੇਂ ਕਿਹਾ ਮੈਂ ਉਵੇਂ ਉਵੇਂ ਇਹਨਾਂ ਦੇ ਨਾਲ ਮਤਲਬ ਚਲੋ ਕੋਈ ਨਹੀਂ, ਇਹ ਕਹਿੰਦੇ ਆ ਕਿ ਪਿੰਡ ਵਿੱਚ ਆਏ ਨਹੀਂ ਜਾਈਦਾ, ਬਾਹਰ ਗੁਰਦੁਆਰੇ ਵੀ ਜ਼ਿਆਦਾ ਨਹੀਂ ਜਾਂਦੇ ਲੋਕ, ਚਲੋ ਇਟਸ ਓਕੇ ਕਹਿ ਕੇ ਮੈਂ 1 ਸਾਲ ਤੱਕ ਜਿਵੇਂ ਕਹਿ ਰਹੀ ਸੀ ਉਵੇਂ ਹੀ ਰਹੀ ਗਈ। ਨਹੀਂ ਤੁਸੀਂ ਕਹਿ ਰਹੇ ਹੋ ਕਿ ਮੈਂ ਮਤਲਬ ਘੁੱਟਣ ਮਹਿਸੂਸ ਕਰਦੀ ਸੀਗੀ, ਮਾਹੌਲ ਤੁਹਾਡਾ ਸ਼ਹਿਰੀ ਸੀ, ਇਹਨਾਂ ਨੇ ਪਿੰਡੂ ਸੀ, ਗੁਰਦੁਆਰੇ ਜਾਣਾ ਵੀ ਰੋਕ ਟੋਕ ਸੀਗੀ ਔਰ ਬਹੁਤ ਜ਼ਿਆਦਾ ਰੋਕ ਟੋਕ ਸੀਗੀ। ਮਤਲਬ ਜੇ ਗੁਰਦੁਆਰੇ ਵੀ ਜਾਣਾ ਤੇ ਬਹੁਤ ਜ਼ਿਆਦਾ ਮਿੰਨਤਾਂ ਕਰਨ ਤੋਂ ਬਾਅਦ 1 ਦਿਨ 2 ਦਿਨ ਕਿਤੇ ਬਾਹਰ ਲੈ ਜਾਣਗੇ, ਅਦਰਵਾਈਜ਼ ਨਹੀਂ। ਜਾਂ ਫਿਰ ਮੈਂ ਕਿਤੇ ਆਪਣੇ ਮੰਮੀ ਡੈਡੀ ਨੂੰ ਮਿਲਣ ਜਾਣਾ ਤਾਂ ਫਿਰ ਰਾਹ 'ਚ ਕਿਤੇ ਘੁੰਮ ਲੈਣਾ, ਬਸ ਹੋਰ ਕੁਛ ਨਹੀਂ। ਤੁਸੀਂ ਫ੍ਰੀडम ਕਿਹੋ ਜਿਹੀ ਚਾਹੁੰਦੇ ਸੀ ਜਿਹੜੀ ਕਿ ਨਹੀਂ ਸੀ ਤੁਹਾਨੂੰ? ਮੈਨੂੰ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਸੀ, ਮੈਨੂੰ ਆ ਸੀਗਾ ਕਿ ਗੁਰਦੁਆਰੇ ਜਾਣ ਤੋਂ ਤਾਂ ਰੋਕ ਟੋਕ ਨਾ ਹੋਵੇ। ਪਹਿਲਾਂ ਵੀ ਮੈਂ ਜ਼ਿਆਦਾ ਘੁੰਮੀ ਫਿਰੀ ਨਹੀਂ ਕਿ ਬਾਹਰ, ਮੈਨੂੰ ਇੰਨਾ ਸ਼ੌਕ ਹੀ ਨਹੀਂਗਾ ਘੁੰਮਣ ਫਿਰਨ ਦਾ। ਤਾਂ ਨਹੀਂ ਤੁਸੀਂ ਕਹਿ ਰਹੇ ਕਿ ਨਾਲ ਤਾਂ ਪਹਿਰਾਵੇ ਵਿੱਚ ਰੋਕ ਟੋਕ ਸੀਗੀ, ਪਹਿਰਾਵਾ ਕਿਉਂਕਿ ਪਹਿਰਾਵੇ ਵਿੱਚ ਤੁਸੀਂ ਪਹਿਰਾਵਾ ਕਿਹੋ ਜਿਹਾ ਚਾਹੁੰਦੇ ਸੀ ਪਾਉਣਾ? ਮੈਂ ਤਾਂ ਜਿਵੇਂ ਸੂਟ ਵਗੈਰਾ 'ਚ ਤਾਂ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ, ਜਿਵੇਂ ਪਲਾਜ਼ੋ ਵਗੈਰਾ ਨਹੀਂ ਪਾਉਣੇ। ਨਹੀਂ ਚਲੋ ਕੋਈ ਨਹੀਂ, ਪਿੰਡ ਵਿੱਚ ਕਹਿੰਦੇ ਆ ਤਾਂ ਇਟਸ ਓਕੇ, ਉਹ ਨਹੀਂ ਪਾਉਣੇ, ਆਪਾਂ ਨਹੀਂ ਪਾਏ। ਜੀਨਸ ਵਗੈਰਾ ਦਾ ਤਾਂ ਸ਼ੌਕ ਮੈਨੂੰ ਪਹਿਲਾਂ ਵੀ ਨਹੀਂ ਸੀਗਾ। ਨਹੀਂ ਤੁਸੀਂ ਪਹਿਰਾਵੇ ਦੀ ਗੱਲ ਕੀਤੀ ਹੈ, ਮਤਲਬ ਉਹ ਸੂਟ ਕਹਿੰਦੇ ਹੋਣੇ ਆ, ਤੁਸੀਂ ਚਾਹੁੰਦੇ ਹੋਣੇ ਟੌਪ ਵਗੈਰਾ ਨਹੀਂ ਸਰ, ਮੈਂ ਟੌਪ ਵਗੈਰਾ ਨਹੀਂ ਕਹਿ ਰਹੀ, ਮੈਂ ਕਹਿ ਰਹੀ ਹਾਂ ਜਿਵੇਂ ਕਿ ਥੋੜੇ ਚੂੜੀਦਾਰ ਪਲਾਜ਼ੋ ਆਈ ਪਾ ਲੈਂਦੀਆਂ ਨਾ ਕੁੜੀਆਂ ਅੱਜ ਕੱਲ, ਉਸ ਤਰ੍ਹਾਂ ਦੀ ਗੱਲ ਕਰ। ਤੁਸੀਂ ਮਤਲਬ ਫੈਸ਼ਨ ਦੇ ਵਿੱਚ ਰਹਿਣਾ ਪਸੰਦ ਕਰ ਰਹੀ ਸੀ ਕਿ ਕੁਦਰਤੀ ਗੱਲ ਤੁਹਾਡੀ ਇੰਸਪੈਕਟਰ ਅਤੇ ਮੈਨੂੰ ਜ਼ਿਆਦਾ ਫੈਸ਼ਨ ਨਹੀਂ ਪਸੰਦ ਸੀਗਾ, ਲੇਕਿਨ ਫਿਰ ਵੀ ਕਿਤੇ ਬਾਹਰ ਅੰਦਰ ਜਾਣ ਲੱਗੇ ਕਿਤੇ ਮਤਲਬ ਜੀ ਕਰ ਜਾਂਦਾ ਵਾ ਬਾਕੀਆਂ ਫਰੈਂਡਸ ਨੂੰ ਵੇਖ ਕੇ ਕਿ ਇਹ ਛੋਟੀ ਗੱਲ ਹੈ, ਇਹ ਘਰ ਦੇ ਵਿੱਚ ਐਡਜਸਟ ਹੋਣ ਵਾਲੀ ਗੱਲ ਨਹੀਂ। ਜਦੋਂ ਸ਼ਾਦੀ ਹੋ ਜਾਂਦੀ ਹੈ, ਤੁਸੀਂ ਜੇ ਦੂਜੇ ਘਰ ਵਿੱਚ ਜਾਂਦੇ ਹੋ, ਦੂਜੇ ਘਰ ਦੀ ਮਰਿਆਦਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਛੋਟੀ ਗੱਲ। ਐਨੀਵੇ ਤੁਸੀਂ ਘੁੱਟਣ ਮਹਿਸੂਸ ਕੀਤਾ, ਉਸ ਤੋਂ ਬਾਅਦ ਤੁਸੀਂ ਆਇਲਟ ਕੀਤੀ, ਕੈਨੇਡਾ ਆਏ, ਪਰ 2 ਮਹੀਨਿਆਂ ਦੇ ਵਿੱਚ ਹੀ ਤੁਸੀਂ ਆਣ ਕੇ ਆਪਣੇ ਹਸਬੰਡ ਦਾ ਫੋਨ ਬੰਦ ਕਰ ਦਿੰਦੇ ਆ। ਤੁਹਾਨੂੰ ਕੋਈ ਕੁੱਟਮਾਰ ਵੀ ਕੀਤੀ ਹੈ 1 ਸਾਲ ਦੇ ਵਿੱਚ? ਨਹੀਂ ਸਰ, ਬਸ ਸਭ ਇਹਨਾਂ ਦੀ ਇਨਫੋਰਮੇਸ਼ਨ ਵੈਸੇ ਹੀ ਕੰਟਰਾਡਿਕਟਰੀ ਹੋ ਗਈ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਕਹਿੰਦੇ ਸੀ ਕਿ ਕੁੱਟਮਾਰ ਇਹ ਗੁੱਡੀ ਨਾਲ ਕਰਦੇ ਰਹੇ, ਗੁੱਡੀ ਕਹਿੰਦੀ ਮੈਨੂੰ ਪਲਾਜੋ ਨਹੀਂ ਪਾਉਣ ਦਿੰਦੇ ਸੀਗੇ। ਸੋ ਇਹ ਦੋਨੇ ਕੰਟਰਾਡਿਕਟਰੀ ਗੱਲਾਂ ਨੇ। ਬਸ ਉਹ ਤਾਂ ਮੈਂ ਪੁੱਛ ਰਿਹਾ ਸੀ ਨਾ, ਵਿਚ ਇਜ਼ ਇਨਕੰਪਲੀਟ। ਪੂਰੀ ਗੱਲ ਤਾਂ ਸੁਣੀ ਨਹੀਂ ਰਹੀ, ਮੈਂ ਤਾਂ ਅਜੇ ਸਟਾਰਟ ਹੀ ਕੀਤੀ ਸੀ ਆਪਣੀ ਕਹਾਣੀ ਦੱਸਣੀ, ਤੁਸੀਂ ਤਦ ਹੀ ਸੁਣੀ ਆ। ਨਹੀਂ ਗੋ ਹੈਡ ਪਲੀਜ਼। ਹਾਂਜੀ, ਉਸ ਤੋਂ ਬਾਅਦ ਮਤਲਬ ਕਿ ਇਹਨਾਂ ਦੇ ਨਾਲ ਸਿਰਫ ਉਹ ਪਲਾਜ਼ੋ, ਮੈਂ ਕਹਿ ਰਹੀ ਕਿ ਉਹਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਮੈਂ ਕਿਹਾ ਚਲੋ ਇਟਸ ਓਕੇ, ਪਿੰਡਾਂ ਵਿੱਚ ਰਹਿੰਦੇ ਆ ਤਾਂ ਮੈਂ ਇਹ ਵੀ ਗੱਲ ਇਹਨਾਂ ਦੀ ਮੰਨ ਲਈ, ਉਵੇਂ ਜਿਵੇਂ ਕਹਿੰਦੇ ਸੀਗੇ। ਪਹਿਲੇ ਦਿਨ ਇਹਨਾਂ ਨੇ ਮੈਨੂੰ ਰੋਕਤਾ ਸੀਗਾ, ਮੈਂ ਕਿਹਾ ਚਲੋ ਕੋਈ ਨਹੀਂ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਕਰ ਲਾਂਗੇ, ਉਵੇਂ ਹੀ ਰਹਿ ਲਾਂਗੇ। ਐਨੀਵੇ ਤੁਸੀਂ ਆਪਣੀ ਨਨਾਣ, ਹੋਲਡ ਔਨ, ਤੁਸੀਂ ਇੱਥੇ ਆਪਣੀ ਨਨਾਣ ਦੇ ਕੋਲ ਤੁਹਾਨੂੰ ਇਹਨਾਂ ਨੇ ਸਾਲ ਦੇ ਵਿੱਚ ਕੁੱਟਮਾਰ ਵੀ ਕੀਤੀ ਹੈ? ਕੋਈ ਤੁਹਾਡੇ ਹੱਥ ਨਹੀਂ ਚੱਕਿਆ? ਹਾਂਜੀ, ਉਹੀ ਮੈਂ ਦੱਸ ਰਹੀ ਹਾਂ ਕਿ ਇਹਨਾਂ ਦਾ ਜਿਹੜਾ ਗੁੱਸਾ ਵਾ ਉਹ ਇਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਵਾ। ਵਿਆਹ ਤੋਂ ਪਹਿਲਾਂ ਵੀ ਇਹਨਾਂ ਦੀ ਮੰਮੀ ਮੈਨੂੰ ਦੱਸਿਆ ਕਰਦੀ ਸੀਗੀ ਕਿ ਵਿਆਹ ਤੋਂ ਪਹਿਲਾਂ ਇਹ ਚਾਹ ਨੂੰ ਆਈ ਕੰਧ ਤੇ ਰੋਲ ਦਿੰਦੇ ਸੀ, ਗਲਾਸ ਭੰਨ ਦਿੰਦੇ ਸੀਗੇ। ਇਹਨਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀਗਾ ਕਿ ਗੁੱਸੇ ਕਰਕੇ ਅਸੀਂ ਇਹਦਾ ਵਿਆਹ ਕੀਤਾ ਸੀਗਾ ਕਿ ਚਲੋ ਗੁੱਸੇ ਤੋਂ ਮਤਲਬ ਵਿਆਹ ਤੋਂ ਬਾਅਦ ਇਹ ਥੋੜਾ ਕੰਟਰੋਲ ਹੋ ਜਾਊਗਾ। ਪਰ ਫਿਰ ਉਹ ਸਾਰਾ ਗੁੱਸਾ ਇਹਨਾਂ ਦਾ ਮੇਰੇ ਤੇ ਹੀ ਆਉਣ ਲੱਗ ਗਿਆ। ਇਹਨੂੰ ਨਿੱਕੀ ਨਿੱਕੀ ਗੱਲ ਤੇ, ਜੇ ਮੈਂ ਕੁਝ ਵੀ ਨਿੱਕੀ ਜਿਹੀ ਵੀ ਗੱਲ ਕਹਿ ਰਹੀ ਤੇ ਉਹਦੇ ਤੇ ਇਹਨਾਂ ਨੂੰ ਇੰਨਾ ਗੁੱਸਾ ਆ ਜਾਣਾ। ਇੱਕ ਵਾਰ ਦੀ ਗੱਲ ਆ, ਮੈਂ ਇਹਨਾਂ ਦੇ ਫੋਨ ਦੇ ਵਿੱਚ ਆਪਣੀ ਕਲਾਸ ਲਾ ਰਹੀ ਸੀਗੀ, ਮੇਰੀ ਆਨਲਾਈਨ ਕਲਾਸਿਸ ਲੱਗਦੀ ਆ, ਮੈਂ ਕਲਾਸ ਲਾ ਰਹੀ ਸੀਗੀ। ਉਹ ਕਲਾਸ ਲਾਉਂਦੇ ਹੋਏ ਮੇਰੇ ਮੀਨਸ ਕੁਝ ਡਾਊਨਲੋਡ ਕਰਨੀਆਂ ਸੀ ਫਾਈਲ ਤੇ ਇਹਨਾਂ ਦੇ ਫੋਨ ਦੇ ਵਿੱਚ ਹੋ ਨਹੀਂ ਰਹੀਆਂ ਸੀ। ਮੈਂ ਇਹਨਾਂ ਦੇ ਵਿੱਚ ਫੋਨ ਦੇ ਵਿੱਚੋਂ ਕੀ ਕਹਿੰਦੇ ਆ ਕੁਝ YouTube ਵੀਡੀਓ ਸੀਗੀਆਂ ਜੋ ਐਵੇਂ ਸੀਗੀਆਂ, ਮਤਲਬ YouTube ਵੀਡੀਓ ਸੀ ਜਿਹੜੀਆਂ ਆਉਂਦੀਆਂ ਰਹਿੰਦੀਆਂ WhatsApp ਤੇ, ਉਹ ਸਾਰੀਆਂ ਮੈਂ ਸਾਈਡ ਕਰਕੇ 1-2 ਡਿਲੀਟ ਕਰਤੀਆਂ ਤੇ ਮੈਂ ਤਾਂ ਕਿ ਮੇਰੀ ਫਾਈਲ ਉੱਥੇ ਡਾਊਨਲੋਡ ਹੋ ਜਾਏ ਕਿਉਂਕਿ ਬਹੁਤ ਇੰਪੋਰਟੈਂਟ ਸੀਗੀ। ਤੇ ਬਸ ਉਹੀ ਫਾਈਲ ਅਜੇ ਡਿਲੀਟ ਕਰ ਹੀ ਰਹੀ ਸੀਗੀ, ਹੋ ਹੀ ਰਿਹਾ ਸੀ ਪ੍ਰੋਸੈਸ। ਇਹ ਆ ਗਏ ਰੂਮ ਦੇ ਵਿੱਚ, ਇਹਨਾਂ ਨੇ ਵੇਖਿਆ ਕਿ ਮੈਂ ਡਿਲੀਟ ਕਰ ਰਹੀ ਹਾਂ, ਇਹਨਾਂ ਨੇ ਮੇਰੇ ਤੋਂ ਫੋਨ ਫੜ ਲਿਆ, ਤੂੰ ਕੀ ਡਿਲੀਟ ਕਰ ਰਹੀ? ਮੈਂ ਕਿਹਾ ਕਿ ਜਸਟ ਇਹਦੇ ਵਿੱਚ ਜਗ੍ਹਾ ਨਹੀਂ ਹੈਗੀ ਸੀ, ਮੈਂ ਥੋੜੀ ਜਿਹੀ ਸਪੇਸ ਬਣਾ ਰਹੀ ਸੀ। ਕਹਿੰਦਾ ਮੇਰੀ ਇੰਪੋਰਟੈਂਟ ਵੀਡੀਓ, ਇਹਨਾਂ ਦੀ ਮਾਮੀ ਦੇ ਨਾਲ ਇਹਨਾਂ ਦਾ ਪਹਿਲਾਂ ਹੀ ਕੋਈ ਰੌਲਾ ਚੱਲ ਰਿਹਾ ਸੀ, ਕਹਿੰਦਾ ਉਹ ਵੀਡੀਓਜ਼ ਤੂੰ ਡਿਲੀਟ ਕਰਤੀਆਂ। ਮੈਂ ਕਿਹਾ ਨਹੀਂ ਜਸਟ ਮੈਂ ਉਹ ਨਹੀਂ ਕੀਤੀਆਂ ਗਿਆ,
ਮੈਂ ਸੱਚ ਕਹਿ ਰਹੀ ਹਾਂ, ਮੈਂ ਤਾਂ YouTube ਤੋਂ ਜਿਹੜੀਆਂ ਕੁਝ ਵੀਡੀਓਜ਼ ਆਉਂਦੀਆਂ ਉਹ ਡਿਲੀਟ ਕੀਤੀਆਂ ਵਾ। ਪਰ ਇਹਨਾਂ ਨੇ ਮੇਰੀ ਗੱਲ, ਇਹਨਾਂ ਨੂੰ ਗੁੱਸਾ ਇੰਨਾ ਜ਼ਿਆਦਾ ਚੜ ਗਿਆ ਕਿ ਆਏ ਕਿਵੇਂ ਬੋਲ ਰਹੀ ਹੈ। ਇਹਨਾਂ ਨੇ ਮੇਰੇ 2-3 ਚਪੇੜਾਂ ਉਦੋਂ ਹੀ ਮਾਰਤੀਆਂ। ਮੈਂ ਰੋ ਰਹੀ ਹਾਂ, ਮੈਂ ਕਹਿ ਰਹੀ ਹਾਂ, ਮੈਨੂੰ ਫਿਰ ਉਸ ਵਕਤ ਮੈਨੂੰ ਚਲੋ ਛੋਟੀ ਗੱਲ ਜਿਹੜੀ ਹੈ ਹਸਬੈਂਡ ਵਾਈਫ ਵਿੱਚ ਹੋ ਜਾਂਦੀ ਹੈ, ਕੋਈ ਬਲੀਡਿੰਗ ਵਗੈਰਾ, ਕੋਈ ਤੁਹਾਡੇ ਬੋਨ ਵਗੈਰਾ ਤਾਂ ਟੁੱਟੀ ਨਹੀਂ? ਹਾਂਜੀ, ਉਹੀ ਕਹਿ ਰਹੀ ਕਿ ਇੱਕ ਨਿੱਕੀ ਜਿਹੀ ਵੀਡੀਓ ਕਰਕੇ ਇਹਨਾਂ ਨੇ ਉਦੋਂ ਮੈਨੂੰ ਇੰਨਾ ਮਾਰਿਆ। ਮੇਰਾ ਸਵਾਲ ਇਹ ਹੈ, ਹੋਲਡ ਔਨ ਪਲੀਜ਼, ਕੁਆਇਟ, ਹੋਲਡ ਔਨ। ਸੌਰੀ ਗੁਰਵੀਨ, ਮੈਂ ਆਸਕਿੰਗ ਯੂ ਕਿ ਤੁਹਾਡੇ ਕੋਈ ਮਤਲਬ ਬਰੂਸ ਵਗੈਰਾ ਜਾਂ ਤੁਹਾਡੀ ਕੋਈ ਹੱਡੀ ਵਗੈਰਾ ਤਾਂ ਟੁੱਟੀ, ਜਾਂ ਤੁਹਾਡੀ ਕੋਈ ਬਲੀਡਿੰਗ ਤਾਂ ਨਹੀਂ ਗਈ? ਨਹੀਂ ਸਰ। ਓਕੇ ਫਾਈਨ, ਦਿਸ ਇਜ਼ ਨਾਰਮਲ। ਹਸਬੈਂਡ ਵਾਈਫ ਦਾ ਇਹ ਪਿਆਰ ਮੁਹੱਬਤ ਦੀ ਆਪਸ ਵਿੱਚ ਲੜਾਈ ਹੈ, ਛੋਟੀ ਗੱਲ ਹੈ। ਬਟ ਤੁਸੀਂ ਮੈਨੂੰ ਦੱਸੋ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕੁਝ ਹੀ ਸਮੇਂ ਬਾਅਦ ਤੁਸੀਂ ਜਾ ਕੇ ਆਪਣੀ ਨਨਾਣ ਦੇ ਘਰ ਵਿੱਚ ਰਹੇ ਹੋ, ਔਰ ਤੁਸੀਂ ਤੁਹਾਨੂੰ ਨਨਾਣ ਨੇ ਵੀ ਮੂਵ ਕਰ ਦਿੱਤਾ ਘਰੋਂ ਬਾਹਰ, ਜਾਂ ਤੁਸੀਂ ਆਪਣੇ ਆਪ ਗਏ ਆ? ਮੇਰੀ ਨਨਾਣ ਮਤਲਬ 2 ਮਹੀਨੇ ਤੱਕ ਤਾਂ ਉਹ ਠੀਕ ਰਹੀ, ਵਧੀਆ ਰਹੀ। ਉਸ ਤੋਂ ਬਾਅਦ ਉਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰਤਾ। ਤੰਗ ਕਿਸ ਗੱਲ ਤੋਂ? ਕਿਹੜੀ ਤੰਗੀ ਦਿੱਤੀ ਤੁਹਾਨੂੰ? ਤੰਗ ਇਸ ਹਿਸਾਬ ਨਾਲ ਕਿ ਜਿਵੇਂ ਕਿ ਮੇਰੇ ਬੈਗਾਂ ਨੂੰ ਲੌਕ ਲਾ ਕੇ ਰੱਖਦੀ ਸੀ ਹਰ ਚੀਜ਼ ਦੇ ਵਿੱਚ। ਜੇ ਮੈਂ ਕੁਝ ਵੀ ਲੈਣਾ ਵਾ ਕਰਨਾ ਵਾ ਤੇ ਉਹਨੇ ਲੌਕ ਖੋਲ ਕੇ ਉਹਦੇ ਵਿੱਚੋਂ ਮੈਨੂੰ ਕੱਪੜੇ ਦੇਣੇ, ਜੋ ਵੀ ਚੀਜ਼ਾਂ ਮੈਨੂੰ ਉਹ ਤੋਂ ਪੁੱਛ ਕੇ ਕਿ ਦੀਦੀ ਮੈਨੂੰ ਆਹ ਪਾਉਣਾ ਵਾ। ਉਹਨੇ ਮੈਨੂੰ ਸੋਨਾ ਦੇਣਾ, ਤੇ ਉਹ ਵੀ ਜਦੋਂ ਕੋਈ ਫੰਕਸ਼ਨ ਹੋਣਾ ਉਹਨੇ ਲੌਕ ਲਾ ਕੇ ਰੱਖਣਾ, ਉਹਨੂੰ ਵਿੱਚੋਂ ਉਹਨੇ ਮੈਨੂੰ ਕੱਢ ਕੇ ਦੇ ਦੇਣਾ ਕਿ ਆਹ ਹੁਣ ਪਾ ਲਿਆ ਤੇ ਇਹਨੂੰ ਰਾਤ ਨੂੰ ਵਾਪਿਸ ਕਰ ਦੀ, ਇੱਥੇ ਚੋਰ ਬਹੁਤ ਹੁੰਦੇ ਆਏ ਆ ਜੋ, ਤੇ ਆਪਾਂ ਇਹਨੂੰ ਲੌਕ ਲਾ ਕੇ ਰੱਖਾਂਗੇ। ਹੋਲਡ ਔਨ। ਗੁਰਵੀਨ, ਤੁਸੀਂ ਬਰਮਟਨ ਚ ਰਹੇ ਹੋ, ਔਰ ਜਿਹੜੀ ਨਨਾਣ ਨੇ ਬੜੀ ਚੰਗੀ ਸਿਆਣੀ ਮੈਂ ਕਹੂੰਗਾ, ਕਿਉਂਕਿ ਇੱਥੇ ਚੋਰ ਹੈ। ਲੋਕ ਤਾਂ ਤੁਹਾਡੇ ਘਰੋਂ ਬਾਹਰ ਪਈ ਚੀਜ਼ਾਂ ਚੁੱਕ ਕੇ ਲੈ ਜਾਂਦੇ ਆ ਔਰ ਅੰਦਰੋਂ ਲੈ ਜਾਂਦੇ ਆ ਔਰ ਚੋਰੀਆਂ ਕਰਦੇ ਆ। ਤੇ ਚੋਰ ਨੇ ਗੱਡੀਆਂ ਚੁੱਕ ਕੇ ਲੈ ਜਾਂਦੇ ਆ, ਗੱਡੀਆਂ ਚੁਕਾਈਆਂ ਜਾ ਰਹੀਆਂ ਨੇ। ਸੋ ਇੱਥੇ ਬਰਮਟਨ ਦੇ ਵਿੱਚ ਜੋ ਕੁਝ ਵੀ ਕਿਹਾ ਤੁਹਾਡੀ ਨਨਾਣ ਨੇ ਸੱਚ ਕਿਹਾ, ਔਰ ਤੁਹਾਡੀ ਜ਼ਿੰਦਗੀ ਦੀ ਹਿਫਾਜ਼ਤ ਵਾਸਤੇ ਅਤੇ ਤੁਹਾਡੀ ਚੰਗੀ ਸੇਫਟੀ ਵਾਸਤੇ ਗੱਲ ਕੀਤੀ, ਕੋਈ ਮਾੜੀ ਗੱਲ ਨਹੀਂ ਕੀਤੀ। ਤੁਹਾਨੂੰ ਅਪਰੋਚ ਕੀਤੀ ਹੈ। ਉਹ ਮੈਂ ਆਪਣੇ ਬੈਗ ਵਿੱਚ ਵੀ ਤਾਂ ਰੱਖ ਸਕਦੀ ਸੀ ਨਾ। ਜਿਹੜੇ ਸਿਆਣੇ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਕੋਈ ਚੀਜ਼ ਨਾ ਇੱਧਰ ਉੱਧਰ ਕਰ ਲੈਣ। ਸੋ ਇਹ ਆਈ ਥਿੰਕ ਇਹਦੇ ਵਿੱਚ ਤੋਂ ਕਿੰਤੂ ਪਰੰਤੂ ਕਰਨਾ, ਤੁਸੀਂ ਇਹਨੂੰ ਸੀਰੀਅਸ ਲੈ ਗਏ ਹੋ, ਤੁਸੀਂ ਇਹਨੂੰ ਟਰਸਟ ਕਰ ਗਏ ਹੋ। ਅੱਛਾ ਸਰ, ਮੈਂ ਇਹਨੂੰ ਸੀਰੀਅਸ ਨਹੀਂ ਲੈ ਗਈ। ਮੇਨ ਗੱਲ ਤਾਂ ਆ ਹੋਈ ਸੀ ਕਿ ਇਹਨਾਂ ਨੇ ਮੈਨੂੰ ਜਿਹੜੀ ਸਿਮ ਲੈ ਕੇ ਦਿੱਤੀ ਸੀਗੀ, ਉਹ ਸਿਮ ਦੇ ਬਿੱਲ ਦੇ ਪਿੱਛੇ ਲੜਾਈ ਹੋਈ ਆ। ਮੇਨ ਤਾਂ ਸਟਾਰਟਿੰਗ ਹੀ ਉੱਥੋਂ ਹੋਈ ਆ। ਕੀ ਗੱਲ ਹੋਈ ਸੀ? ਹਾਂਜੀ, ਇਹਨਾਂ ਨੇ ਮੈਨੂੰ ਸਿਮ ਲੈ ਕੇ ਦਿੱਤੀ ਸੀਗੀ, ਫਰੀडम ਦੀ ਸਿਮ ਇੱਥੇ ਚੱਲਦੀ ਆ, ਕਿਉਂਕਿ ਮੇਰੇ ਕੋਲ ਕ੍ਰੈਡਿਟ ਕਾਰਡ ਹੈ ਨਹੀਂ ਸੀਗਾ, ਤੇ ਇਹਨਾਂ ਨੇ ਆਪਦੇ ਕ੍ਰੈਡਿਟ ਕਾਰਡ ਤੇ ਮੈਨੂੰ ਮੇਰੀ ਨਨਾਣ ਨੇ ਸਿਮ ਲੈ ਕੇ ਦਿੱਤੀ। ਉਹ ਸਿਮ ਲੈਣ ਤੋਂ ਬਾਅਦ ਉਹਦਾ ਬਿੱਲ ਉਹਨਾਂ ਦੇ ਫੋਨ ਦੇ ਵਿੱਚ ਆਉਂਦਾ ਸੀ, ਜਿਵੇਂ ਕਿ ਸਾਰੇ ਜਾਣਦੇ ਕਿ ਉਸ ਤੇ ਦੋਵਾਂ ਦੇ ਉਹਦੇ ਕ੍ਰੈਡਿਟ ਕਾਰਡ ਤੇ ਦੋਵੇਂ ਬਿੱਲ ਆਉਂਦੇ ਸੀ, ਤੇ ਉਹ ਮੈਨੂੰ ਦੱਸ ਦਿੰਦੇ ਸੀ ਕਿ ਇੰਨੇ ਪੈਸੇ ਆਏ ਆ, ਤੂੰ ਮੈਨੂੰ ਮੈਨੂੰ ਦੇ ਦੇ। ਤੇ ਮੈਂ ਸਿਰਫ ਇੰਨਾ ਹੀ ਕਿਹਾ ਕਿ ਆਪਾਂ ਇੱਕ ਕੰਮ ਕਰਦੇ ਆ। ਉਹ ਕਹਿੰਦੇ ਕਿ ਆਪਾਂ ਨੂੰ ਬਾਰ-ਬਾਰ ਸ਼ੌਪ ਤੇ ਜਾਣਾ ਪੈਣਾ ਵਾ ਪੇ ਕਰਨ ਵਾਸਤੇ। ਮੈਂ ਕਿਹਾ ਦੀਦੀ ਇਹਨੂੰ ਆਪਾਂ ਫੋਨ ਦੇ ਵਿੱਚ ਹੀ ਡਾਊਨਲੋਡ ਕਰ ਲਈਏ, ਉੱਥੋਂ ਹੀ ਆਪਾਂ ਪੇ ਕਰ ਦਿਆ ਕਰਾਂਗੇ, ਆਪਾਂ ਬਾਰ-ਬਾਰ ਸ਼ੌਪ ਜਾਂਦੇ ਆ। ਤੇ ਉਹ ਕਹਿੰਦੇ ਕਿ ਇਹ ਨਹੀਂ ਹੁੰਦਾ ਗਾ, ਹੋ ਹੀ ਨਹੀਂ ਸਕਦਾ ਇੱਥੇ। ਮੈਂ ਕਿਹਾ ਇਟਸ ਓਕੇ, ਮੈਂ ਆਪਣੇ ਭਰਾ ਤੋਂ ਪੁੱਛ ਕੇ ਦੱਸਦੀ ਆ, ਸ਼ਾਇਦ ਉਹਨੂੰ ਪਤਾ ਹੋਵੇ, ਕਿਉਂਕਿ ਉਹਨੂੰ ਸਭ ਕੁਝ ਪਤਾ ਵਾ। ਤੇ ਮੈਂ ਉਹ ਤੋਂ ਪੁੱਛਿਆ ਆਪਣੇ ਭਰਾ ਤੋਂ ਕਿ ਐਂ ਹੁੰਦਾ ਵਾ ਕਿ ਫੋਨ ਦੇ ਬਿੱਲ ਆਪਾਂ ਸ਼ੌਪ ਤੇ ਜਾ ਕੇ ਪੇ ਕਰਨੇ, ਆਪਾਂ ਆਨਲਾਈਨ ਨਹੀਂ ਕਰ ਸਕਦੇ। ਉਹ ਕਹਿੰਦਾ ਕਿ ਨਹੀਂ, ਤੇ ਉਹਨੇ ਸਾਡੀ ਹੈਲਪ ਕਰਕੇ ਇੱਕ ਅਕਾਊਂਟ ਬਣਾਤਾ ਸਾਨੂੰ ਦੋਵਾਂ ਨੂੰ ਸਾਂਝਾ। ਬਸ ਉਸ ਅਕਾਊਂਟ ਹੀ ਇਹਨਾਂ ਨੂੰ ਪ੍ਰੋਬਲਮ ਹੋ ਗਈ, ਕਿਉਂਕਿ ਉਹਦਾ ਪਾਸਵਰਡ ਆਈਡੀ ਉਹਨੇ ਸਾਨੂੰ ਦੱਸਤਾ, ਤੇ ਉਸ ਤੋਂ ਬਾਅਦ ਉਹਨੇ ਉਸਨੂੰ ਕੁਝ ਵੀ ਨਹੀਂ ਕੀਤਾ, ਉਹਦੇ ਵਿੱਚ ਤਾਂ ਫੋਨ ਦਾ ਬਿੱਲ ਹੀ ਪੇ ਕਰੀਦਾ ਸੀਗਾ। ਹਾਂਜੀ, ਆਪਾਂ ਗੁਰਵੀਨ ਜੀ ਸੌਰੀ ਟੂ ਇੰਟਰਰਪਟ ਯੂ, ਆਪਾਂ ਗੱਲਾਂ ਇਸ ਹਿਸਾਬ ਨਾਲ ਕਰਨ ਲੱਗ ਗਏ ਜਿਵੇਂ ਵੀ ਵੀਕਐਂਡ ਹੁੰਦਾ ਆਪਣੇ ਕੋਲੇ, ਫਰਾਈਡੇ ਲੌਂਗ ਵੀਕਐਂਡ ਹੀ ਲਾ ਲਓ। ਚਲੋ ਵੀ ਫਰਾਈਡੇ ਤੋਂ ਗੱਲਾਂ ਕਰਨ ਲੱਗੇ, ਆਪਾਂ ਸੈਟਰਡੇ ਵੀ ਗੱਲਾਂ ਕਰੀਏ ਤੇ ਫਿਰ ਆਪਾਂ ਸੰਡੇ ਵੀ ਗੱਲਾਂ ਕਰੀਏ, ਤੇ ਮੰਡੇ ਸਰੀਰ ਜਾ ਟੁੱਟੇ ਹਨਾ। ਆਪਾਂ ਗੱਲਾਂ ਇਸ ਲੈਵਲ ਦੀਆਂ ਛੇੜ ਲੀਆਂ। ਮਸਲਾ ਇਹ ਨਹੀਂਗਾ ਕਿ ਤੁਹਾਡਾ ਸਿਮ ਟੁੱਟ ਗਿਆ, ਕਿ ਤੁਹਾਡੀ ਕੋਈ YouTube ਦੀ ਵੀਡੀਓ ਡਿਲੀਟ ਕਰਤੀ ਇਹਨੇ, ਜਾਂ ਫਿਰ ਕੋਈ ਮਾੜੀ ਮੋਟੀ ਮੀਆਂ ਬੀਬੀ ਦੇ ਵਿੱਚ ਤੂੰ ਮੈਂ ਹੋ ਗਈ ਹਨਾ। ਮਸਲਾ ਇਹ ਹੈ ਜੀ, ਮੁੰਡੇ ਵਾਲੇ ਕਹਿੰਦੇ ਤੁਸੀਂ ਲਵਾਇਆ 26 ਲੱਖ ਤੇ ਤੁਸੀਂ ਸਾਰਾ ਟੱਬਰ ਹੁਣ ਇਹ ਕਹਿੰਦੇ ਵੀ ਤੁਸੀਂ ਸਾਡਾ ਪੱਟ ਲਓ, ਕੀ ਪੱਟਣਾ, ਮੈਂ ਕੈਨੇਡਾ ਆਉਣਾ ਸੀ ਤੇ ਮੈਂ ਆ ਗਈ ਆ। ਉਹਨਾਂ ਦਾ ਮਸਲਾ ਇਹ ਹੈ, ਮਸਲਾ ਸਿਮ ਦਾ ਨਹੀਂ ਹੈਗਾ। ਸਿਮ 26 ਲੱਖ ਰੁਪਏ ਚ ਤਾਂ ਭਾਵੇਂ ਸਾਰਾ ਕੁੜਮ ਕਬੀਲਾ ਆਪਣਾ ਸਾਰੀ ਉਮਰ ਹੀ ਚਲਾਈ ਚੱਲੇ। ਮਸਲੇ ਮੁੱਦੇ ਤੇ ਆਓ ਭੈਣ ਜੀ, ਵੀ ਤੁਸੀਂ ਜੇ ਤੁਹਾਨੂੰ ਇਹਨਾਂ ਤੋਂ ਪਰੇਸ਼ਾਨੀ ਸੀ, ਤੁਸੀਂ ਇੰਡੀਆ ਪੰਜਾਬ ਵਿੱਚ ਰਹਿੰਦੇ ਹੋਏ ਉਦੋਂ ਕਹਿੰਦੇ ਵੀ ਭਾਈ ਮੈਂ ਤੁਹਾਡੇ ਪੈਸਿਆਂ ਤੇ ਆਪਾਂ ਨਹੀਂ ਜਾਣਾ, ਚੱਕੋ ਮੈਂ ਕੈਨੇਡਾ ਨਹੀਂ ਜਾਣਾ ਤੁਹਾਡੇ ਪੈਸਿਆਂ ਤੇ, ਮੈਂ ਆਪਦੇ ਹੱਕ ਤੇ ਜਾਊਂਗੀ ਨਾ। ਮਸਲਾ ਇਹ ਹੈ ਵੀ ਤੁਸੀਂ ਕੈਨੇਡਾ ਆ ਕੇ ਕਾਹਤੋਂ ਮੁੱਕਰ ਗਏ, ਕਿਉਂ ਕਿਸੇ ਨੂੰ ਮਤਲਬ ਕਿ ਉਹਨਾਂ ਨੂੰ ਕਾਹਤੋਂ ਡੋਬਾ ਦਿੱਤਾ? ਇਹ ਕਿਵੇਂ ਤੁਹਾਡੀ ਕੋਈ ਪਹਿਲਾਂ ਪਲੈਨਿੰਗ ਸੀ, ਜਾਂ ਫਿਰ ਕੀ ਗੱਲ ਆ ਗਈ ਕੈਨੇਡਾ ਆ ਕੇ ਤੁਹਾਡੇ ਦਿਮਾਗ ਦੇ ਵਿੱਚ? ਇਹਨਾਂ ਨੇ ਕਾਫੀ ਵੀਡੀਓ ਭੇਜੀਆਂ ਜਿਹੜੇ ਹਿਸਾਬ ਨਾਲ ਤੁਸੀਂ ਬਰਫ਼ ਤੇ ਘੋਕੇ ਜੇ ਡਿੱਗੇ ਐ ਗਿੱਟਾ ਵੀ ਨਿਕਲ ਸਕਦਾ ਜੀ ਤੁਹਾਡਾ, ਤੇ ਤੁਸੀਂ ਕਹਿੰਦੇ ਤੁਹਾਨੂੰ ਇਹਨਾਂ ਨੇ ਟੱਚ ਕੀਤਾ ਤੇ ਤੁਹਾਡੇ ਪੀੜ ਲੱਗੀ ਹੈ ਨਾ। ਉਹ ਕਈ ਮਸਲੇ ਜੇ ਭੈਣ ਜੀ ਉਲਝੇ ਪਏ ਨੇ, ਇਹ ਸਾਡੀ ਪਬਲਿਕ ਜਾਣਨਾ ਚਾਹੁੰਦੀ ਆ। ਇਹੋ ਜੀ ਕੋਈ ਗੱਲ, ਮੈਨੂੰ ਇਹਨਾਂ ਨਾਲ ਕੋਈ ਪ੍ਰੋਬਲਮ ਹੀ ਨਹੀਂ ਸੀਗੀ। ਮੈਂ ਸਿਰਫ ਇਹ ਕਿਹਾ ਕਿ ਦੀਦੀ
ਹੁੰਦੀ ਹੈ, ਉਹ ਮੇਰੇ ਭਰਾ ਨੂੰ ਮਾੜਾ ਚੰਗਾ ਉਹਨੇ ਬਹੁਤ ਬੋਲਿਆ ਉਸ ਸਿਰਫ ਇੱਕ ਸਿਮ ਦੇ ਕਾਰਨ। ਮੈਂ ਕਿਹਾ ਕਿ ਦੀਦੀ ਦੇ ਨਾਲ ਜ਼ਿਆਦਾ ਰਹੂੰਗੀ ਤੇ ਆਪਣਾ ਔਖਾ ਹੀ ਹੋਣਾ ਵਾ। ਉਹਨਾਂ ਨੇ ਮੈਨੂੰ ਆਪ ਹੀ ਕਹਿਤਾ ਕਿ ਸ਼ਿਫਟ ਹੋ ਜਾ, ਮੈਂ ਆਪਣਾ ਆਟੋ ਕੀ ਸ਼ਿਫਟ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਆਪ ਹੀ ਲੜਾਈ ਕਰਨੀ ਸ਼ੁਰੂ ਕਰਤੀ, ਹੁਣ ਮੇਰੇ ਉੱਤੇ ਲਾਤਾ ਸਾਰਾ ਜਾਮ। ਆਪ ਹੀ ਉਹਨਾਂ ਨੇ ਵੀਡੀਓ ਕਾਲ ਤੇ ਮੈਨੂੰ ਧਮਕੀ ਦੇਤੀ ਕਿ ਹੁਣ ਦੇਖੀ ਤੈਨੂੰ ਅਸੀਂ ਕੋਰਟ ਕਚਹਿਰੀਆਂ 'ਚ ਘੜੀਸਾਂਗੇ, ਆਏ ਕਰਾਂਗੇ ਓਏ ਕਰਾਂਗੇ। ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆਪ ਇਹ ਸਾਰੀਆਂ ਗੱਲਾਂ ਕਹੀਆਂ। ਹੁਣ ਫਿਰ ਆਪ ਹੀ ਉਸ ਗੱਲਾਂ ਨੂੰ ਦੂਜੇ ਪਾਸੇ ਲੈ ਗਈ। ਮੈਂ ਤਾਂ ਆ ਵੀ ਮੈਸੇਜ ਕੀਤਾ ਕਿ ਜਸਟ ਮੈਨੂੰ ਤੁਹਾਡੇ ਨਾਲ ਕੋਈ ਪ੍ਰੋਬਲਮ ਨਹੀਂ ਗੀ, ਤੁਸੀਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਉਹਨਾਂ ਦਾ ਫੋਨ ਕੋਈ ਬਲੌਕ ਨਹੀਂ ਕੀਤਾ, ਕਦੇ ਵੀ ਨਹੀਂ ਕੀਤਾ। ਮੈਨੂੰ ਨਹੀਂ ਪਤਾ ਉਹ ਇਹ ਸਾਰੀਆਂ ਗੱਲਾਂ ਕਿੱਥੋਂ ਕਹਿ ਰਹੇ ਆ। ਓਕੇ ਗੁਰਵੀਨ, ਹੋਲਡ ਔਨ 1 ਸੈਕਿੰਡ। ਗੁਰਵੀਨ, ਹਾਂਜੀ ਬੇਟਾ ਤੁਸੀਂ ਚਾਹੁੰਦੇ ਹੋ ਕਿ ਆਪਣੇ ਹਸਬੈਂਡ ਦੇ ਨਾਲ ਰਹਿਣਾ, ਜਸ ਸਰ ਨੋ? ਹਾਂਜੀ ਸਰ, ਮੈਨੂੰ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਗੀ। ਮੈਂ ਤਾਂ ਉਹਨਾਂ ਦੀਆਂ ਮਿੰਨਤਾਂ ਕਰ ਰਹੀ ਹਾਂ। ਮੈਂ ਰੋਜ਼ ਦਿਨ ਰਾਤ ਉਹਨਾਂ ਨੂੰ ਮੈਸੇਜ ਕਰਦੀ ਰਹੀ ਹਾਂ। ਮੈਂ ਮਾਰਚ ਤੱਕ ਮੈਂ ਮੈਸੇਜ ਕੀਤੇ। ਇੱਕ ਸੈਕਿੰਡ, ਹੋਲਡ ਔਨ, ਸਲੋ ਡਾਊਨ। ਦੋ ਕੁਐਸਚਨ ਨੇ। ਅਸੀਂ ਚਾਹੁੰਦੇ ਕਿ ਤੁਹਾਡਾ ਪੈਚਅਪ ਕਰਾਇਆ ਜਾਵੇ, ਤੁਹਾਡੀ ਜ਼ਿੰਦਗੀ ਜਿਹੜੀ ਆ ਈਜ਼ੀ ਹੋਵੇ। ਤੁਹਾਡੇ ਫਾਦਰ ਸਾਹਿਬ ਦੇ ਗੁਰਦੇ ਠੀਕ ਨਹੀਂ ਹੈ ਔਰ ਤੁਹਾਡੀ ਨਾਨੀ ਦੀ ਇਨਵੋਲਵਮੈਂਟ ਹੈ। ਤੁਹਾਡੇ 420 ਦਾ ਮੁਕੱਦਮਾ ਸ਼ੁਰੂ ਹੋ ਗਿਆ, ਤੁਹਾਨੂੰ PR ਨਹੀਂ ਮਿਲਣੀ ਔਰ ਤੁਹਾਡੀ ਮਦਰ ਵੀ ਕੋਰਟ ਕਚਹਿਰੀਆਂ ਵਿੱਚ ਜਾਵੇਗੀ, ਤੁਹਾਡਾ ਬ੍ਰਦਰ ਦੀ ਵੀ ਜ਼ਮਾਨਤਾਂ ਔਰ ਚੱਕਰ ਪੈ ਗਿਆ। ਬੜਾ ਸੀਰੀਅਸ ਇਸ ਨੂੰ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਸੋਲਵ ਕੀਤੀ ਜਾਵੇ। ਜਸਟ ਕਿ ਜੈਸ ਸਰ ਨੋ, ਤੁਸੀਂ ਸਭ ਕੁਝ ਭੁਲਾ ਕੇ ਜਾਂ ਗਲਤੀ ਹੈ ਜਾਂ ਨਹੀਂ ਗਲਤੀ, ਤੁਸੀਂ ਆਪਣੇ ਸਹੁਰੇ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਹੋ ਜਾਂ ਨਹੀਂ ਜਾਣਾ ਚਾਹੁੰਦੇ? ਸਰ ਮੈਨੂੰ ਉਹਨਾਂ ਦੇ ਨਾਲ ਰਹਿਣ ਨਾਲ ਕੋਈ ਪ੍ਰੋਬਲਮ ਨਹੀਂ। ਓਕੇ ਫਾਈਨ, 1 ਸੈਕਿੰਡ ਹੋਲਡ ਔਨ। ਤੁਸੀਂ ਆਪਣੇ ਹਸਬੈਂਡ ਨੂੰ ਕਰੋ ਸਪਾਂਸਰ ਕਰੋਗੇ? ਸਰ ਜਦੋਂ ਕਹਿਣਗੇ ਮੈਂ ਤਾਂ ਮਿੰਨਤਾਂ ਕਰ ਰਹੀ ਹਾਂ। ਮੈਂ ਤਾਂ ਦਿਨ ਰਾਤ ਮਿੰਨਤਾਂ ਕਰ ਰਹੀ ਹਾਂ ਕਿ ਤੁਸੀਂ 1 ਸੈਕਿੰਡ ਹੋਲਡ ਔਨ। ਤੁਸੀਂ ਜੇ ਮੈਂ ਤੁਹਾਨੂੰ ਕਹਾਂ ਤਾਂ ਤੁਸੀਂ ਆਪਣੇ ਹਸਬੈਂਡ ਨੂੰ ਸਪਾਂਸਰ ਕਰੋਗੇ? ਹਾਂਜੀ ਓਕੇ ਹੋਲਡ ਔਨ। ਜਸਕੀਰਤ, ਜਸਕੀਰਤ ਤੁਸੀਂ ਸਹੁਰੇ ਤੁਹਾਡੀ ਵਾਈਫ ਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਚੁੱਕੇ ਹਾਂ। ਜਸਕੀਰਤ ਤੁਹਾਡਾ ਸਭ ਕੁਝ ਭੁਲਾ ਕੇ ਤੁਹਾਨੂੰ ਸਪਾਂਸਰ ਕਰਨਾ ਚਾਹੁੰਦੀ ਕੈਨੇਡਾ 'ਚ, ਤੇ ਤੁਸੀਂ ਰੈਡੀ ਹੋ? ਜੇ ਤੁਹਾਨੂੰ ਸਪਾਂਸਰ ਕਰੇ ਤਾਂ ਤੁਸੀਂ ਆਉਣ ਨੂੰ ਤਿਆਰ ਹੋ? ਸਰ ਮੈਂ ਤੁਹਾਨੂੰ ਵਿਚਲੀ ਗੱਲ ਦੱਸਦਾ, ਜਿਹੜਾ ਮੇਰਾ ਇੱਕ ਸਾਲਾ ਰੁਪਿੰਦਰ ਸਿੰਘ ਅਮਰੀਕਾ ਵਿੱਚ ਹੈ ਨਾ, ਮੈਂ ਉਹਦੀ ਕਾਲ ਆਪਦੇ ਕੰਨੀ ਸੁਣੀ। ਮੇਰੀ ਵਾਈਫ ਆਪਦੇ ਪੇਪੀ ਗਈ ਸੀ, ਉਹ ਇਹਨੂੰ ਕਹੀ ਜਾਂਦਾ ਸੀ, ਕਹਿੰਦਾ ਉਹਦਾ ਗੋਲਡੀ ਵਾਲੇ ਫੋਨ ਤੇ ਫੋਨ ਆਇਆ ਸੀ, ਕਹਿੰਦਾ ਜੇ ਗੁਰਵੀਨ ਕਹਿੰਦਾ ਜੱਟ ਤੈਨੂੰ ਮਾੜਾ ਮੋਟਾ ਕੁਛ ਆਖੂਗਾ, ਕਹਿੰਦਾ ਮੇਰੇ ਇੰਡੀਆ ਦੇ ਵਿੱਚ ਵੀ ਬੰਦੇ ਹੈਗੇ, ਮੇਰੇ ਕੈਨੇਡਾ ਦੇ ਵਿੱਚ ਵੀ ਬੰਦੇ ਹੈਗੇ, ਕਹਿੰਦਾ ਮੈਂ ਘਰੋਂ ਚੁਕਾ ਦੂੰ। ਸਰ ਕੁਝ ਦਿਨ ਪਹਿਲਾਂ ਉਹ ਅਮਰੀਕਾ ਤੋਂ ਕੈਨੇਡਾ ਹੋ ਕੇ ਗਿਆ ਜੀ ਉਹਦੇ ਕੋਲੇ। ਮੈਂ ਤੇ ਹੋਲਡ ਔਨ ਸਟਾਪ ਇਟ ਪਲੀਜ਼। ਗੁਰਵੀਨ ਲੈਟ ਮੀ ਹੈਂਡਲ ਦਿਸ। ਜਸਕੀਰਤ ਤੇਰਾ ਮੈਨੂੰ ਲੱਗਦਾ ਤੂੰ ਹਾਈਪਰ ਬਹੁਤ ਜ਼ਿਆਦਾ ਹੈ, ਤੇਰਾ ਟੈਂਪਰ ਤੂੰ ਨਹੀਂ ਕਰ। ਲਿਸਨ ਟੂ ਮੀ ਵੈਰੀ ਕੇਅਰਫੁਲ। ਇਹ ਮੈਟਰ ਨਹੀਂ ਤੁਸੀਂ ਮੈਨੂੰ ਅਪਰੋਚ ਕੀਤਾ ਤੇ ਮੈਂ ਤੁਹਾਡੀ ਹਾਂ ਵਿੱਚ ਹਾਂ ਉਡਾਉਣੀ ਹੈ। ਜਸਕੀਰਤ ਲੜਕੀ ਸਾਫ਼ ਸਪਸ਼ਟ ਮੰਨ ਰਹੀ ਹੈ ਕਿ ਮੈਂ ਸਪਾਂਸਰ ਕਰਨ ਨੂੰ ਤਿਆਰ ਹਾਂ, ਤੇ ਤੂੰ ਵਿਆਹ ਗੁਰਵੀਨ ਨਾਲ ਕਰਾਇਆ ਹੋਇਆ, ਨਾ ਕਿਸੇ ਹੋਰ ਨਾਲ ਕਰਾਇਆ ਹੋਇਆ, ਠੀਕ ਹੈ? ਸੋ ਉਹ ਰੈਡੀ ਆ ਔਰ ਹਰ ਕੰਡੀਸ਼ਨ ਤੇ ਮੰਨਣ ਨੂੰ ਤਿਆਰ ਹੈ। ਤੂੰ ਵੀ ਆਪਣੇ ਸੁਭਾਅ ਦੇ ਵਿੱਚ ਪਰਿਵਰਤਨ ਲੈ ਕੇ ਆ ਫੌਰਨ। ਤੂੰ ਚਾਹੁੰਦਾ ਆ ਇਸ ਰਜਿਸਟਰ ਰੱਖਣਾ, ਜੈਸ ਔਰ ਨੋ? ਸਰ ਮੈਂ ਤਾਂ ਚਾਹੁੰਦਾ ਸੀਗਾ ਜੀ, ਪਰ ਇਹ ਮੈਨੂੰ ਮੰਨ ਕੇ ਚੱਲੋ ਵੀ ਸਾਰਾ ਕੁਝ ਕਹਿਤਾ ਕਿ ਜੀ ਮੈਂ ਜਿਹਦੇ ਨਾਲ ਰਹਿਣਾ ਉਹਦੇ ਨਾਲ ਹੀ ਜ਼ਿੰਦਗੀ ਕੱਟੂ, ਤੇਰੀ ਕੋਈ ਫੈਲ ਨਹੀਂ ਲੱਭਣੀ, ਕਹਿੰਦੀ ਮੇਰੀ। ਮੇਰਾ ਸਵਾਲ ਗੁਰਵੀਨ ਕਹਿ ਰਹੀ ਹੈ ਅੱਜ ਰੇਡੀਓ ਤੇ, ਕਹਿੰਦੀ ਮੈਂ ਮੁੰਡੇ ਨੂੰ ਤਲਾਕ ਦੇਣੇ। ਹੋਲਡ ਔਨ ਜਸਕੀਰਤ ਇੱਕ ਮਿੰਟ, ਲਿਸਨ ਟੂ ਮੀ 1 ਸੈਕਿੰਡ। ਹੋਲਡ ਔਨ ਪਲੀਜ਼, ਹੋਲਡ ਔਨ, ਸਟਾਪ ਇਟ, ਲਿਸਨ ਟੂ ਮੀ। ਤੁਸੀਂ ਕਈ ਵਾਰੀ ਕਿਹੋ ਜਿਹੇ ਮੀਡੀਆ ਤੇ ਜਾਂਦੇ ਹੋ ਕਿਉਂਕਿ ਤੁਹਾਡੇ ਮੁਤਾਬਕ ਗੱਲ ਕਰਦੇ ਆ, ਇਹ ਸਟੇਟ ਫਾਰਵਰਡ ਹੈ ਮੈਮ। ਜਦੋਂ ਤੁਹਾਡੀ ਵਾਈਫ ਕਹਿ ਰਹੀ ਆ ਮੈਂ ਸਪਾਂਸਰ ਕਰਨ ਨੂੰ ਤਿਆਰ ਆ, ਸੋ ਤੁਸੀਂ ਆਪਣੇ ਗੁੱਸੇ ਨੂੰ ਆਪਣੇ ਸੁਭਾਅ ਦੇ ਵਿੱਚ ਪਰਿਵਰਤਨ ਕਿਉਂ ਨਹੀਂ ਲੈ ਕੇ ਆਉਂਦੇ? ਸ਼ੀ ਇਜ਼ ਰੈਡੀ, ਸ਼ੀ ਇਜ਼ ਵਿਲਿੰਗ ਟੂ ਡੂ ਦੈਟ। ਹੁਣ ਪ੍ਰੋਬਲਮ ਕੀ ਹੈ? ਤੁਸੀਂ ਕਿਉਂ ਨਹੀਂ ਗੱਲ ਸੁਣ ਰਹੇ? ਜੇ ਉਹ ਸਪਾਂਸਰ ਕਰਦੀ ਹੈ ਤਾਂ ਤੁਸੀਂ ਕਿਉਂ ਨਹੀਂ ਆਉਣਾ ਚਾਹੁੰਦੇ? ਸਰ ਇਹੀ ਤਾਂ ਪ੍ਰੋਬਲਮ ਹੈ। ਹੋਲਡ ਔਨ ਗੁਰਵੀਨ, ਹੋਲਡ ਔਨ, ਲੈਟ ਮੀ ਹੈਂਡਲ। ਹਾਂਜੀ ਲੈਟ ਮੀ ਹੈਂਡਲ। ਗੁਰਵੀਨ ਤੁਸੀਂ ਬੋਲਣਾ ਜਿੰਨ ਚੱਕ ਮੈਂ ਤੁਹਾਨੂੰ ਆਗੇ ਦਿੰਦਾ। ਹਾਂ ਜਸਕੀਰਤ ਉਹ ਜੋ ਕਹੂਗੀ। ਸਰ ਇਹਨਾਂ ਨੇ 10 ਮਹੀਨੇ ਤੋਂ ਲੈ ਕੇ ਹੁਣ ਤੱਕ ਜੋ ਸਟੇਟਮੈਂਟ ਮੰਨ ਕੇ ਚਲੋ ਸਾਡੀ ਸਿੱਧੀ ਵੀ ਜੋ ਸਾਡਾ ਮੀਡੀਆ ਸੋਸ਼ਲ ਮੀਡੀਆ ਚਾਹੀਦਾ ਇਹ ਸਾਰਾ ਤਾਂ ਬਲੌਕੇਜ ਕਰਤਾ ਜੀ, ਜੋ ਆਪਾਂ ਨੂੰ ਫਾਈਲ ਦੇ ਵਿੱਚ ਜ਼ਰੂਰੀ ਹੈ ਸਰ। ਹੋਲਡ ਔਨ ਤੂੰ ਲਿਸਨ ਟੂ ਮੀ। ਤੂੰ ਪਤਾ ਮੈਨੂੰ ਐਡਵੋਕੇਟ ਨਾ ਬਣ, ਮੈਨੂੰ ਡਾਇਰੈਕਸ਼ਨ ਨਾ ਦੇ, ਲੈਟ ਮੀ ਡੂ ਮਾਈ ਸ਼ੋ। ਤੂੰ ਗਲਤ ਫਹਿਮੀ ਦਾ ਸ਼ਿਕਾਰ ਹੈ ਬੇਟਾ, ਔਰ ਜਿਸ ਹਿਸਾਬ ਨਾਲ ਤੂੰ ਗੱਲ ਕਰ ਰਿਹਾ ਮੇਰੇ ਖਿਆਲ ਕਿ ਤੂੰ ਨਹੀਂ ਬੋਲਦਾ, ਤੇਰੇ ਵਿੱਚ ਕੋਈ ਹੋਰ ਬੋਲ ਰਿਹਾ ਹੈ। ਜਿਸ ਹਿਸਾਬ ਨਾਲ ਤੂੰ ਜਿਸ ਲਹਿਜੇ ਵਿੱਚ ਗੱਲ ਕਰ ਰਿਹਾ ਇਹ ਐਕਸੈਪਟੇਬਲ ਨਹੀਂ ਹੈ। ਕੁੜੀ ਮੰਨਣ ਨੂੰ ਤਿਆਰ ਹੈ, ਕੁੜੀ ਮੰਨ ਰਹੀ ਹੈ, ਜੇ ਕੁੜੀ ਗਲਤ ਸੀ ਗਲਤ ਕਹਿੰਦੇ ਆ, ਪਰ ਅੱਜ ਤੂੰ ਟੋਟਲੀ ਤੇਰਾ ਸੁਭਾਅ ਜਦ ਮੰਨਦੀ ਆ ਕਿ ਮੈਂ ਸਪਾਂਸਰ ਕਰਨ ਨੂੰ ਤਿਆਰ ਆ,
ਅਗਰ ਗਲਤੀ ਹੋਈ ਹੈ ਤਾਂ ਉਸ ਨੂੰ ਸੌਰੀ ਵੀ ਕਹੂਗੀ ਔਰ ਤੁਹਾਡੇ ਪਰਿਵਾਰ ਤੋਂ ਸਰ ਮੈਂ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਪਾਂਸਰ ਕਰੇ? ਯੈਸ অর ਨੋ? ਸਰ ਹੁਣ ਮੰਨ ਕੇ ਚੱਲੋ ਜੀ, ਜਦੋਂ ਮੇਰਾ ਇਹਨੇ ਸਾਰਾ ਕੁਝ ਖਰਾਬ ਕਰਤਾ, ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਤੇ, ਕਹਿੰਦੇ ਮੁੰਡਾ ਅਸੀਂ ਤਾਂ ਛੱਡ ਰਹੇ, ਮੁੰਡੇ ਦਾ ਸੈਕਿੰਡ ਮੈਰਿਜ ਹੋਈ ਆ, ਮੁੰਡਾ ਚਿੱਟਾ ਲਾਉਂਦਾ, ਮੁੰਡਾ ਸੋਹਣਾ ਨਹੀਂ, ਇਹਨਾਂ ਦੀ ਮਦਰ ਨੇ ਇੱਥੋਂ ਤੱਕ ਗੱਲ ਕਹਿਤੀ ਜੀ। ਐ ਨਹੀਂ ਮਦਰ ਨੇ ਕਿਹਾ, ਮਜਬੂਰ ਹੋਇਆ ਜੀ। 100 ਗੱਲਾਂ ਹੁੰਦੀਆਂ ਨੇ, ਕਿਸੇ ਨੇ ਨਹੀਂ ਕਹੀਆਂ ਇਹ ਗੱਲਾਂ। ਇਹ ਸਾਰਾ ਇਹਦੀ ਮੇਰੀ ਵਾਈਫ ਗੁਰਵੀਨ ਕੌਰ ਨੇ ਲਿਖਿਆ, ਕਹਿੰਦੀ ਤੁਹਾਨੂੰ ਪਤਾ ਲੱਗਾ ਜਸਕੀਰਤ ਹੋਲਡ ਔਨ ਜਸਕੀਰਤ ਲਿਸਨ ਟੂ ਮੀ ਬੇਟਾ, ਤੇਰੀ ਜ਼ਿੰਦਗੀ ਬਣ, ਤੇਰੀ ਸੈਕੰਡ ਮੈਰਿਜ ਹੈ ਇਹ? ਨਹੀਂ ਸਰ ਮੇਰੀ ਫਸਟ ਹੀ ਹੈ ਜੀ। ਇਹੀ ਸਰ ਇਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਜੀ ਜਿਹੜਾ ਕਿਹੜਾ ਮੈਨੂੰ ਇਹੀ ਪੁੱਛ ਰਿਹਾ ਜੀ। ਓਕੇ ਡੋਂਟ ਵਰੀ ਅਬਾਊਟ ਇਟ, ਡੋਂਟ ਵਰੀ, ਨਾਰਮਲ ਗੱਲ। ਇੱਕ ਗੁਰਵੀਨ ਹੋਲਡ ਔਨ, ਗੁਰਵੀਨ ਪਲੀਜ਼ ਕੁਆਇਟ। ਗੁਰਵੀਨ ਤੁਸੀਂ ਬਿਲਕੁਲ ਨਹੀਂ ਗੱਲ ਕਰ, ਜਿੰਨ ਚ ਮੈਂ ਗੱਲ ਕਰਨਾ। ਜਸਕੀਰਤ ਇਹ ਛੋਟੀ ਗੱਲਾਂ ਨਹੀਂ, ਮੈਂ 40 ਸਾਲ ਦੀ ਬ੍ਰੌਡਕਾਸਟਿੰਗ ਵਿੱਚ ਆ, ਸਾਡੇ ਬਾਰੇ ਲੋਕ ਜਿਹੜੇ ਆ ਕਈ ਵਾਰ ਨੌਨਸੈਂਸ ਗੱਲਾਂ ਕਰਦੇ ਆ, ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰੀ ਜ਼ਿੰਦਗੀ ਵਿੱਚ। ਤੁਸੀਂ ਆਪ ਸਪਸ਼ਟ ਹੋ, ਕਲੀਨ ਹੋ, ਨੋ ਮੈਟਰ ਵਟ। ਤੁਸੀਂ ਜ਼ਿੰਦਗੀ ਵਿੱਚ ਤੁਹਾਡੀ ਆਪਣੀ ਪਰਸਨਲ ਲਾਈਫ ਹੈ, ਮੈਂ ਤੁਹਾਨੂੰ ਚਾਂਸ ਦੇ ਰਿਹਾ, ਤੇਰੀ ਬਹੁਤ ਗੁੱਡ ਓਪਰਚੁਨਿਟੀ ਹੈ। ਤੁਸੀਂ ਇੱਕ ਐਸੇ ਪਲੇਟਫਾਰਮ ਤੇ ਆਏ ਹੋਏ ਆ, ਤੁਹਾਡੇ ਸਾਰੇ ਕੇਸ ਜਿਹੜੀ ਉਲਝਣਾ ਇਹ ਖਤਮ ਹੋ ਜਾਣਗੀਆਂ। ਮੈਂ ਉਲਝਣਾ ਤੁਹਾਡੀਆਂ ਸਾਰੀਆਂ ਪ੍ਰੋਬਲਮ ਸੋਲਵ ਕਰਾ ਦੂੰਗਾ, ਕਾਨੂੰਨ ਦੇ ਮੁਤਾਬਕ ਇਹ ਹੱਲ ਹੋਣਗੀਆਂ। ਤੇਰੀ ਵਾਈਫ ਕਾਨੂੰਨ ਦੇ ਮੁਤਾਬਕ ਤੈਨੂੰ ਸਪਾਂਸਰ ਕਰੇਗੀ। ਰਾਈਟ ਨਾਓ ਅਗਰ ਜੇ ਇਹਨੂੰ ਬਲੌਕ ਕੀਤਾ ਆ ਸੋਸ਼ਲ ਮੀਡੀਆ ਤੇ ਜਾਂ ਕਿਸੇ ਤੈਨੂੰ ਇਹ ਅਟੈਚ ਕਰੂਗੀ, ਤੈਨੂੰ ਟਾਈ ਅਪ ਕਰੂਗੀ ਔਰ ਸਭ ਕੁਝ ਕਰੂਗੀ। ਗਰਲੀਨ ਫਰਮ ਨਾਓ ਔਨ ਅਗਰ ਜੇ ਤੂੰ ਇਹ ਫੇਸਬੁੱਕ ਤੇ ਨਹੀਂ ਹੈ ਇਹਦੇ ਨਾਲ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਦੇ ਨਾਲ ਨਹੀਂ ਹੈ, ਰਾਈਟ ਵੇ ਸਭ ਕੁਝ ਛੱਡ ਕੇ ਇਹਨੂੰ ਆਪਣੇ ਨਾਲ ਟਾਈ ਅਪ ਕਰ ਔਰ ਇਹਨਾਂ ਗੱਲਾਂ ਸਰ ਮੈਂ ਮੈਨੂੰ ਬਹੁਤ ਫਰੈਂਡ ਰਿਕੁਐਸਟ ਭੇਜ ਰਹੀ ਹੈ ਪਰ ਇਹ ਐਕਸੈਪਟ ਨਹੀਂ ਕਰ ਰਹੇ। ਓਕੇ 1 ਸੈਕਿੰਡ ਹੋਲਡ ਔਨ। ਓਕੇ ਜਸਟ ਸੇ ਯੈਸ অর ਨੋ। ਜਸਕੀਰਤ ਆਰ ਯੂ ਰੈਡੀ অর ਨਾਟ? ਸਰ ਮੇਰਾ ਹੁਣ ਕੋਰਟ ਕੇਸ ਚੱਲ ਰਿਹਾ ਜੀ। ਓਕੇ ਇਹਦਾ ਮਤਲਬ ਕਿ ਤੂੰ ਚਾਹੁੰਦਾ ਨਹੀਂ ਹੈ? ਸਰ ਹੁਣ ਜਦੋਂ ਮੇਰੇ ਨਾਲ ਇੰਨਾ ਕੁ ਧੱਕਾ ਹੋ ਚੁੱਕਿਆ ਜੀ, ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਹੁਣ ਇਹਦੇ ਜੇ ਮਨ ਇਹ ਇੰਨੇ ਹੀ ਸਹੀ ਹੁੰਦੇ, ਇਹਦੇ ਤਾਇਆ ਜੀ ਮੇਰੇ ਹੱਕ 'ਚ ਬਿਆਨ ਨਾ ਦੇ ਕੇ ਜਾਂਦੇ ਜੀ। ਡਸਨਟ ਮੈਟਰ ਤਾਏ ਨੇ ਹੋਲਡ ਔਨ। ਜਸਕੀਰਤ ਤੇਰਾ ਤਾਇਆ ਹੋਵੇ, ਤੇਰਾ ਮਾਸੜ ਹੋਵੇ, ਵਿਆਹ ਤੂੰ ਇਸ ਲੜਕੀ ਨਾਲ ਕਰਾਇਆ, ਤੇਰੀ ਜ਼ਿੰਦਗੀ ਬਣ ਜੂ ਬੇਟਾ ਔਰ ਕੋਟਾ ਕਚਹਿਰੀਆਂ ਵਿੱਚ ਤੈਨੂੰ ਕੁਝ ਨਹੀਂ ਮਿਲਣਾ। ਤਾਇਆ ਗੁੱਡੀ ਦਾ ਤੇਰੇ ਵੀਰ, ਤਾਇਆ ਗੁੱਡੀ ਦਾ ਇਹੋ ਜਿਹਾ ਕਿਹੜਾ ਬਿਆਨ ਦੇਗਾ ਜਿੱਤੇ ਤੁਸੀਂ ਖੁਸ਼ ਹੋਏ ਬੈਠੇ ਹੋ? ਦੱਸੋਗੇ ਮਾੜਾ ਜਿਹਾ? ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਲਓਗੇ। ਤਾਏ ਮਗਰ ਤਾਇਆ ਕੀ ਕਹਿੰਦਾ ਜੀ ਕੁੜੀ ਦਾ? ਹਾਂਜੀ ਕੁੜੀ ਦੇ ਤਾਏ ਨੇ ਕਿਹੜਾ ਇਹੋ ਜਿਹਾ ਬਿਆਨ ਦਿੱਤਾ ਤੁਸੀਂ ਖੁਸ਼ ਹੋਗੇ? ਉਹਨਾਂ ਨੇ ਬਾਈ ਜੀ ਬਿਆਨ ਮੈਂ ਤੁਹਾਨੂੰ ਸਰ ਸਾਰੀ ਗੱਲ ਦੱਸਦਾ ਜੀ ਕੀ ਹੋਈ ਆ। ਮੇਰੇ ਕੋਲ ਇਹਨੇ ਟਾਈਮ ਨਹੀਂ, ਆਈ ਡੋਨਟ ਹੈਵ ਟਾਈਮ ਦੈਟ ਮਚ, ਜਸਟ ਟੂ ਗਿਵ ਸ਼ਾਰਟ। ਕੀ ਆ ਤਾਏ ਨੇ ਕੀ ਕਹਿਤਾ? ਹਾਂਜੀ ਉਹਨਾਂ ਨੇ ਇਹਨਾਂ ਨੂੰ ਸਮਝਾਇਆ ਸੀਗਾ, ਕਹਿੰਦੇ ਭਾਈ ਮੁੰਡੇ ਵਾਲਿਆਂ ਦੀ ਗਲਤੀ ਕੋਈ ਨਹੀਂ, ਕਿ ਇਹ ਸਾਰਾ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ। ਉਹਨਾਂ ਨੇ ਗੁਰਵੀਨ ਕੌਰ ਨੂੰ ਵੀ ਕਾਲ ਲਾਈ ਵੀ ਤੁਸੀਂ ਕਿਸੇ ਦੀ ਚੱਕ ਚਾਹੇ ਲੱਗਦੇ ਹੋ, ਮੈਨੂੰ ਲੱਗਦਾ ਨਾ ਬਸ ਪਬਲਿਕ ਓਪੀਨੀਅਨ। ਜਸਕੀਰਤ ਆਈ ਗਿਵ ਯੂ ਚਾਂਸ, ਮੈਂ ਇਸ ਸਾਰੀ ਰਿਕਾਰਡਿੰਗ ਜਿਹੜੀ ਹੈ ਜੱਜ ਸਾਹਿਬ ਨੂੰ ਜਿਹੜੀ ਹੈ ਇਸ ਹੈਂਡਓਵਰ ਕਰ ਰਿਹਾ ਵਕੀਲ ਨੂੰ ਔਰ ਮੈਂ ਪ੍ਰੋਸੀਡ ਕਰਾਂਗਾ। ਤੁਸੀਂ ਗੱਲ ਨਹੀਂ ਸੁਣੇ ਔਰ ਤੁਸੀਂ ਕਿਸੇ ਦੀ ਚੱਕ ਦੇ ਵਿੱਚ ਜਿਵੇਂ ਗੁਰਪ੍ਰੀਤ ਨੇ ਕਿਹਾ ਔਰ ਤੂੰ ਨਹੀਂ ਬੋਲਦੀ, ਤੇਰਾ ਕੋਈ ਯਾਰ ਬੋਲਦਾ, ਤੁਹਾਡੇ ਵਿੱਚ ਕੋਈ ਬੋਲ ਰਿਹਾ, ਕੋਈ ਮੇਰੇ ਖਿਆਲ ਕਿ ਤੁਹਾਨੂੰ ਕਿਸੇ ਦਾ ਹੋਣਾ ਕਿ ਸਾਡੇ ਕੋਲ ਸਾਡੇ ਐਮਐਲਏ ਜਾਂ ਮਿਨਿਸਟਰ ਆ, ਇਸ ਨੋਟ ਮੀਨ ਐਨੀਥਿੰਗ। ਨਹੀਂ ਸਰ ਜਮਾ ਸਾਰਾ ਹੀ ਸਿੰਪਲ ਬੰਦੇ ਸਾਡਾ ਸਰ, ਕਿਸੇ ਐਮਐਲਏ ਕਿਸੇ ਮਿਨਿਸਟਰ ਵੀ ਤੂੰ ਵਿਆਹ ਕਾਹਤੋਂ ਕਰਾਏ? ਵਿਆਹ ਕਾਹਤੋਂ ਕਰਾਇਆ ਸੀ ਕੁੜੀ ਨਾਲ? ਸੋ ਤੁਸੀਂ ਪ੍ਰੋਬਲਮ ਤੇਰੀ ਕੀ ਹੈ? ਤੂੰ ਮੰਨਦਾ ਕਿਉਂ ਨਹੀਂ? ਵਿਆਹ ਬਾਹਰ ਆਉਣ ਨੂੰ ਕਰਾਇਆ, ਲੋਕ ਤਰਸਦੇ ਆ। ਬਾਹਰ ਆਉਣ ਨੂੰ ਕਰਵਾਇਆ ਸੀ ਸਰ, ਮੈਨੂੰ ਇਹ ਮਰਵਾਉਣਾ ਚਾਹੁੰਦੇ ਇੱਕ ਸੈਕਿੰਡ ਜੀ। ਇਹਨਾਂ ਨੇ ਆਪਦੇ ਸਾਡੂ ਨੂੰ ਆਖਿਆ, ਕਹਿੰਦੇ ਉਹਨਾਂ ਦੇ ਘਰੇ ਰੋਟੀ ਨਹੀਂ ਪਾਉਂਦੇ, ਤੈਨੂੰ ਮਰਾਉਣ ਨੂੰ ਕਿਧਰੋਂ ਉਹਨਾਂ ਨੇ ਸਪਾਰੀ ਦੇ ਦੇਣੀ 2 ਕਰੋੜ ਦੀ? ਕਿਹੜੀਆਂ ਗੱਲਾਂ ਕਿ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਈ ਜਾਂਦਾ। ਬੋਟੀ ਦਾ ਤੇਰੀ ਦਾ ਜਲੂਸ ਨਿਕਲਦਾ, ਜਲੂਸ ਤੇਰੇ ਮਾਂ-ਬਾਪ ਦਾ ਨਿਕਲਦਾ। ਸਾਰੀ ਦੁਨੀਆ ਕੱਲ ਪਰਸੋਂ ਹੀ ਤੁਹਾਡੀ ਟਿਕਟੌਕ ਤੇ ਵੀਡੀਓ ਘੁੰਮੀ ਜਾਂਦੀ, ਤੁਹਾਡੇ ਫਾਦਰ ਸਾਹਿਬ ਵੇਖੋ ਕਿੰਨੇ ਵਿਚਾਰੇ ਇਮੋਸ਼ਨਲ ਹੋ ਕੇ ਰੋ ਕੇ ਕਹਿ ਰਹੇ ਆ ਕਿ ਮੇਰੇ ਪੁੱਤ ਨੂੰ ਅਸੀਂ ਵਿਆਹ ਕੀਤਾ ਸੀਗਾ ਕਿ ਚਲੋ ਕੁੜੀ ਬਾਹਰ ਲੈ ਜਾਊਗੀ, ਪਰ ਕੁੜੀ ਅਖੇ ਪੰਚਾਇਤ 'ਚ ਖੜੀ ਬਾਂਹ ਕਰਕੇ ਕਹਿੰਦੀ ਵੀ ਆਏ ਤੇ ਜਾਓ ਹਨਾ। ਤੇ ਅੱਜ ਉਹ ਕੁੜੀ ਮੰਨੀ ਜਾਂਦੀ। ਤੁਸੀਂ ਪਿਆਰ ਮੁਹੱਬਤ ਨਾਲ ਰਹਿਣਾ ਸਿੱਖੋ ਮਾੜਾ ਮੋਟਾ, ਗੁੱਸੇ ਗਿਲੇ ਚੱਲਦੇ ਰਹਿੰਦੇ ਆ। ਅੱਜ ਤੋਂ 20 ਸਾਲ ਪਹਿਲਾਂ ਜਾਈਏ ਨਾ, ਪਿੰਡਾਂ ਵਾਲਿਆਂ ਦੇ ਵੱਡੇ ਵੱਡੇ ਮਸਲੇ ਚੱਲਦੇ ਰਹਿੰਦੇ ਸੀ, ਤੁਸੀਂ ਆ ਕੁੱਕੜਾਂ ਦੀ ਲੜਾਈ 'ਚ ਪਏ ਹੋਏ ਬਿਨਾਂ ਗੱਲੋਂ। ਸਰ ਮੇਰੇ ਸਹੁਰਾ ਸਾਹਿਬ ਨੇ ਆਖਿਆ ਜੀ, ਹੁਣ ਕਹਿੰਦੇ ਮੈਂ ਕੁੜੀ ਦਾ ਨਵੇੜ ਕੇ ਕਹਿੰਦਾ ਭਾਵੇਂ ਵੀ ਆਉਣੀ, ਭਾਵੇਂ ਮੇਰਾ 20 ਲੱਖ ਲੱਗ ਜੇ, ਮੁੰਡੇ ਦੀ ਹੱਕ ਤੇ ਦੀਵਾ ਬਾਲਣਾ ਜੀ। ਕੁਝ ਨਹੀਂ ਕਿਹਾ ਗਾ, ਲੋਕਾਂ ਤੋਂ ਸੁਣੀ ਜਾਂਦੀਆਂ ਗੱਲਾਂ। ਹੁਣ ਕਿਹਦਾ ਭਾਣਾ ਮੰਨਣ ਨੂੰ ਫਿਰਦੇ ਹੋ ਤੁਸੀਂ? 1 ਸੈਕਿੰਡ ਹੈ ਜਸਕੀਰਤ, ਇਹ ਇਹਨਾਂ ਤੋਂ ਪੁੱਛੋ ਜੀ ਕਿੱਥੋਂ ਕੀ ਕਰਨ ਨੂੰ। ਨਹੀਂ ਜਸਕੀਰਤ ਇਹਨਾਂ ਨੇ ਮੈਨੂੰ ਇੱਥੋਂ ਤੱਕ ਵੀ ਲਿਖਤਾ, ਕਹਿੰਦੇ ਮੈਂ ਜਿਹੜੇ ਖਤਮ ਕੋਲੇ ਰਹਿੰਦੀ ਆ ਉਹਦੇ ਨਾਲ ਜ਼ਿੰਦਗੀ ਕੱਟੂ ਜੀ। ਸਰ ਨਹੀਂ, ਇਹ ਵੀ ਇਹਨਾਂ ਨੂੰ ਕੋ ਵਿਖਾ ਦੇਣ, ਮੈਂ ਕਿੱਥੇ ਲਿਖ ਕੇ ਦਿੱਤਾ ਹੋਵੇ ਇਹਨਾਂ ਨੂੰ ਕੁਝ। ਮੈਂ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ, ਮੈਂ ਕਿਹਾ ਮੈਂ ਰੱਬ ਦੇ ਘਰ ਦੇ ਸਾਹਮਣੇ ਉਹਦਾ ਘਰ ਲਿੱਤਾ ਵਾ, ਤੇ ਰੱਬ ਕੋਲੇ ਰਹਿੰਦੀ ਆ। ਗੁਰਵੀਨ ਹੋਲਡ ਔਨ, ਗੁਰਵੀਨ ਪਲੀਜ਼ ਸਟਾਪ ਇਟ, ਗੁਰਵੀਨ ਪਲੀਜ਼, ਤੁਸੀਂ ਤੁਹਾਨੂੰ ਆਗਿਆ ਨਹੀਂ ਬਿਲਕੁਲ ਬੋਲਣ ਦੀ। ਜਸਕੀਰਤ ਆਈ ਗਿਵ ਯੂ 1 ਮਿੰਟ ਸੋਚਣ ਲਈ। ਤੁਸੀਂ ਜ਼ਿੰਦਗੀ ਵਿੱਚ ਬਹੁਤ ਵੱਡੀ
ਮਿਸਟੇਕ ਕਰ ਰਹੇ ਹੋ, ਡੈਲੀਬਰੇਟ ਮਿਸਟੇਕ, ਜਾਣਬੁੱਝ ਕੇ। ਔਰ ਮੈਂ ਤੁਹਾਨੂੰ ਤੁਹਾਡੇ ਫਾਦਰ ਨੂੰ ਵੀ ਕਹਿਣਾ ਚਾਹੁੰਦਾ, ਜਿਹੜੀ ਤੁਹਾਡੀ ਬੋਲੀ ਆ ਹੇਅਰ ਸੇ, ਜਾਣੀ ਕਿ ਲੋਕਾਂ ਸੁਣੇ ਇਸ ਤਰ੍ਹਾਂ ਗੱਲਾਂ ਤੇ ਵਿਸ਼ਵਾਸ ਕਰੋਗੇ, ਤੁਹਾਡਾ ਘਰ ਉੱਜੜ ਜਾਣਾ, ਤੁਹਾਨੂੰ ਕੁਝ ਨਹੀਂ ਮਿਲਣਾ। ਸਰ ਇਹਨਾਂ ਨੇ ਜੀ ਸਾਰਾ ਸਾਡਾ ਜਦੋਂ ਤੋਂ ਮੰਨ ਕੇ ਚੱਲ ਹੋਊਗਾ ਜੀ, ਸਾਡਾ ਜਾੜ ਕੇ ਰੱਖਤਾ ਜੀ। ਇਹ ਕਹਿੰਦੇ ਸਾਡਾ ਕੀ ਕਰ ਲੈਣਗੇ ਜੀ, ਸਾਰਾ ਇੱਕੋ ਤੀਕਰ ਗੱਲ ਹੋਈ ਪਈ ਆ ਜੀ। ਕਹਿੰਦੇ ਅਸੀਂ ਤਾਂ ਮਾਰ ਕੇ ਰਾਏਪੁਰ ਉੱਠ ਜਾਾਂਗੇ, ਸਾਡਾ ਕੀ ਕਰ ਲੈਣਗੇ ਜੀ। ਜਸਕੀਰਤ, ਆਈ ਗਿਵ ਯੂ ਲਾਸਟ ਵਾਰਨਿੰਗ। ਤੂੰ ਚਾਹੁੰਦਾ ਆਪਣੀ ਵਾਈਫ ਦੇ ਨਾਲ ਰਹਿਣਾ ਤੇ ਵਾਈਫ ਤੈਨੂੰ ਆਪ ਫੋਨ ਕਰੂਗੀ 100% ਨਹੀਂ ਤੇ ਅਸੀਂ ਸਟੋਰੀ ਫਿਰ ਦੁਬਾਰਾ ਕਵਰ ਕਰਾਂਗੇ। ਆਰ ਯੂ ਰੈਡੀ, ਆਰ ਯੂ ਵਿਲਿੰਗ ਟੂ ਡੂ ਦੈਟ ਔਰ ਨਾਟ? ਤੁਸੀਂ ਜੋ ਮੈਂ ਕਹਿ ਰਿਹਾ ਕਰਨ ਨੂੰ ਤਿਆਰ ਹੋ, ਹਾਂ ਜਾਂ ਨਾ? ਸਰ ਮੈਂ ਕੋਰਟ ਤੇ ਛੱਡਿਆ ਹੋਇਆ ਜੀ ਸਾਰਾ ਕੁਝ। ਹੁਣ ਇਹਦਾ ਮਤਲਬ ਹੈ ਕਿ ਤੁਸੀਂ ਐਗਰੀ ਨਹੀਂ ਕਰਦੇ? ਹਾਂਜੀ ਸਰ। ਇਹਦਾ ਮਤਲਬ ਤੁਸੀਂ ਸਾਡੀ ਗੱਲ ਸੁਣਨੀ ਨਹੀਂ ਚਾਹੁੰਦੇ? ਸਰ ਮੇਰੀ ਰਿਕੁਐਸਟ ਇਹ ਹੈ ਜੀ ਸਰ, ਮੈਂ ਇਹਨਾਂ ਦੀ ਸਾਰੀਆਂ ਰੈਸਪੀ ਮੈਂ ਵਿੱਚ ਰਿਕਾਰਡਿੰਗ ਵੀ ਬਾਈ ਫੇਸ ਤੁਹਾਨੂੰ ਸੈਂਡ ਕਰ ਚੁੱਕਿਆ ਜੀ, ਇੱਕ ਇਹਨਾਂ ਦੀ ਭੂਆ ਜੀ ਦੀ। public opinion, so I'm taking public opinion, ਤੁਸੀਂ ਲਾਈਨ ਕੱਟਣੀ ਨਹੀਂਗੀ। ਉਸ ਤੋਂ ਬਾਅਦ I'm telling you, ਕੋਰਟ ਜਿਹੜਾ ਆ, ਠੀਕ ਹੈ ਜੀ, ਅਦਾਲਤ ਜਿਹੜੀ ਹੈ ਨਾ, ਜਿਸ ਨੂੰ ਤੁਸੀਂ ਜਿਸ ਕਮਾਂਡ ਚ ਬੇਟਾ ਬੋਲ ਰਹੇ ਹੋ, ਇਹ ਸੱਚੀ ਗੱਲ ਹੈ ਇਸ ਲੜਕੀ ਦੀ ਕਿ ਮੇਰੀ ਸੱਸ ਨੇ ਕਿਹਾ ਸੀਗਾ ਕਿ ਇਹਦਾ ਗੁੱਸਾ ਬੜਾ ਮਾੜਾ ਆ। ਤੂੰ ਹਾਲੇ ਵੀ ਹਰ ਗੱਲ ਗੁੱਸੇ ਵਿੱਚ ਕਰ ਰਿਹਾ, ਮੈਨੂੰ ਸਮੈਲ ਆ ਰਹੀ ਹੈ। ਨਹੀਂ ਸਰ ਬਾਈ ਜੀ ਇਹ 4 ਮਿੰਟ ਦਾ ਪੰਪ ਹੀ ਹੁੰਦਾਗਾ, ਜਦੋਂ 10 ਜਣੇ ਆਸੇ-ਪਾਸੇ ਖੜੇ ਕਰੀ ਜਾਂ ਉਹਨਾਂ ਦਾ ਗੁੱਸਾ ਬਾਹਲਾ ਭੈੜਾ ਇਹਦਾ ਗੁੱਸਾ ਨਾ, ਉਹ 4 ਮਿੰਟ ਦਾ ਪੰਪ ਹੀ ਹੁੰਦਾ, ਤੈਨੂੰ ਪੁਆੜਾ ਪੈ ਜਾਣਾ। ਬਾਕੀ ਜੇ ਪਬਲਿਕ ਓਪੀਨੀਅਨ ਜਿਹੜੀ ਆ, ਪਬਲਿਕ ਓਪੀਨੀਅਨ ਵਿੱਚ ਦੈਟਸ ਨਾਟ ਐਕਸੈਪਟੇਬਲ। ਔਰ ਤੁਸੀਂ ਕਿਸੇ ਕਹੇ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ।